हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। निदा फाजली एक थां लिखता है कि दरिया के उस किनारे सितारे भी हैं, फूल भी हैं। दरिया चढ़ा हुआ हो तो उस पार देखना। हर आदमी में होते हैं 10-20 आदमी, जिसको भी देखना हो वार वार देखना। सो दोस्तों, ਅੱਜ ਆਪਾਂ शायर गुरप्रीत ਨੂੰ ਵਾਰ-ਵਾਰ ਦੇਖਣ ਲਈ ਇਕੱਠੇ ਹੋਏ ਹਾਂ। हर आदमी ਦੀਆਂ बहुत ਸਾਰੀਆਂ ਪਰਤਾਂ ਹੁੰਦੀਆਂ ਨੇ, ਜਿਵੇਂ ਨਿਦਾ ਫਾਜ਼ਲੀ ਕਹਿੰਦਾ ਹੈ। ਅਕਸਰ ਅਸੀਂ ਉਹਨਾਂ ਪਰਤਾਂ ਨੂੰ ਬਹੁਤ ਉੱਪਰਲੀ ਤਹਿ ਤੋਂ ਦੇਖਦੇ ਹਾਂ, ਉੱਪਰਲੀ ਨਜ਼ਰ ਨਾਲ ਦੇਖਦੇ ਹਾਂ। ਬੰਦੇ ਨੂੰ ਅੰਦਰੋਂ ਸਮਝਣ ਲਈ ਇੱਕ ਖਾਸ ਕਿਸਮ ਦੀ ਨੀਝ ਦੀ ਜ਼ਰੂਰਤ ਹੁੰਦੀ ਹੈ ਤੇ ਖਾਸ ਕਿਸਮ ਦੀ ਰੀਝ ਦੀ ਜ਼ਰੂਰਤ ਹੁੰਦੀ ਹੈ। ਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਬੰਦੇ ਕੋਲੇ ਆਪਣੇ ਲਈ ਵਕਤ ਨਹੀਂ ਹੈਗਾ ਤਾਂ ਉਹ ਦੂਜਿਆਂ ਲਈ ਵਕਤ ਉਹਦੇ ਲਈ ਕੱਢਣਾ ਬੜਾ ਮੁਸ਼ਕਲ ਹੁੰਦਾ ਹੈ ਕਿ ਉਹ ਖਾਸ ਕਿਸਮ ਦੀ ਨੀਝ ਤੇ ਰੀਝ ਨਾਲ ਬੰਦੇ ਨੂੰ ਦੇਖ ਸਕੇ। ਪਰ ਫਿਰ ਵੀ ਸਿਰਜਣਾਤਮਕ ਸਿੱਖਿਆ ਸੰਸਾਰ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਹਰ ਸੈਟਰਡੇ ਵਾਲੇ ਦਿਨ, ਹਰ ਸ਼ਨੀਵਾਰ ਵਾਲੇ ਦਿਨ ਇੱਕ ਵਿਅਕਤੀ ਨੂੰ ਜਾਂ ਕੁਝ ਵਿਅਕਤੀਆਂ ਨੂੰ ਕਿਸੇ ਖਾਸ ਨਜ਼ਰੀਏ ਤੋਂ ਮਿਲਿਆ ਜਾਵੇ ਤਾਂ ਕਿ ਅਸੀਂ ਉਸ ਵਿਅਕਤੀ ਨੂੰ ਵੀ ਸਮਝ ਸਕੀਏ ਤੇ ਉਸ ਵਿਅਕਤੀ ਰਾਹੀਂ ਬਹੁਤ ਸਾਰੇ ਵਰਤਾਰਿਆਂ ਨੂੰ ਵੀ ਸਮਝ ਸਕੀਏ। ਸੋ ਅੱਜ ਜਿਵੇਂ ਪਹਿਲਾਂ ਦੱਸਿਆ ਕਿ ਸਾਡੇ ਨਾਲ ਸ਼ਾਇਰ ਗੁਰਪ੍ਰੀਤ ਜੀ ਨੇ ਤੇ ਇਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਤੇ ਮੈਂ ਸਭ ਤੋਂ ਪਹਿਲਾਂ ਮੈਂ ਪੂਰੇ ਐਡਮਿਨ ਪੈਨਲ ਵੱਲੋਂ ਗੁਰਪ੍ਰੀਤ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ। ਗੁਰਪ੍ਰੀਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। अपना माइक खोल लो सर, माइक ਤੁਹਾਡਾ ਬੰਦ है। बहुत शुक्रिया डॉक्टर साहब और सारा एडमिन ग्रुप ते सिरजनात्मक सिक्ख्या संसार दा मैं शुक्रिया अदा करदा। मैनूं चंगा लग रहा कि तुसीं मैनूं इत्थे अपनी गल करन लई अपनी नज़मां कवितावां सुणाउण लई सद्दिआ जी। इस वेले मेरे नाल ने साडे एडमिन पैनल दे विचों सुखजीवन, गुरनैब सिंह, मैडम रुपिंदर, डॉक्टर इंद्रप्रीत धामी, नवनीत ते मैडम मनजिंदर भी जल्दी साडे नाल जुड़नगे। ते सिरजनात्मक सिक्ख्या संसार के प्लेटफार्म तो असीं लाइव हो रहे हैं ते उत्थे बहुत सारे दोस्त तुहानूं फेसबुक राहीं सुणनगे ते समझणगे। दोस्तों, गुरप्रीत साडे समय का बहुत सूखम शायर है, बहुत सिरजना भरपूर ते संवेदना भरपूर शख्सियत है। जिंदगी नूं देखण दा गुरप्रीत दा अपना एक बहुत कमाल दा नज़रिया है। मैनूं नहीं लगता कि जिस नज़रिए तो गुरप्रीत अपने आप नूं ते अपने आले दुआले दे वरतारिਆਂ ਨੂੰ देखदा है उस रूप दे विच कोई होर बंदा देखदा होਊਗਾ। वैसे ਤਾਂ हर बंदे दा ही अपना नज़रिया हुंदा है, पर जिहड़े शायर हुंदे ने ਉਹ बड़े संवेदनशील हुंदे ने, बड़े सूखम हुंदे ने। ਉਹਨਾਂ ਨੂੰ ਸਮਝਣ ਦੇ ਜਿਹੜੇ ਨਜ਼ਰੀਏ ਉਹ ਬਹੁਤ ਕਮਾਲ ਦੇ ਹੁੰਦੇ ਨੇ ਤੇ ਉਹ ਵਰਤਾਰਿਆਂ ਨੂੰ ਜਿਸ ਤਰ੍ਹਾਂ ਇੰਟਰਪ੍ਰੀਟ ਕਰਦੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਕਮਾਲ ਦੇ ਹੁੰਦੇ ਨੇ। ਤੇ ਗੁਰਪ੍ਰੀਤ ਦੀ ਖੂਬਸੂਰਤੀ ਇਹ ਹੈ ਕਿ ਉਹ ਬਹੁਤ ਸਧਾਰਨ ਗੱਲਾਂ ਦੇ ਵਿੱਚੋਂ ਅਸਧਾਰਨ ਅਰਥ ਲੱਭਦਾ ਹੈ। ਉਹਦੀ ਕਵਿਤਾ ਨੂੰ ਪਹਿਲੀ ਨਜ਼ਰੇ ਪੜ੍ਹਦਿਆਂ ਇਹ ਲੱਗਦਾ ਹੈ ਕਿ ਇਹ ਤਾਂ ਕੁਝ ਨਹੀਂ ਹੈਗਾ, ਇਹ ਤਾਂ ਨਿੱਕੇ ਨਿੱਕੇ ਵਰਤਾਰਿਆਂ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਨੇ। ਪਰ ਜਦੋਂ ਤੁਸੀਂ ਦੂਜੀ ਵਾਰ ਤੀਜੀ ਵਾਰ ਪੜ੍ਹਦੇ ਹੋ ਤਾਂ ਤੁਹਾਨੂੰ ਉਹਨਾਂ ਵਰਤਾਰਿਆਂ ਦੇ ਵਿੱਚ, ਉਹਨਾਂ ਗੱਲਾਂ ਦੇ ਵਿੱਚ ਇੱਕ ਫਿਲਾਸਫੀ ਨਜ਼ਰ ਆਉਣ ਲੱਗਦੀ ਹੈ। ਮਤਲਬ ਇਹ ਇੱਕ ਆਪਣੇ ਆਪ ਦੇ ਵਿੱਚ ਸ਼ਾਇਰ ਦੀ ਖੂਬਸੂਰਤੀ ਹੁੰਦੀ ਹੈ ਕਿ ਜਦੋਂ ਉਹ ਸਧਾਰਨ ਚੀਜ਼ਾਂ ਦੇ ਵਿੱਚ ਡੂੰਘੇ ਅਰਥ ਭਰਦਾ ਹੈ। ਮੈਂ ਇੱਕ 3 ਕਲੈਣਾ ਦੀ ਕਵਿਤਾ ਗੁਰਪ੍ਰੀਤ ਦੀ ਪੜ੍ਹਦਾ। ਗੁਰਪ੍ਰੀਤ ਲਿਖਦਾ ਹੈ ਕਿ ਜੇ ਮੁਸਕਰਾ ਪਵੇ ਸਾਹਮਣੇ ਵਾਲਾ ਤਾਂ ਲੋੜ ਨਹੀਂ ਸ਼ਬਦਾਂ ਦੀ ਕੋਈ ਗੱਲ ਕਹਿਣ ਲਈ। ਜੇ ਮੁਸਕਰਾ ਪਵੇ ਸਾਹਮਣੇ ਵਾਲਾ ਤਾਂ ਲੋੜ ਨਹੀਂ ਸ਼ਬਦਾਂ ਦੀ ਕੋਈ ਗੱਲ ਕਹਿਣ ਲਈ। ਜੇ ਨਹੀਂ ਤਾਂ ਫਿਰ ਇੱਕ ਵਾਰ ਫਿਰ ਮੁਸਕਰਾਓ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦੀ ਗੱਲ ਹੈ ਕਿ ਜੇ ਨਹੀਂ ਤਾਂ ਇੱਕ ਵਾਰ ਫਿਰ ਮੁਸਕਰਾਓ। ਅਕਸਰ ਸਾਡੇ ਕੋਲੋਂ ਦੂਜੀ ਵਾਰ ਮੁਸਕਰਾਇਆ ਨਹੀਂ ਜਾਂਦਾ। ਇਹੀ ਇਸ ਕਵਿਤਾ ਦੀ ਪ੍ਰਾਪਤੀ ਹੈ। ਸੋ ਇਸ ਤਰ੍ਹਾਂ ਬਹੁਤ ਸਧਾਰਨ ਵਰਤਾਰਿਆਂ ਦੇ ਵਿੱਚੋਂ ਬਹੁਤ ਦਾਰਸ਼ਨਿਕ ਭਰਪੂਰ ਗੱਲਾਂ ਗੁਰਪ੍ਰੀਤ ਲੱਭਦਾ ਹੈ। ਤੇ ਗੁਰਪ੍ਰੀਤ ਦੇ ਬਹੁਤ ਸਾਰੇ ਪੱਖ ਨੇ। ਗੁਰਪ੍ਰੀਤ ਫੋਟੋਗ੍ਰਾਫਰ ਹੈ, ਗੁਰਪ੍ਰੀਤ ਚਿੱਤਰਕਾਰ ਹੈ,
गुरप्रीत शायर है, गुरप्रीत अध्यापक है, गुरप्रीत बहुत अच्छा दोस्त है, गुरप्रीत बहुत अच्छा पिता है, गुरप्रीत बहुत अच्छा पति है। ये सारिया गल्लां गुरप्रीत दे विच बहुत कमाल दियां ने ते बहुत विलक्षण ने। भावें सारे ही पति हुंदे ने, सारे ही पिता हुंदे ने, सारे ही भरा हुंदे ने, पर हर गल दे होण ते ना होण दे विच भी एक फर्क हुंदा है, जां होण ते होण दे विच भी फर्क हुंदा है। सो दोस्तों, अज आपां गुरप्रीत दे बहुत सारे पहलुआं नूं जाणांगे, समझांगे। पहलां उन्हां दी कला दे कुछ पक्ष आपां एक पावर पॉइंट प्रैजेंटेशन राਹੀਂ देखते हैं। उस तो बाद गुरप्रीत बारे आपां गुरप्रीत नाल गल्लां करांगे। मैं कोशिश करदा एक पीपीटी चलाउण दी, उहदे विच कुछ चीज़ां ने गुरप्रीत बारे जिहड़ियां असीं देख के समझांगे, उस तो बाद असीं सुण के ते बोल के समझांगे। तुहाडे सामने एक शुरुआती पीपीटी है, जिहदे विच गुरप्रीत आप एक कलाकार दे रूप दे विच, मैनूं तां लगदा हुंदा है कि इत्थे गुरप्रीत कलाकार भी है ते एक कलाकार दी किरत भी है। ਇਹ ਗੁਰਪ੍ਰੀਤ ਦੀਆਂ ਮੁੱਖ ਤੌਰ ਤੇ 4 ਕਿਤਾਬਾਂ ਨੇ। ਸ਼ਬਦਾਂ ਦੀ ਮਰਜ਼ੀ, ਅਕਾਰਨ, ਸ਼ਾਹੀ ਘੁਲੀ ਹੈ, ਓਕ। ਇਸ ਤੋਂ ਬਿਨਾਂ ਵੀ ਗੁਰਪ੍ਰੀਤ ਦੀਆਂ ਹੋਰ ਕਈ ਕਿਤਾਬਾਂ ਨੇ, ਪਰ ਮੁੱਖ ਤੌਰ ਤੇ ਸਿਰਜਣਾ ਦੀਆਂ ਇਹਨਾਂ 4 ਕਿਤਾਬਾਂ ਦੇ ਤੌਰ ਤੇ ਗੁਰਪ੍ਰੀਤ ਸ਼ਾਇਰ ਜਗਤ ਦੇ ਵਿੱਚ ਜਾਣਿਆ ਜਾਂਦਾ ਹੈ। ਇੱਕ ਹੋਰ ਕਿਤਾਬ ਹੈ ਗੁਰਪ੍ਰੀਤ ਦੀ ਸਹਿਜ ਸੁਭਾਅ। ਇਹ ਗੁਰਪ੍ਰੀਤ ਦੀ ਕਿਤਾਬ ਹੈ ਓਕ, ਜਿਹੜੀ ਬਹੁਤ ਮਹੱਤਵਪੂਰਨ ਕਿਰਤ ਹੈ ਉਹਨਾਂ ਦੀ, ਜਿਹਦੀ ਪਹਿਲੀ ਕਵਿਤਾ ਜਾਂ ਪਹਿਲਾ ਸ਼ਬਦ ਹੀ ਬਹੁਤ ਕਮਾਲ ਦਾ ਹੈ। ਓਕ ਪਹਿਲਾ ਭਾਂਡਾ, ਤੇ ਨੂੰ ਜਾਂਦਾ ਰਾਹ, ਨਦੀ ਦਾ ਆਲਣਾ, ਭਾਈ ਕਨਈਏ ਨੂੰ ਦੀਂਦਾ ਹਰ ਮੁਖ ਗੁਰੂ ਦਾ, ਕੀਮਾ ਮਲਕੀ ਦੀ ਗਾਥਾ ਦਾ ਮੰਗਲਾ ਚਰਨ। ਮੈਨੂੰ ਨਹੀਂ ਲੱਗਦਾ ਕਿ ਓਕ ਨੂੰ ਇਸ ਤੋਂ ਪਹਿਲਾਂ ਕਿਸੇ ਬੰਦੇ ਨੇ ਇਹਨਾਂ ਸਾਰੇ ਰੂਪਾਂ ਦੇ ਵਿੱਚ ਦੇਖਿਆ ਹੋਊਗਾ ਕਿ ਓਕ ਕੁਦਰਤ ਵੱਲੋਂ ਦਿੱਤਾ ਬੰਦੇ ਨੂੰ ਪਹਿਲਾ ਭਾਂਡਾ ਹੈ, ਓਕ ਤੇ ਨੂੰ ਜਾਂਦਾ ਰਾਹ ਹੈ, ਓਕ ਭਾਈ ਕਨਈਏ ਨੂੰ ਦੀਂਦਾ ਹਰ ਮੁਖ ਗੁਰੂ ਦਾ, ਤੇ ਓਕ ਕੀਮਾ ਮਲਕੀ ਦੀ ਗਾਥਾ ਦਾ ਮੰਗਲਾ ਚਰਨ। ਕਿੰਨੀ ਵੱਡੀ ਫਿਲਾਸਫੀ ਹੈ ਇਹਨਾਂ 4 ਲਾਈਨਾਂ ਦੇ ਵਿੱਚ। ਉਸ ਤੋਂ ਬਾਅਦ ਗੁਰਪ੍ਰੀਤ ਦੇ ਕਲਾ ਦੇ ਇਹ ਪੱਖ ਨੇ। ਗੁਰਪ੍ਰੀਤ ਦੇ ਹੱਥ ਦੇ ਵਿੱਚ ਜੇ ਬ੍ਰਸ਼ ਆ ਜਾਂਦਾ ਹੈ, ਰੰਗ ਆ ਜਾਂਦੇ ਨੇ, ਤਾਂ ਗੁਰਪ੍ਰੀਤ ਕੁਝ ਹੋਰ ਬਣਦਾ ਹੈ। ਜੇ ਸ਼ਬਦ ਆ ਜਾਂਦੇ ਨੇ, ਕੁਝ ਹੋਰ ਬਣਦਾ ਹੈ। ਜੇ ਕੈਮਰਾ ਆ ਜਾਂਦਾ ਹੈ ਤਾਂ ਗੁਰਪ੍ਰੀਤ ਕੁਝ ਹੋਰ ਬਣਦਾ ਹੈ। ਇਹ ਉਹਦੀ ਕਲਾਕਾਰੀ ਦੇ, ਉਹਦੀ ਚਿੱਤਰਕਾਰੀ ਦੇ ਕੁਝ ਰੰਗ ਨੇ। ਇਹ ਡਿਜੀਟਲ ਫੋਟੋਗ੍ਰਾਫੀ ਦਾ ਇੱਕ ਰੂਪ ਹੈ ਇਧਰਲੇ ਪਾਸੇ। ਇਹ ਵੀ ਗੁਰਪ੍ਰੀਤ ਦੀ ਚਿੱਤਰਕਾਰੀ ਦੇ ਅਲੱਗ-ਅਲੱਗ ਰੂਪ ਨੇ। ਚਿੱਤਰਕਾਰੀ ਦੇ ਰੂਪ ਨੇ, ਫਿਰ ਕੁਝ ਫੋਟੋਗ੍ਰਾਫੀ ਦੇ ਰੂਪ ਨੇ। ਇਸ ਤਰ੍ਹਾਂ ਹੀ ਉਹਨਾਂ ਦੀ ਸਿਰਜਣਾ, ਉਹਨਾਂ ਦੀ ਫੋਟੋਗ੍ਰਾਫੀ, ਉਹਨਾਂ ਦਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਇਹਨਾਂ ਚਿੱਤਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਹੈ। ਸੋ ਇਹ ਕੁਝ ਚੀਜ਼ਾਂ ਸੀ ਜਿਹੜੀਆਂ ਅਸੀਂ ਫੋਟੋ ਦੇ ਰੂਪ ਦੇ ਵਿੱਚ ਦੇਖੀਆਂ। ਹੁਣ ਆਪਾਂ ਗੱਲਾਂ ਕਰਦੇ ਹਾਂ ਗੁਰਪ੍ਰੀਤ ਨਾਲ। ਗੁਰਪ੍ਰੀਤ ਜੀ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਅਧਿਆਪਕ ਬਣਨ ਤੋਂ ਪਹਿਲਾਂ, ਚਿੱਤਰਕਾਰ ਬਣਨ ਤੋਂ ਪਹਿਲਾਂ, ਫੋਟੋਗ੍ਰਾਫਰ ਬਣਨ ਤੋਂ ਪਹਿਲਾਂ ਗੁਰਪ੍ਰੀਤ ਕੀ ਸੀ? ਗੁਰਪ੍ਰੀਤ ਮੇਰੇ ਖਿਆਲ ਸਧਾਰਨ ਬੰਦਾ ਉਹ ਹੁਣ ਵੀ ਫੋਟੋਗ੍ਰਾਫਰ ਤੌਰ ਤੇ ਵੀ ਜੇ ਕਿਤੇ ਫੋਟੋਆਂ ਖਿੱਚਦਾ ਜੀ, ਜਾਂ ਪੇਂਟਿੰਗ ਕਰਦਾ ਜਾਂ ਕਵਿਤਾ ਲਿਖਦਾ। ਔਰ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਤੁਸੀਂ ਇਸ਼ਾਰਾ ਕਰ ਰਹੇ ਹੋ ਮੇਰੇ ਬਚਪਨ ਵੱਲ, ਜਾਂ ਜੀ ਜੀ, ਮੈਂ ਮਤਲਬ ਬਚਪਨ ਮੇਰਾ ਕਿਹੋ ਜਿਹਾ ਸੀ। ਜੀ, ਤਾਂ ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਯਾਦ ਆਉਂਦੀਆਂ ਕਿ ਮੇਰੇ ਇੱਕ ਮਤਲਬ ਥੋੜਾ ਮੈਨੂੰ ਪੈਰ ਦੇ ਇੱਕ ਨੁਕਸ਼ ਦੇ ਬਾਵਜੂਦ ਵੀ ਮੇਰੀ ਖੂਬਸੂਰਤੀ ਇਹ ਰਹੀ ਬਚਪਨ 'ਚ ਵੀ, ਤੇ ਮੈਂ ਹੁਣ ਤੱਕ ਵੀ ਇਹ ਦੇਖਦਾ ਕਿ ਮੈਨੂੰ ਕਦੇ ਉਹਦੀ ਘਾਟ ਜਿਹੜੀ ਆ ਨਹੀਂ ਲੱਗੀ। ਮੈਂ ਆਪਣੇ ਦੋਸਤਾਂ ਨਾਲ ਹਾਕੀ, ਫੁੱਟਬਾਲ ਵੀ ਖੇਡਦਾ ਰਿਹਾ ਬਚਪਨ ਦੇ ਵਿੱਚ, ਸਾਈਕਲ ਵੀ ਦੌੜਾਉਂਦਾ ਰਿਹਾ, ਭੱਜਦਾ ਵੀ ਰਿਹਾ।
ਉਹਨਾਂ ਨਾਲ ਉਹ ਸਾਰੀਆਂ ਸ਼ਰਾਰਤਾਂ ਵੀ ਕਰਦਾ ਰਿਹਾ ਜਿਹੜੀਆਂ ਕਰਦੀਆਂ ਬਣਦੀਆਂ ਉਸ ਵੇਲੇ 'ਚ ਬੱਚੇ ਕਰਦੇ ਆ। ਤੇ ਪਰ ਮੈਂ ਇਹ ਗੱਲ ਦੱਸ ਦਿਆਂ ਕਿ ਬਚਪਨ ਦੇ ਵਿੱਚ ਮੈਨੂੰ ਇਹ ਕਦੇ ਨਹੀਂ ਸੀ ਪਤਾ ਵੀ ਮੈਂ ਕਦੇ ਕੋਈ ਕਵਿਤਾ ਲਿਖੂੰਗਾ ਜਾਂ ਮੈਂ ਕੋਈ ਲੇਖਕ ਹੋਊਂਗਾ, ਮੇਰੀਆਂ ਕਿਤਾਬਾਂ ਹੋਣਗੀਆਂ। ਪਰ ਡਾਕਟਰ ਸਾਹਿਬ ਇਹ ਗੱਲ ਮੈਨੂੰ ਦੱਸਦਿਆਂ ਚੰਗੀ ਵੀ ਲੱਗਦੀ ਹੈ ਕਿ ਚਿੱਤਰਕਾਰ ਮੈਂ ਹੁਣ ਵੀ ਨਹੀਂ, ਮੈਨੂੰ ਲੱਗਦਾ ਕਿ ਮੈਨੂੰ ਪੇਂਟਿੰਗ ਨਹੀਂ ਆਉਂਦੀ, ਪਰ ਮੈਂ ਬਚਪਨ ਦੇ ਵਿੱਚ ਸ਼ੁਰੂ 'ਚ ਪੇਂਟਿੰਗ ਹੀ ਕਰਦਾ ਸੀ। ਕਿਆ ਬਾਤ। ਮੈਂ ਸ਼ਾਇਦ ਹੋਰ ਬਹੁਤ ਸਾਰੇ ਬੱਚੇ ਵੀ ਪੇਂਟਿੰਗ ਕਰਦੇ ਨੇ, ਹੁਣ ਵੀ ਕਰਦੇ ਨੇ। ਔਰ ਉਦੋਂ ਵੀ ਮੈਂ ਉਹਨਾਂ ਵਾਂਗ ਹੀ ਵੀ ਸ਼ਹੀਦ ਭਗਤ ਸਿੰਘ ਨੂੰ ਸਿਰਜ ਲਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਣਾ ਲਈ, ਗੁਰੂ ਗੋਬਿੰਦ ਸਿੰਘ ਨੂੰ ਬਣਾ ਲਿਆ ਔਰ ਇਸ ਤਰ੍ਹਾਂ ਦੀ ਪੇਂਟਿੰਗ ਮੈਂ ਕਰਦਾ ਸੀ। ਤੇ ਮੈਂ ਛੋਟੀ ਜਿਹੀ ਗੱਲ ਦੱਸਦੇ ਹਾਂ ਆਪਣੇ ਬਚਪਨ ਦੀ, ਜਿਹੜੀ ਮੈਂ ਬਾਅਦ ਦੇ ਵਿੱਚ ਤੁਸੀਂ ਉਸ ਕਵਿਤਾ ਨੂੰ ਵੀ ਐਡਿਟ ਕਿਤਾਬ ਜਿਹੜੀ ਤੁਸੀਂ ਕੀਤੀ ਨਾਨਕ ਨੂੰ ਲੈ ਕੇ, ਉਹਦੇ ਵਿੱਚ ਸ਼ਾਮਲ ਹੈ ਕਿ ਮੈਂ ਚਾਨਣੀ ਤੋਂ ਬਾਬਾ ਜੀ ਦੀ ਫੋਟੋ ਜਿਹੜੀ ਹੇਠਾਂ ਕੋਲੇ ਨਾਲ ਬਣਾ ਲਈ ਤੇ ਭੂਆ ਜੀ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਝਿੜਕਿਆ। ਤੇ ਪਰ ਮੈਨੂੰ ਉਦੋਂ ਲੱਗਿਆ ਕਿ ਮੈਂ ਇਹਦਾ ਮਤਲਬ ਇਹ ਹੈ ਕਿ ਮੈਂ ਕਾਪੀ ਕਰ ਲੈਣਾ, ਮੈਨੂੰ ਫੋਟੋ ਬਣਾਉਣੀ ਆਉਂਦੀ ਹੈ। ਤੇ ਪਰ ਉਹੀ ਗੱਲ ਜਿਹੜੀ ਹੈ ਮੈਨੂੰ ਬਹੁਤ ਬਾਅਦ ਚ ਸਮਝ ਆਈ ਕਿ ਨਾਨਕ ਹੋਰਾਂ ਦੀ ਫੋਟੋ ਜੇ ਮੈਂ ਧਰਤੀ ਤੇ ਬਣਾਉਣਾ ਤਾਂ ਇਹ ਮੈਂ ਗੁਨਾਹ ਨਹੀਂ ਕੀਤਾ, ਸਗੋਂ ਉਹ ਨਾਨਕ ਤਾਂ ਧਰਤੀ ਨੂੰ ਵੀ ਪਿਆਰ ਕਰਨ ਵਾਲੇ ਨੇ, ਧਰਤੀ ਜਿੱਡੇ ਨੇ, ਉਹ ਆਕਾਸ਼ ਜਿੱਡੇ ਨੇ, ਉਹ ਸਾਰਾ ਅੱਜ ਜਿਵੇਂ ਵਾਤਾਵਰਣ ਦਿਵਸ ਹੈ ਉਹ ਤਾਂ ਕੱਲੀ ਕੱਲੀ ਗੱਲ ਦੇ ਵਿੱਚ ਰਮੇ ਹੋਏ ਆ ਔਰ ਪੂਰਾ ਬ੍ਰਹਿਮੰਡ ਜਿਹੜਾ ਹੈਗਾ ਉਹਨਾਂ ਦੇ ਵਿੱਚ ਹੈ ਜਾਂ ਉਹ ਸਾਰਿਆਂ ਦੇ ਸਾਰੇ ਬ੍ਰਹਿਮੰਡ ਦੇ ਵਿੱਚ ਨੇ। ਇਹ ਗੱਲ ਮੈਨੂੰ ਬਾਅਦ ਸਮਝ ਆਈ। ਤਾਂ ਮੈਂ ਡਾਕਟਰ ਸਾਹਿਬ ਸਧਾਰਨ ਗੱਲ 'ਚ ਹੈ ਕਿ ਮੈਂ ਸਧਾਰਨ ਜਿਹੇ ਵਿਦਿਆਰਥੀ ਸੀ, ਵਿਦਿਆਰਥੀ ਵੀ ਸਧਾਰਨ ਰਿਹਾ। ਤੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤੁਸੀਂ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ, ਤਾਂ ਮੈਨੂੰ ਅਧਿਆਪਕ ਹੁੰਦਿਆਂ ਵੀ ਆਪਣਾ ਜਿਹੜਾ ਵਿਦਿਆਰਥੀ ਜੀਵਨ ਹੈ ਨਾ ਉਹ ਯਾਦ ਆਉਂਦਾ ਰਹਿੰਦਾ। ਤੇ ਮੈਂ ਆਪਣੇ ਅਧਿਆਪਨ ਨੂੰ ਤੇ ਆਪਣੇ ਅਧਿਆਪਕ ਨੂੰ ਉਸ ਵਿਦਿਆਰਥੀ ਜੀਵਨ ਦੇ ਵਿੱਚ ਬਦਲ ਕੇ ਦੇਖਦਾ ਰਹਿੰਦਾ, ਤਾਂ ਆਪਣੇ ਆਪ ਨੂੰ ਸੁਧਾਰਦਾ ਰਹਿੰਦਾ, ਬੱਚਿਆਂ ਨਾਲ ਉਸ ਤਰ੍ਹਾਂ ਨੇੜੇ ਤੋਂ ਜੁੜਦਾ ਜਿਸ ਤਰ੍ਹਾਂ ਦਾ ਅਨੁਭਵ ਮੇਰਾ ਆਪਣੇ ਵਿਦਿਆਰਥੀ ਲੈਵਲ ਤੇ ਮੈਨੂੰ ਰਿਹਾ ਕਿ ਮੈਂ ਅਧਿਆਪਕਾਂ ਦੇ ਨੇੜੇ ਰਿਹਾ ਜਾਂ ਅਧਿਆਪਕਾਂ ਤੋਂ ਦੂਰ ਰਿਹਾ। ਤਾਂ ਇਸ ਤਰ੍ਹਾਂ ਦਾ ਸ਼ਾਇਦ ਤੁਸੀਂ ਮੇਰਾ ਕੋਲ ਸਵਾਲ ਇਹੀ ਕੀਤਾ ਸੀ, ਪਤਾ ਨਹੀਂ ਮੈਂ ਉੱਤਰ ਜੀ 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 ਬਿਲਕੁਲ 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 ਬਿਲਕੁਲ। ਗੁਰਪ੍ਰੀਤ ਜੀ, ਵੈਸੇ ਤਾਂ ਜਿਹੜੇ ਜਿਹੋ ਜਿਹੇ ਹਾਲਾਤਾਂ ਚੋਂ ਆਪਾਂ ਉੱਠ ਕੇ ਆਏ ਆ ਸਾਰੇ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਸਾਡੇ ਮਾਂ-ਬਾਪ ਨੇ ਕਿਰਤ ਨਾਲ ਜੁੜੇ ਹੋਏ, ਮੈਨੂੰ ਲੱਗਦਾ ਕਿ ਕਿਰਤ ਤੋਂ ਵੱਡੀ ਕੋਈ ਕਵਿਤਾ ਨਹੀਂ ਹੁੰਦੀ। ਇਸ ਕਰਕੇ ਮਾਂ ਜਦੋਂ ਆਪਣੇ ਬੱਚੇ ਨੂੰ ਪਾਲਦੀ ਹੈ ਤਾਂ ਪਤਾ ਨਹੀਂ ਕਿੰਨੀਆਂ ਕਵਿਤਾਵਾਂ ਲਿਖਦੀ ਹੈ ਉਹ ਆਪਣੀਆਂ ਕਿਰਿਆਵਾਂ ਰਾਹੀਂ। ਪਿਤਾ ਜਦੋਂ ਧਰਤੀ ਤੇ ਹਲ ਵਾਹੁੰਦਾ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਸ ਤੋਂ ਡੂੰਘੀ ਕੋਈ ਕਵਿਤਾ ਨਹੀਂ ਹੁੰਦੀ ਹੈਗੀ। ਇਹੋ ਜਿਹੇ ਮਾਹੌਲ ਦੇ ਵਿੱਚੋਂ ਤੁਸੀਂ ਵੀ ਆਏ ਹੋ, ਉੱਥੇ ਉਹਨਾਂ ਕਵਿਤਾਵਾਂ ਦੇ ਨਾਲ ਨਾਲ ਇਹ ਸ਼ਬਦਾਂ ਵਾਲੀਆਂ ਕਵਿਤਾਵਾਂ ਦੇ ਬੀਜ ਕਦੋਂ ਫੁੱਟਣ ਲੱਗੇ ਸੀ ਤੁਹਾਡੇ ਮਨ ਦੇ ਵਿੱਚ? ਸਭ ਇਹ 'ਚ ਕੋਈ ਸ਼ੱਕ ਨਹੀਂ, ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਮਾਂ ਕਿੰਨੀਆਂ ਕਵਿਤਾਵਾਂ ਰਚਦੀ ਔਰ ਪਿਤਾ। ਤੇ ਜੇ ਮੈਂ ਆਪਣੇ ਪਿਤਾ ਦੀ ਗੱਲ ਕਰਦੇ ਹੋਏ, ਮੇਰੇ ਪਿਤਾ ਰਾਜ ਕਾਰੀਗਰ ਨੇ, ਰਾਜ ਮਿਸਤਰੀ ਨੇ। ਓਕੇ। ਔਰ ਜਿਵੇਂ ਤੁਸੀਂ ਕਿਹਾ ਕਿ ਹਲ ਦੀ ਜਿਹੜੀ ਲਕੀਰ ਬਾਹੀ ਹੋਈ ਉਸ ਤੋਂ ਵੱਡੀ ਕੋਈ ਕਵਿਤਾ ਨਹੀਂ ਹੁੰਦੀ। ਤਾਂ ਮੈਂ ਆਪਣੀ ਇੱਕ ਕਵਿਤਾ 'ਚ ਮੈਂ ਪਿਤਾ ਦੇ ਬਹੁਤ ਸਾਰੀਆਂ ਕਵਿਤਾਵਾਂ, ਤੁਸੀਂ ਕਵਿਤਾਵਾਂ ਨਾਲ ਨਾਲ ਸੁਣਾ ਸਕਦੇ ਹੋ ਤੁਹਾਡੇ ਹਾਂਜੀ, ਮਾਂ ਤੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਤਾਂ ਮੈਂ ਇੱਕ ਕਵਿਤਾ 'ਚ ਵੀ ਕਿਹਾ ਕਿ ਜਿਹੜਾ ਆਕਾਸ਼ ਦੀ ਜਿਹੜੀ ਕੈਨਵਸ ਹੈ ਨਾ, ਉਹਦੇ ਤੇ ਸੂਰਜ ਦੀ ਟਿੱਕੀ ਜਿਹੜੀ ਕੋਈ ਪਾਉਂਦਾ, ਉਹ ਕੌਣ ਪਾਉਂਦਾ ਮੈਨੂੰ ਨਹੀਂ ਪਤਾ, ਪਰ ਧਰਤੀ ਦੀ ਕੈਨਵਸ ਤੇ ਮੇਰਾ ਪਿਤਾ ਘਰ ਬਣਾਉਂਦਾ। ਕਿਆ ਬਾਤ। ਤੇ ਮੈਂ ਉਹ ਕਹਿ ਕਿ ਮੇਰਾ ਜਿਹੜਾ ਮੇਰੇ ਪਿਤਾ ਦਾ ਮੁਕਾਬਲਾ ਹੈ ਉਸ ਬੰਦੇ ਨਾਲ ਹੈ ਜਿਹੜਾ ਸੂਰਜ ਪਾਉਂਦਾ ਆਕਾਸ਼। ਸੋ ਮੈਨੂੰ ਲੱਗਦਾ ਕਿ ਕਿਰਤ ਜਿਹੜੀ, ਜਿਵੇਂ ਤੁਸੀਂ ਕਿਹਾ ਕਿ ਕਿਰਤ ਤੋਂ ਵੱਡਾ ਸ਼ਾਇਦ ਹੀ ਕੋਈ ਕਲਾ ਹੋਵੇ। ਕਿਰਤ ਆਪਣੇ ਆਪ ਵਿੱਚ ਕਲਾ ਹੈ ਜਿਹੜੀ ਸਾਡੀ ਰੂਹ ਦੀ ਖੁਰਾਕ ਵੀ ਬਣਦੀ ਹੈ, ਸਾਡੀ ਸਿਹਤ ਲਈ ਵੀ, ਸਾਡੀ ਰੋਜੀ ਰੋਟੀ ਨੂੰ ਵੀ ਤੋੜਦੀ ਹੈ। ਸੋ ਮੈਂ ਪਿਤਾ ਦੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਮੈਂ ਜੇ ਤੁਸੀਂ ਚਾਹੋ ਤਾਂ ਇੱਕ ਕਵਿਤਾ ਪਿਤਾ ਤੇ ਮੇਰੀ ਪਹਿਲੀ ਕਿਤਾਬ ਦੇ ਵਿੱਚ ਹੀ ਉਹ ਸ਼ਾਮਲ ਹੈ। ਉਹਦਾ ਥੋੜਾ ਜਿਹਾ ਸਮਝ ਵੀ ਆਉਂਦਾ। ਉਹਦਾ ਨਾਮ ਮੈਂ ਰੱਖਿਆ ਸੀ ਸਾਹਾਂ ਵਰਗਾ। ਆਪਣੇ ਆਪ ਨੂੰ ਵੇਚ ਆਥਣ ਵੇਲੇ ਪਰਤਦਾ ਘਰ ਬਾਪੂ, ਹੁੰਦਾ ਸਾਲਮ ਦਾ ਸਾਲਮ ਸਾਡੇ ਸਾਰਿਆਂ 'ਚ ਬੈਠਾ। ਆਪਣੇ ਆਪ ਨੂੰ ਵੇਚ ਆਥਣ ਵੇਲੇ ਪਰਤਦਾ ਘਰ ਬਾਪੂ, ਹੁੰਦਾ ਸਾਲਮ ਦਾ ਸਾਲਮ ਸਾਡੇ ਸਾਰਿਆਂ 'ਚ ਬੈਠਾ। ਸ਼ਹਿਰ ਦੀਆਂ ਕਿੰਨੀਆਂ ਹੀ ਇਮਾਰਤਾਂ 'ਚ ਇੱਟ ਇੱਟ ਹੋ ਚਿਣੇ ਜਾਣ ਦੇ ਬਾਅਦ। ਵਾਹ, ਕਿਆ ਬਾਤ, ਬਹੁਤ ਖੂਬਸੂਰਤ। ਕਾਰੀਗਰ ਨੇ ਘਰ ਬਣਾਉਂਦੇ ਆ, ਤਾਂ ਮੈਨੂੰ ਲੱਗਦਾ ਸਾਡੇ 'ਚ ਸ਼ਾਮਲ ਸਾਲਮ ਹੁੰਦੇ ਆ। ਅਜੀਬ ਹੈ ਬਾਪੂ ਦੇ ਸੁਭਾਅ ਦਾ ਰਿਹਾ।
ਅਜੀਬ ਹੈ, ਬਾਪੂ ਦੇ ਸੁਭਾਅ ਦਾ ਦਰਿਆ ਕਈ ਵਾਰ ਉਛਲ ਜਾਂਦਾ ਹੈ ਨਿੱਕੀ ਜਿਹੀ ਕੰਕਰ ਨਾਲ ਹੀ, ਤੇ ਕਈ ਵਾਰ ਬਹਿੰਦਾ ਰਹਿੰਦਾ ਹੈ ਸ਼ਾਂਤ ਅਡੋਲ ਤੂਫਾਨੀ ਰੁੱਤ ਚ ਵੀ। ਹੂੰ ਸਾਡੇ ਲਈ ਬਹੁਤ ਕੁਝ ਹੁੰਦਾ ਹੈ ਬਾਪੂ ਦੀ ਜੇਬ ਚ, ਹਰੇਕ ਚੂਰ ਪੱਤਿਆਂ ਜਿਹਾ ਸਾਹਾਂ ਵਰਗਾ। ਘਰ ਅੱਜ ਕੱਲ ਹੋਰ ਵੀ ਬਹੁਤ ਕੁਝ ਲੱਗਦਾ ਬਾਪੂ ਨੂੰ। ਬਾਪੂ ਤਾਂ ਬਾਪੂ ਹੈ, ਕੋਈ ਅਦਾਕਾਰ ਨਹੀਂ। ਹੂੰ ਸਾਡੇ ਸਾਹਮਣੇ ਜ਼ਾਹਰ ਹੋ ਹੀ ਜਾਂਦੀ ਇਹ ਗੱਲ ਕਿ ਬਾਜ਼ਾਰ 'ਚ ਘਟਦੀ ਜਾ ਰਹੀ ਹੈ ਉਹਨਾਂ ਦੀ ਕੀਮਤ। ਹੂੰ ਬਾਪੂ ਨੂੰ ਚਿੰਤਾ ਮਾਂ ਦੇ ਸੁਪਨਿਆਂ ਦੀ, ਸਾਡੇ ਚਾਵਾਂ ਦੀ, ਤੇ ਸਾਨੂੰ ਚਿੰਤਾ ਬਾਪੂ ਦੀ ਦਿਨੋਂ ਦਿਨ ਘਟਦੀ ਕੀਮਤ। ਵਾਹ। ਸੋ ਇਹ ਪਹਿਲੀ ਮੇਰੀ ਕਿਤਾਬ ਜਿਹੜੀ 1996 ਚ ਛਪੀ ਡਾਕਟਰ ਸਾਹਿਬ ਸ਼ਬਦਾਂ ਦੀ ਮਰਜ਼ੀ, ਉਹਦੇ ਚ ਸ਼ਾਮਲ ਸੀ। ਹੂੰ ਤੇ ਓਕ ਤੱਕ ਈਵਨ ਜਿਹੜੀ ਮੇਰੀ ਨਵੀਂ ਕਿਤਾਬ ਆ ਰਹੀ ਹੈ ਉਹਦੇ ਵਿੱਚ ਵੀ ਮਤਲਬ ਹਰ ਕਿਤਾਬ ਦੇ ਵਿੱਚ 2-3 ਕਵਿਤਾਵਾਂ ਮੇਰਾ ਆਪਣੇ ਬਾਪੂ ਦੇ ਮਿੱਥੋਂ ਲਿਖੀਆਂ ਗਈਆਂ। ਹੂੰ ਤਾਂ ਮੈਨੂੰ ਚੰਗਾ ਲੱਗਦਾ ਕਿ ਬਾਪੂ, ਮੇਰੀ ਮਾਂ, ਜਿਵੇਂ ਤੁਸੀਂ ਗੱਲ ਕੀਤੀ ਕਿ ਮੇਰੇ ਬੱਚੇ, ਮੇਰੀ ਪਤਨੀ, ਮੇਰਾ ਆਲਾ ਦੁਆਲਾ, ਉਹ ਸਾਰਾ ਮੇਰੀ ਕਵਿਤਾਵਾਂ 'ਚ ਆਉਂਦਾ ਹੈ। ਤੇ ਮੈਂ ਇਹੀ ਕਹਿਣਾ ਹੁੰਦਾ ਕਿ ਮੈਂ ਤਾਂ ਇਹਨਾਂ ਨਾਲ ਹੀ ਜਿਉਣਾ, ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਜਿਉਣਾ। ਵੱਡੀਆਂ ਗੱਲਾਂ ਨਾ ਮੈਨੂੰ ਆਉਂਦੀਆਂ ਤੇ ਨਾ ਹੀ ਮੈਂ ਉਹਨਾਂ ਨਾਲ ਜਿਉਣਾ। ਮੈਂ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਜਿਉਣ ਵਾਲਾ ਬੰਦਾ। ਇਹੀ ਆਪਣੇ ਆਪ 'ਚ ਖੂਬਸੂਰਤੀ ਹੈ ਕਿ ਅਸੀਂ ਛੋਟੀਆਂ ਚੀਜ਼ਾਂ ਦੇ ਵਿੱਚ ਜਿਉਂਦੇ ਹਾਂ ਤੇ ਛੋਟੀਆਂ ਚੀਜ਼ਾਂ ਦੇ ਵਿੱਚੋਂ ਵੱਡੇ ਅਰਥ ਲੱਭਦੇ ਹਾਂ। ਚੀਜ਼ਾਂ ਕਦੇ ਵੀ ਛੋਟੀਆਂ ਨਹੀਂ ਹੁੰਦੀਆਂ ਹੈਗੀਆਂ। ਅਸਲ ਦੇ ਵਿੱਚ ਇਹੀ ਸਾਡੀ ਸਿਮ ਹੈ, ਖਾਸ ਤੌਰ ਤੇ ਭਾਰਤੀ ਸਮਾਜ ਦੀ ਇਹ ਬਹੁਤ ਵੱਡੀ ਸਿਮ ਹੈ। ਸਾਨੂੰ ਬੰਦੇ ਵੀ ਛੋਟੇ ਛੋਟੇ ਲੱਗਣ ਲੱਗ ਜਾਂਦੇ ਨੇ, ਕਿੱਤੇ ਵੀ ਛੋਟੇ ਛੋਟੇ ਲੱਗਣ ਲੱਗ ਜਾਂਦੇ ਨੇ, ਚੀਜ਼ਾਂ ਵੀ ਛੋਟੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ, ਜਦੋਂ ਕਿ ਹਰ ਛੋਟੀ ਤੋਂ ਛੋਟੀ ਚੀਜ਼ ਦੇ ਵੱਡੇ ਤੋਂ ਵੱਡੇ ਅਰਥ ਹੋ ਸਕਦੇ ਨੇ, ਬਸ਼ਰਤੇ ਕਿ ਸਾਨੂੰ ਲੱਭਣੇ ਆਉਣ। ਗੁਰਪ੍ਰੀਤ, ਤੁਹਾਡੇ ਅੰਦਰ ਕਈ ਸਾਰੀਆਂ ਨਦੀਆਂ ਦਰਿਆ ਵਗਦੇ ਨੇ। ਇੱਕ ਪੇਂਟਿੰਗ ਦਾ, ਚਿੱਤਰਕਲਾ ਦਾ ਦਰਿਆ ਹੈ। ਜਿਵੇਂ ਮੈਂ ਕਹਿਣਾ, ਚਿੱਤਰਕਲਾ ਤੇ ਫੋਟੋਗ੍ਰਾਫੀ ਦਾ ਦੋਨਾਂ ਦਾ ਸੰਬੰਧ ਚਿੱਤਰਾਂ ਨਾਲ ਹੈ, ਤੇ ਦੂਜੇ ਪਾਸੇ ਕਵਿਤਾ ਹੈ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਹ ਦਰਿਆ ਵੱਖਰੋ ਵੱਖਰੇ ਚੱਲਦੇ ਨੇ ਕਿ ਕਈ ਵਾਰੀ ਐਂ ਵੀ ਹੁੰਦਾ ਕਿ ਸ਼ਬਦਾਂ ਤੋਂ ਚਿੱਤਰ ਬਣ ਜਾਂਦਾ ਹੈ ਤੇ ਚਿੱਤਰਾਂ ਤੋਂ ਕਵਿਤਾ ਲਿਖੀ ਜਾਂਦੀ ਹੈ? ਵੈਸੇ ਤਾਂ ਕਿਉਂਕਿ ਇਹ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਵੱਖੋ ਵੱਖਰੀਆਂ ਸਿਰਫਾਂ ਨੇ, ਧਾਵਾਂ ਨੇ, ਔਰ ਪਰ ਇਹ ਬਹੁਤ ਵਾਰ ਹੋ ਜਾਂਦਾ ਕਿ ਤੁਸੀਂ ਕੋਈ ਦ੍ਰਿਸ਼ ਦੇਖਦੇ ਹੋ, ਕੋਈ ਸ਼ਬਦ ਸੁਣਦੇ ਹੋ, ਉਹਦੇ ਤੋਂ ਤੁਹਾਡੀ ਕਵਿਤਾ ਲਿਖੀ ਜਾਂਦੀ ਹੈ। ਔਰ ਬਹੁਤ ਵਾਰ ਤੁਸੀਂ ਕੋਈ ਦ੍ਰਿਸ਼ ਦੇਖਦੇ ਹੋ, ਉਹ ਤੁਹਾਡਾ ਖਿੱਚਣ ਨੂੰ ਜੀ ਕਰਦਾ। ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਫਰੇਮ 'ਚ ਹੀ ਦਿੰਦੀਆਂ। ਮਤਲਬ ਮੈਨੂੰ ਜਿਵੇਂ ਕਹਾਂ ਕਿ ਮੇਰੇ ਸੁਭਾਅ ਦਾ ਹੀ ਤਿੰਨੇ ਚੀਜ਼ਾਂ ਨੇ, ਕਵਿਤਾ ਵੀ, ਪੇਂਟਿੰਗ ਵੀ ਤੇ ਫੋਟੋਗ੍ਰਾਫੀ ਵੀ। ਤਾਂ ਮੈਨੂੰ ਦੇਖਣ ਵੇਲੇ ਚੀਜ਼ਾਂ ਫਰੇਮ 'ਚ ਦਿੰਦੀਆਂ ਬਹੁਤ ਵਾਰੀ, ਲਿਖਣ ਵੇਲੇ ਉਹ, ਬੋਲਣ ਵੇਲੇ ਸ਼ਾਇਦ ਉਹ ਕਵਿਤਾ 'ਚ ਢਲ ਜਾਂਦੀਆਂ, ਔਰ ਰੰਗਾਂ 'ਚ ਆ ਕੇ ਉਹ ਸ਼ਾਇਦ ਪੇਂਟਿੰਗ ਬਣ ਜਾਂਦੀ ਹੈ। ਤਾਂ ਤਿੰਨੇ ਕਦੇ ਕਦੇ ਇੱਕ ਦੂਸਰੇ ਦਾ ਪੂਰਕ ਵੀ ਹੋ ਜਾਂਦੀਆਂ, ਪਰ ਤਿੰਨੇ ਵੱਖੋ ਵੱਖਰੀਆਂ ਚੱਲਦੀਆਂ। ਤੇ ਪੇਂਟਿੰਗ ਦੇ ਮਾਮਲੇ 'ਚ ਮੈਨੂੰ ਜਿਹੜਾ ਹੈ ਖਾਸ ਤੌਰ ਤੇ ਕਲਾ ਦੇ ਮਾਮਲੇ 'ਚ ਪਤਾ ਨਹੀਂ, ਮੇਰੇ ਕੋਈ ਸੁਭਾਅ ਦੀ ਖੂਬੀ ਖਾਮੀ ਮੈਨੂੰ ਨਹੀਂ ਪਤਾ ਕੀ ਹੈ ਅਸਲ, ਕਿ ਮੈਨੂੰ ਜਿਹੜੀਆਂ ਚੀਜ਼ਾਂ ਬੁੱਝ ਰਹਿੰਦੀਆਂ, ਜਿਹੜੀਆਂ ਮੈਂ ਬੁੱਝ ਕੇ ਵੀ ਮੈਨੂੰ ਲੱਗੇ ਕਿ ਅਜੇ ਮੈਂ ਕੁਝ ਹੋਰ ਜਾਣ ਸਕਦਾ ਇਸ ਤੋਂ, ਅਜੇ ਮੈਂ ਹੋਰ ਜਾ ਸਕਦਾ ਇਹਦੇ ਅੰਦਰ, ਅਜੇ ਮੈਂ ਹੋਰ ਕੁਝ ਲੱਭ ਸਕਦਾ, ਮੈਨੂੰ ਉਹ ਚੰਗੀਆਂ ਲੱਗਦੀਆਂ। ਪੜ੍ਹਨ ਦੇ ਮਾਮਲੇ 'ਚ ਵੀ, ਲਿਖਣ ਦੇ ਮਾਮਲੇ ਵਿੱਚ ਵੀ, ਪੇਂਟ ਕਰਨ ਦੇ ਮਾਮਲੇ ਵਿੱਚ ਵੀ, ਤੇ ਫੋਟੋ ਖਿੱਚਣ ਦੇ ਮਾਮਲੇ 'ਚ ਵੀ, ਮਤਲਬ ਦੇਖਣ 'ਚ ਵੀ ਤੇ ਸੁਣਨ 'ਚ ਵੀ, ਪੜ੍ਹਨ 'ਚ ਵੀ ਮੈਨੂੰ ਇਹ ਚੀਜ਼ਾਂ ਮਤਲਬ ਭਾਉਂਦੀਆਂ ਹਮੇਸ਼ਾ, ਜਿਨ੍ਹਾਂ 'ਚ ਮੇਰੇ ਲਈ ਕੁਝ ਬਚਿਆ ਰਹੇ ਹੋਰ। ਤੇ ਸੋ ਇਹ ਇੰਨੀਆਂ ਮਤਲਬ ਮੈਨੂੰ ਲੱਗਦਾ ਤਿੰਨਾਂ ਚੀਜ਼ਾਂ ਦਾ ਵੱਖੋ ਵੱਖਰਾ ਸੁਭਾਅ, ਵੱਖੋ ਵੱਖਰੇ ਗੱਲਾਂ ਨੇ, ਤੇ ਕਦੇ ਕਦੇ ਇੱਕ ਦੂਜੀ ਨਾਲ ਇੱਕ ਹੋ ਜਾਂਦੀ ਜੀ। ਹੁਣ ਆਪਾਂ ਤੁਹਾਡੇ ਅਧਿਆਪਨ ਵੱਲ ਆਉਂਦੇ ਹਾਂ। ਸ਼ਾਇਦ ਗੁਰਪ੍ਰੀਤ ਜਦੋਂ ਅਧਿਆਪਕ ਗੁਰਪ੍ਰੀਤ ਬਣ ਜਾਂਦਾ ਹੈ ਤਾਂ ਉਦੋਂ ਵੀ ਉਹ ਆਪਣੇ ਆਪ ਤੱਕ ਸੀਮਿਤ ਰਹਿੰਦਾ ਹੈ ਜਾਂ ਵਿਦਿਆਰਥੀਆਂ ਦੇ ਅੰਦਰ ਵੀ ਉਤਰ ਜਾਂਦਾ ਹੈ? ਇਹਦੇ ਬਾਰੇ ਤੁਹਾਡਾ ਕੀ ਤਜਰਬਾ ਹੈ? ਇਹ ਮੇਰਾ ਖਿਆਲ ਉਹੀ ਇਹ ਗੱਲ ਹੈ ਕਿ ਗੁਰਪ੍ਰੀਤ ਜਿਹੜਾ ਉਹ ਜੇ ਉਹਦੇ ਸੁਭਾਅ ਦਾ ਹਿੱਸਾ ਉਹਦੀ ਕਵਿਤਾ ਹੈ ਜਾਂ ਪੇਂਟਿੰਗ ਹੈ ਜਾਂ ਫੋਟੋਗ੍ਰਾਫੀ ਹੈ, ਤਾਂ ਮੇਰਾ ਖਿਆਲ ਹੈ ਉਹ ਜਦੋਂ ਅਧਿਆਪਕ ਹੈ ਉਦੋਂ ਵੀ ਤਿੰਨੇ ਚੀਜ਼ਾਂ ਉਹਦੇ ਨਾਲ ਰਹਿੰਦੀ ਹੈ। ਔਰ ਇਹ ਜੇ ਬਹੁਤ ਸਾਰੀਆਂ ਉਦਾਹਰਨਾਂ ਨਾਲ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਰਹਿੰਦਾ ਕਿ ਮੈਂ ਆਮ ਅਧਿਆਪਕ ਵੀ ਹਾਂ, ਆਮ ਅਧਿਆਪਕਾਂ ਵਾਲੀਆਂ ਸਾਰਾ ਕੁਝ ਉਹ ਵੀ ਮੇਰੇ ਸ਼ਾਮਲ ਹੈ, ਪਰ ਕਿਤੇ ਕਿਤੇ ਜਾ ਕੇ ਮੈਂ ਉਹਨਾਂ ਤੋਂ ਵੱਖਰਾ ਵੀ ਹੁੰਦਾ। ਔਰ ਉਹ ਵੱਖਰਾ ਹੋਣਾ ਹੀ ਮੇਰਾ ਸ਼ਾਇਦ ਉਹ ਇਸੇ ਕਰਕੇ ਹੈ ਕਿ ਮੇਰੇ ਕੋਲ ਕਵਿਤਾ, ਮੈਂ ਕਵਿਤਾ ਪੜ੍ਹਨ ਲਿਖਣ ਵਾਲਾ, ਮੈਂ ਪੇਂਟਿੰਗ ਦੇਖਣ ਵਾਲਾ, ਬਣਾਉਣ ਵਾਲਾ ਜਾਂ ਫੋਟੋਗ੍ਰਾਫੀ ਨੂੰ ਸਮਝਣ ਵਾਲਾ। ਤਾਂ ਇਹ ਹੈਗੀ ਆ ਗੱਲ ਕਿ
ਇਹ ਤਿੰਨੇ ਚੀਜ਼ਾਂ ਮੈਨੂੰ ਇੱਕ ਅਧਿਆਪਕ ਦੇ ਤੌਰ ਤੇ ਵੀ ਵੱਖਰਾ ਕਰਦੀਆਂ। ਜਿਵੇਂ ਮੈਂ ਉਹ ਗੱਲ ਕੀਤੀ ਮੇਰੀ ਕਵਿਤਾ 'ਚ ਵੀ ਆਉਂਦੀ ਹੈ ਕਿ ਮੈਂ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਜਦੋਂ ਪੜ੍ਹਾਉਣਾ ਤਾਂ ਮੈਂ ਇਹ ਕਹਿਣਾ ਕਿ ਅਸਲ 'ਚ ਮੈਂ ਵਿਦਿਆਰਥੀਆਂ ਨੂੰ ਪੜ੍ਹਦਾ। ਕੀ ਬਾਤ। ਮਤਲਬ ਮੈਂ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਬੈਠਾ ਦੇਖਦਾ ਔਰ ਜਦੋਂ ਮੈਂ ਉਹਨਾਂ ਵਿੱਚ ਬੈਠਾ ਦੇਖਦਾ ਤਾਂ ਇਹਦਾ ਅਰਥ ਇਹ ਬਣਦਾ ਕਿ ਮੈਂ ਉਹਨਾਂ ਤੋਂ ਵੱਖਰਾ ਨਹੀਂ ਹੋਣਾ ਚਾਹੁੰਦਾ, ਮੈਂ ਉਹਨਾਂ ਦੇ ਨਾਲ ਇੱਕਮਿਕ ਹੋਣਾ ਚਾਹੁੰਦਾ ਔਰ ਉਹਨਾਂ ਨੂੰ ਵੱਧ ਮੌਕਾ ਦੇਣਾ ਚਾਹੁੰਦਾ ਕਿ ਉਹ ਮੈਨੂੰ ਕੁਝ ਦੱਸਣ ਬਜਾਏ ਇਸ ਕਿ ਮੈਂ ਉਹਨਾਂ ਨੂੰ ਦੱਸਾਂ। ਤਾਂ ਮੇਰੀ ਕਵਿਤਾ ਵੀ ਹੈ, ਮੈਂ ਜੇ ਤੁਸੀਂ ਚਾਹੋ ਤਾਂ ਮੇਰੇ ਕੋਲ ਪੜ੍ਹਨ ਆਉਂਦੇ ਬੱਚੇ। ਵਿਦਿਆਰਥੀਆਂ ਬਾਰੇ ਮੈਨੂੰ ਸਾਨੂੰ ਇੱਕ ਦੋ ਕਵਿਤਾਵਾਂ ਜ਼ਰੂਰ ਸੁਣਾਓ ਜੀ। ਮੈਂ ਨਾ ਉਹ ਕਵਿਤਾ ਮੈਂ ਉਹਦੇ ਵਿੱਚੋਂ ਲੰਬੀ ਕਵਿਤਾ ਹੈ ਡਾਕਟਰ ਸਾਹਿਬ, ਮੈਂ ਕੁਝ ਹਿੱਸੇ ਉਹਦੇ ਵਿੱਚੋਂ ਸੁਣਾਉਣਾ। ਕਵਿਤਾ ਦਾ ਨਾਮ ਹੈ ਮੇਰੇ ਕੋਲ ਪੜ੍ਹਨ ਆਉਂਦੇ ਬੱਚੇ। ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ਕਿੰਨੇ ਭੋਲੇ ਸਿੱਧੇ ਸਾਦੇ ਆਪਣੇ ਵਰਗੇ ਆ, ਨਹੀਂ ਇਹਨਾਂ ਕੋਲ ਕੋਈ ਸਲੀਕਾ ਸਲੂਟ ਮਾਫ ਕਰਨਾ ਧੰਨਵਾਦ, ਉਹ ਮੂੰਹ ਫੱਟ ਨੇ, ਜਿਵੇਂ ਜੀ ਆਵੇ ਬੋਲਦੇ ਨੇ, ਗਾਲਾਂ ਕੱਢਦੇ ਨੇ, ਤੁਰਦੇ ਨੇ ਪੱਥਰਾਂ ਨੂੰ ਠੁੱਡੇ ਮਾਰਦੇ, ਖੇਡਦੇ ਨੇ ਨਸੀਬਾਂ ਦੀ ਗੇਮ ਦਾ ਕੈਚ ਛੱਡਦੇ, ਲੜਦੇ ਨੇ ਗਲਮੇ 'ਚ ਹੱਥ ਪਾ ਲੈਂਦੇ, ਪਿਆਰ ਕਰਨ ਦਾ ਇਹੋ ਢੰਗ ਉਹਨਾਂ ਦਾ। ਕੀ ਬਾਤ। ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦਾ ਰਹਿ ਰਹਿ ਕੇ ਮੋਹ ਕਿਉਂ ਆ ਰਿਹਾ ਹੈ ਮੈਨੂੰ ਅੱਜ। ਵਿੱਚੋਂ ਤੁਹਾਨੂੰ ਇਹਦੇ ਛੋਟੇ ਸੁਣਾਉਣਾ। ਮੇਰੇ ਕੋਲ ਪੜ੍ਹਨ ਆਉਂਦੇ ਬੱਚੇ ਜਾਣਨ ਕਿੰਨਾ ਕੁਝ ਮੇਰੇ ਨਾਲੋਂ ਵੱਧ, ਫਿਰ ਵੀ ਸੁਣਦੇ ਰਹਿਣ ਚੁੱਪਚਾਪ ਮੈਨੂੰ, ਜਿਵੇਂ ਕਿਤੇ ਬੈਠਾ ਹੋਵਾਂ ਮੈਂ ਵੀ ਵਿਚਕਾਰ ਇਹਨਾਂ ਦੇ, ਅਕਸਰ ਪੜ੍ਹਾਉਂਦਿਆਂ ਲੱਗਦਾ ਮੈਨੂੰ ਮੈਂ ਸਿੱਖਦਾ ਇਹਨਾਂ ਤੋਂ। ਕੀ ਬਾਤ। ਚਾਹਾਂ ਦੋਸਤਾਂ ਵਾਂਗ ਤੁਰਾਂ ਮੋਢਿਆਂ ਦੁਆਲੇ ਹੱਥ ਪਾ ਆਪਣੇ ਵਿਦਿਆਰਥੀਆਂ ਨਾਲ, ਪਰ ਮੈਂ ਖਿੱਚ ਜਾਂਦਾ ਅਕਸਰ ਇਹਨਾਂ ਤੋਂ। ਮੇਰੀ ਇਹ ਖਿੱਚ ਕਿਸ ਵਾਸਤੇ ਹੈ? ਜੇ ਲੱਤ ਮੁੱਕੀ ਹੁੰਦੇ ਇੱਕ ਦੂਜੇ ਦੀ ਮਾਂ ਭੈਣ ਇੱਕ ਕਰਦੇ, ਬੈਂਚਾਂ ਉੱਪਰ ਨੱਚਦੇ, ਕੁਚੜੀਆਂ ਕੂਣੀਆਂ ਗਿੱਟੇ ਗੋਡਿਆਂ ਦੇ ਜ਼ਖਮਾਂ ਨੂੰ ਪੱਟੀ ਨਾ ਬੰਨ੍ਹਦੇ, ਇਹਦੇ 'ਚ ਇਹਨਾਂ ਦਾ ਕੀ ਕਸੂਰ? ਮੈਂ ਕਿਸ ਤੋਂ ਡਰਦਾ ਹਾਂ? ਭਾਸ਼ਣ ਦਿੰਦਾ ਹਾਂ। ਮੈਂ ਕਿਸ ਤੋਂ ਡਰਦਾ ਹਾਂ? ਭਾਸ਼ਣ ਦਿੰਦਾ ਹਾਂ। ਚੁੱਪ ਹੋ ਜਾਂਦੇ ਜਿਵੇਂ ਕਦੇ ਬੋਲੇ ਹੀ ਨਾ ਹੋਣ, ਸੁਣਦੇ ਮੈਨੂੰ। ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦੇ ਸੁਪਨੇ ਕਿੰਨੇ ਸਾਫ਼ ਦਿਸਦੇ, ਮੱਥਿਆਂ 'ਚ ਵੱਜਦੇ, ਸਿਰ ਪਾੜ ਦਿੰਦੇ। ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦੇ ਸੁਪਨੇ ਕਿੰਨੇ ਸਾਫ਼ ਦਿਸਦੇ, ਮੱਥਿਆਂ 'ਚ ਵੱਜਦੇ, ਸਿਰ ਪਾੜ ਦਿੰਦੇ। ਅਸਲ 'ਚ ਅਜੇ ਤੱਕ ਨਹੀਂ ਬਣੀ ਕੋਈ ਖੁਰਦ ਵੀ ਜੋ ਦੇਖ ਸਕੇ ਮੇਰੇ ਕੋਲ ਪੜ੍ਹਨ ਆਉਂਦੇ ਬੱਚਿਆਂ ਦੇ ਸੁਪਨੇ। ਕੀ ਬਾਤ। ਕੀ ਬਾਤ। ਸੱਚਮੁੱਚ ਉਹ ਖੁਰਦਬੀਨ ਨਹੀਂ ਤੱਕ। ਇਸ ਦੇ ਨਾਲ ਹੀ ਜੁੜਿਆ ਮੇਰਾ ਅਗਲਾ ਸਵਾਲ ਹੈ ਕਿ ਜਿਹੜਾ ਬੱਚਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਕੁਦਰਤ ਵੱਲੋਂ ਸਿਰਜੀ ਖੂਬਸੂਰਤ ਕਵਿਤਾ ਹੁੰਦੀ ਹੈ, ਪਰ ਇਹ ਵਿਵਸਥਾ ਹੈ ਜਿਹੜੀ ਉਹਨਾਂ ਨੂੰ ਜਾਂ ਤਾਂ ਖੰਗਰ ਬਣਾ ਦਿੰਦੀ ਹੈ ਤੇ ਜਾਂ ਫਿਰ ਪਿੱਲੀਆਂ ਇੱਟਾਂ ਬਣਾ ਦਿੰਦੀ ਹੈ। ਤੁਸੀਂ ਇੱਕ ਸ਼ਾਇਰ ਹੋ, ਤੁਹਾਡੀ ਸਿਰਜਣਾ ਨੇ ਕਿੰਨੇ ਕੁ ਬੱਚਿਆਂ ਨੂੰ ਦੁਬਾਰਾ ਕਵਿਤਾ ਬਣਾਇਆ ਹੈ? ਕਿੰਨੇ ਕੁ ਬੱਚਿਆਂ ਦੇ ਅੰਦਰ ਤੁਸੀਂ ਦੇਖਦੇ ਹੋ ਕਿ ਮੇਰੇ ਵਰਗਾ ਕੁਝ ਪੈਦਾ ਹੋ ਗਿਆ? ਡਾਕਟਰ ਸਾਹਿਬ, ਇਸ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਹੈ ਕਿ ਮੈਂ ਤੁਹਾਨੂੰ ਮਤਲਬ ਸਲਾਮ ਕਰਦਾ, ਬਹੁਤ ਵਾਰੀ ਅੱਜ ਸਾਰਿਆਂ ਦੇ ਸਾਹਮਣੇ ਹੀ ਕਰਦਾ ਜੀ, ਕਿ ਇਹ ਤੁਸੀਂ ਜਿਹੜਾ ਡਾਕਟਰ ਕੁਲਦੀਪ ਦੀਪ ਨੇ ਮਤਲਬ ਆਪਣੇ ਵਰਗੇ ਵਿਦਿਆਰਥੀ ਬਣਾਏ ਹੈ, ਮੇਰਾ ਖਿਆਲ ਤੁਸੀਂ ਪਹਿਲੇ ਹੋ, ਅਜਿਹਾ ਕੋਈ ਹੋਰ ਨਹੀਂ ਹੈ। ਥੈਂਕ ਯੂ। ਤੇ ਇਹ ਗੱਲ ਮੈਂ ਬਹੁਤ ਸਾਰੇ ਦੋਸਤਾਂ ਨਾਲ ਕਰਦਾ ਰਹਿਣਾ ਤੁਹਾਡੇ ਬਾਰੇ ਵਿੱਚ। ਬੇਸ਼ੱਕ ਬਹੁਤੀਆਂ ਐਸੀਆਂ ਗੱਲਾਂ ਵੀ ਕਰਦਾ ਰਹਾ ਕਿ ਡਾਕਟਰ ਕੁਲਦੀਪ ਕਿਆ ਹੈ, ਠੀਕ ਹੈ, ਤਾਂ ਪਰ ਇਹ ਗੱਲ ਮੈਂ ਸਲਾਮ ਕਰਦਾ। ਤੇ ਮੈਂ ਇਹਦੇ ਨਾਲ ਇਹ ਦੱਸਦਾ ਕਿ ਸੱਚਮੁੱਚ ਮਤਲਬ ਮੈਂ ਇਸ ਤਰ੍ਹਾਂ ਦੇ ਬੱਚੇ ਬਹੁਤੇ ਜਿਹੜਾ ਨਹੀਂ ਬਣਾ ਸਕਿਆ, ਮੇਰੇ ਵਿਦਿਆਰਥੀ ਬਹੁਤੇ ਇਸ ਤਰ੍ਹਾਂ ਦੇ ਨਹੀਂ ਹੈ ਜਿਹੜੇ ਕਵਿਤਾ ਲਿਖਣ ਲੱਗ ਗਏ ਹੋਣ, ਪਰ ਮੈਨੂੰ ਇਹ ਜ਼ਰੂਰ ਪਤਾ ਕਿ ਮੈਂ ਆਪਣੇ ਮਤਲਬ 20-25 ਸਾਲਾਂ ਦੇ ਸਫ਼ਰ 'ਚ ਬਹੁਤ ਸਾਰੇ ਬੱਚੇ ਐਸੇ ਆਏ ਜਿਹਨਾਂ ਕੋਲੇ ਪਹਿਲਾਂ ਹੀ ਇਹ ਪਰਤਵਾ ਸੀਗੀ, ਔਰ ਮੈਂ ਮੰਨਦਾ ਵੀ ਹਾਂ ਕਿ ਤੁਸੀਂ ਬਣਾ ਨਹੀਂ ਸਕਦੇ, ਤੁਸੀਂ ਉਸ ਨੂੰ ਸੰਭਾਲ ਸਕਦੇ ਹੋ, ਤੁਸੀਂ ਉਸ ਨੂੰ ਤਰਾਸ਼ ਸਕਦੇ ਹੋ। ਬਿਲਕੁਲ। ਤਾਂ ਉਹ ਕੁਝ ਬੱਚੇ ਜਿਹੜੇ ਆ ਮੇਰੇ ਹਿੱਸੇ 'ਚ ਵੀ ਆਏ, ਜਿਨ੍ਹਾਂ ਵਿੱਚੋਂ ਇੱਕ ਤੁਸੀਂ ਜਾਣਦੇ ਹੋ ਜਗਦੀਪ ਜਵਾੜਕੇ।
ਬਿਲਕੁਲ ਬਿਲਕੁਲ ਬਿਲਕੁਲ। ਜਗਦੀਪ ਜਵਾਰ ਕੇ ਉਹ ਵਿਦਿਆਰਥੀ ਹੈ, ਮਤਲਬ ਜਿਹੜਾ ਮੈਨੂੰ ਪਹਿਲੇ ਦਿਨ ਹੀ ਲੱਗ ਗਿਆ ਸੀ। ਮੈਂ ਇੱਕ ਛੋਟੀ ਜਿਹੀ ਵਰਕਸ਼ਾਪ ਕੀਤੀ ਸਕੂਲ 'ਚ, ਡਾਕਟਰ ਢਿੱਲੋਂ ਪ੍ਰਿੰਸੀਪਲ ਹੁੰਦੇ ਸੀ, ਮਤਲਬ ਤਾਂ ਉਹਨਾਂ ਨੇ ਮੈਨੂੰ ਅਜਿਹੇ ਮੌਕੇ ਦਿੱਤੇ। ਤਾਂ ਉੱਥੇ ਮੈਨੂੰ ਪਹਿਲੇ ਦਿਨ ਹੀ ਜਦੋਂ ਮੈਂ ਬੱਚਿਆਂ ਨੂੰ ਕਿਹਾ, ਇੱਥੋਂ ਆਪਾਂ ਇਹ ਗੱਲਾਂ ਵੀ ਕੱਢ ਸਕਦੇ ਹਾਂ ਕਿ ਵਿਦਿਆਰਥੀਓ ਤੁਸੀਂ ਡਾਇਰੀ ਲਿਖਣੀ ਹੈ, ਆਪਣੇ ਬਾਰੇ 'ਚ ਲਿਖਣਾ। ਮੇਰਾ ਖਿਆਲ ਮੈਂ ਇੱਥੋਂ ਇਹ ਗੱਲਾਂ ਬੱਚਿਆਂ ਨਾਲ ਅਕਸਰ ਕਰਦਾ ਕਿ ਤੁਸੀਂ ਡਾਇਰੀ ਲਿਖ ਕੇ ਲਿਆਓ, ਛੁੱਟੀਆਂ ਦੇ ਕੰਮਾਂ 'ਚ ਵੀ, ਉਂਝ ਵੀ, ਰੂਟੀਨ 'ਚ ਵੀ, ਜਦੋਂ ਕਿਤੇ ਮੈਨੂੰ ਮੌਕਾ ਮਿਲੇ। ਤਾਂ ਉਹ ਵਿਦਿਆਰਥੀ ਜਿਹੜੇ ਡਾਇਰੀ ਲਿਖ ਕੇ ਲੈ ਕੇ ਆਇਆ ਆਪਣੇ ਘਰ ਬਾਰੇ 'ਚ ਉਸ ਦਿਨ ਦੀ, ਤਾਂ ਮੈਂ ਉਸ ਦਿਨ ਹੀ ਮੈਨੂੰ ਲੱਗਿਆ ਕਿ ਇਹ ਵਿਦਿਆਰਥੀ ਮਤਲਬ ਉਹ ਵਿਦਿਆਰਥੀ ਹੈ ਜਿਹੜਾ ਆਲੇ ਦੁਆਲੇ ਨੂੰ ਬਹੁਤ ਨਵੇਂ ਤਰੀਕੇ ਨਾਲ ਸਮਝ ਸਕਦਾ। ਤਾਂ ਉਸਨੇ ਮੁੜ ਕੇ ਫਿਰ ਛੋਟੀਆਂ ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਤਾਂ ਜਗਦੀਪ ਜਵਾਰ ਕੇ ਉਹਨਾਂ ਵਿਦਿਆਰਥੀਆਂ 'ਚੋਂ ਇੱਕ ਵਿਦਿਆਰਥੀ ਹੈ ਜਿਹਨੂੰ ਭਾਸ਼ਾ ਵਿਭਾਗ ਦਾ ਅਵਾਰਡ ਵੀ ਮਿਲ ਚੁੱਕਿਆ ਤੇ ਮੈਨੂੰ ਨਹੀਂ ਮਿਲਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨੂੰ ਇਹ ਮਿਲਿਆ, ਹਨਾ। ਤੇ ਮੈਂ ਇੱਥੇ ਦੱਸੋ ਥੋੜੀ ਜਿਹੀ ਇਹ ਗੱਲ ਕਰਨੀ ਚਾਹਣਾ ਕਿ ਮੈਂ ਅਕਸਰ ਵਿਦਿਆਰਥੀਆਂ ਨਾਲ ਜਦੋਂ ਕਲਾ ਦੀ ਗੱਲ ਕਰਦੇ ਹਾਂ, ਉਹ ਭਾਵੇਂ ਪੇਂਟਿੰਗ ਹੈ, ਫੋਟੋਗ੍ਰਾਫੀ ਹੈ ਜਾਂ ਕਵਿਤਾ ਹੈ, ਮੈਂ ਕਹਿਣਾ ਹੁੰਦਾ ਕਿ ਅਸੀਂ ਸਾਡੇ ਕੋਲੇ ਵਿਦਿਆਰਥੀਆਂ ਨਾਲ ਅਸੀਂ ਕੀ ਗੱਲਾਂ ਕਰਦੇ ਹਾਂ, ਜਾਂ ਵਿਦਿਆਰਥੀ ਕੀ ਲਿਖਦੇ ਆ ਜਦੋਂ ਲਿਖਦੇ ਆ ਪਹਿਲੀ ਵਾਰ, ਉਹ ਨਸ਼ਿਆਂ ਬਾਰੇ ਲਿਖਦੇ ਆ, ਉਹ ਦਾਜ ਬਾਰੇ ਲਿਖਦੇ ਆ। ਔਰ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਨਾ ਤਾਂ ਤੈਨੂੰ ਅਜੇ ਤੱਕ ਨਸ਼ਿਆਂ ਦਾ ਪਤਾ, ਨਾ ਤੈਨੂੰ ਦਾਜ ਦਾ ਪਤਾ, ਇਹ ਤੂੰ ਸੁਣੀਆਂ ਸੁਣਾਈਆਂ ਗੱਲਾਂ ਤੂੰ ਉਵੇਂ ਲਿਖਦਾ। ਤਾਂ ਮੈਂ ਅਕਸਰ ਇਹ ਕਰਦਾ ਕਿ ਤੂੰ ਜਗਦੀਪ ਨਾਲ ਵੀ ਇਹੀ ਕੀਤਾ ਤੇ ਹੋਰ ਵਿਦਿਆਰਥੀਆਂ ਨਾਲ ਜਿਹਨੇ ਹਾਈਕੂ ਲਿਖੇ ਤੇ ਇੱਕ ਦੋ ਵਿਦਿਆਰਥੀ ਹੋਰ ਜਿਨ੍ਹਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਕਿ ਯਾਰ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰੋ। ਤਾਂ ਮੈਨੂੰ ਚੰਗਾ ਲੱਗਦਾ ਕਿ ਉਹ ਆਪਣੇ ਬਟਨਾਂ ਬਾਰੇ, ਜਿਹੜੀ ਕਮੀਜ਼ ਤੇ ਲੱਗਿਆ ਬਟਨ, ਉਹਦੇ ਬਾਰੇ ਵੀ ਕਵਿਤਾ ਬਣਾ ਲੈਂਦੇ ਆ, ਗਲਾਸ ਬਾਰੇ ਵੀ ਕਵਿਤਾ ਜਿਹੜੀ ਉਹਨਾਂ ਤੋਂ ਲਿਖੀ ਜਾਂਦੀ ਹੈ। ਫਿਰ ਤੇ ਜਗਦੀਪ ਨੇ ਤਾਂ ਬਹੁਤ ਕਮਾਲ ਦੇ ਆਪਣੇ ਜਿਹੜੇ, ਮੈਨੂੰ ਲੱਗਦਾ ਕਿ ਇਹ ਚੰਗੀ ਲੱਗਦੀ ਹੈ ਗੱਲ ਕਿ ਜੇ ਉਹ ਇੱਟਾਂ ਪੱਥਦਾ ਤਾਂ ਉੱਥੋਂ ਪਥੇਰੇ ਵਰਗੀ ਕਵਿਤਾ ਜਿਹੜੀ ਬਹੁਤ, ਮੈਂ ਕਹਿ ਸਕਦਾ ਕਿ ਵੰਡਰਫੁਲ ਕਵਿਤਾ ਉਹਨੇ ਰਚੀ ਹੈ। ਔਰ ਉਹ ਸ਼ਾਇਦ ਮੈਨੂੰ ਲੱਗਦਾ ਕਿ ਮੇਰੀ ਗੱਲ ਨੂੰ ਉਹਨੇ ਮੈਥੋਂ ਵੀ ਵੱਧ ਸਮਝ ਲਿਆ ਕਿ ਕਵਿਤਾ ਕਿੱਥੋਂ ਲਿਖੀ ਜਾਣੀ ਚਾਹੀਦੀ ਹੈ। ਸੋ ਜਾਂ ਮੈਂ ਇਹ ਕਰਦਾ ਰਹਿੰਦਾ ਕਿ ਮੈਨੂੰ ਪਤਾ ਲੱਗਦਾ ਜਦੋਂ ਕਿ ਵਿਦਿਆਰਥੀ ਯਾਰ ਫੋਟੋਆਂ ਬਹੁਤ ਸੋਹਣੀਆਂ ਖਿੱਚਦਾ, ਤਾਂ ਮੈਂ ਕੋਸ਼ਿਸ਼ ਕਰਦਾ ਉਹਦੀ ਐਗਜੀਬਿਸ਼ਨ ਲਵਾ ਦਈਏ, ਹੈ ਨਾ, ਪ੍ਰਿੰਟ ਕਢਾ ਲਈਏ, ਸਕੂਲ 'ਚ ਦੂਜਿਆਂ ਬੱਚਿਆਂ ਨੂੰ ਦਿਖਾ ਲਈਏ। ਪੇਂਟਿੰਗ ਕਰਦਿਆਂ ਮੈਂ ਕਈ ਵਾਰੀ ਇਹ ਵੀ ਕਰਦਾ ਕਿ ਜਿਵੇਂ ਅਕਸਰ ਗੱਲ ਮੈਂ ਸੁਣੀ ਵੀ ਹੈ ਤੇ ਮੈਨੂੰ ਆਪਣੇ ਕਰਦਿਆਂ ਵੀ ਚੰਗੀ ਲੱਗਦੀ ਹੈ ਅਨੁਭਵ 'ਚ, ਕਿ ਯਾਰ ਵਿਦਿਆਰਥੀ ਨੂੰ ਮੌਕਾ ਦੇ, ਉਹ ਕੀ ਬਣਾਉਂਦਾ, ਹੈ ਨਾ। ਛੋਟੇ ਬੱਚੇ ਤਾਂ ਕਈ ਵਾਰੀ ਹਰੇ ਰੰਗ ਦੇ ਦਰਖਤ ਨੂੰ ਲਾਲ ਰੰਗ ਬਣਾਉਂਦੇ ਆ, ਪਰ ਅਸੀਂ ਦੱਸਦੇ ਵੀ ਹਰਾ, ਮੈਨੂੰ ਲੱਗਦਾ ਉੱਥੇ ਹੀ ਗਲਤ ਕਰਦੇ ਆ, ਹਨਾ। ਤਾਂ ਉਹਨੂੰ ਲਾਲ ਹੀ ਬਣਾਉਂਦੇ, ਉਹਨੂੰ ਕਾਲਾ ਹੀ ਬਣਾਉਂਦੇ ਜੇ ਉਹਨੂੰ। ਤਾਂ ਸੋ ਮੈਨੂੰ ਲੱਗਦਾ ਕਿ ਸਾਨੂੰ ਬੱਚਿਆਂ ਨੂੰ ਜੋ ਉਹਨਾਂ ਦੇ ਅੰਦਰ ਹੈ ਅਸਲ 'ਚ ਉਹ ਦੇਖਣ ਦੀ ਲੋੜ ਹੈ ਅਧਿਆਪਕ ਨੂੰ। ਉਹਨੂੰ ਉਸੇ ਨੂੰ ਦੇਖ ਕੇ ਉਹਦੇ ਨਾਲ ਉਹਨੂੰ ਰਿਲੇਟ ਕਰਨ ਦੀ ਲੋੜ ਹੈ। ਬਿਲਕੁਲ 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 ਸੱਚਮੁੱਚ। ਫੇਰ ਹੀ ਸ਼ਾਇਦ ਜਿਹੜੀ ਅਸੀਂ ਸਿਰਜਣਾ ਵਾਲੀ ਗੱਲ ਕਰਦੇ ਹਾਂ ਜਾਂ ਵਿਦਿਆਰਥੀ ਨੂੰ ਵਿਦਿਆਰਥੀ ਬਣਾਉਣ ਵਾਲੀ ਗੱਲ ਕਰਦੇ ਹਾਂ, ਉਹ ਇਹਦੇ ਵਿੱਚ ਹੀ ਪਈ ਹੈ, ਮੈਨੂੰ ਇਹ ਲੱਗਦਾ। ਬਿਲਕੁਲ, ਕਿਸੇ ਬੱਚੇ ਨੂੰ ਮੁਕੰਮਲ ਤੌਰ ਤੇ ਢਾਹ ਕੇ ਕੁਝ ਨਹੀਂ ਬਣਾਇਆ ਜਾ ਸਕਦਾ। ਉਸ ਨੂੰ ਥੋੜਾ ਬਹੁਤ ਰੀਸ਼ੇਪ ਕੀਤਾ ਜਾ ਸਕਦਾ, ਉਹਨੂੰ ਕੁਝ ਰਾਹ ਦਿੱਤੇ ਜਾ ਸਕਦੇ ਨੇ, ਕੁਝ ਸੇਧ ਦਿੱਤੀ ਜਾ ਸਕਦੀ ਹੈ ਤਾਂ ਕਿ ਜਿਹੜਾ ਕੁਝ ਉਹ ਬਣਨਾ ਚਾਹੁੰਦਾ ਉਹ ਕੁਝ ਚੰਗੀ ਤਰ੍ਹਾਂ ਬਣ ਸਕੇ। ਬਿਲਕੁਲ ਗੁਰਪ੍ਰੀਤ, ਤੁਹਾਡੀਆਂ ਕਵਿਤਾਵਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਬਹੁਤ ਸਧਾਰਨ ਤੇ ਨਿੱਕੇ ਨਿੱਕੇ ਵਰਤਾਰਿਆਂ ਨਾਲ ਜੁੜੀਆਂ ਹੋਈਆਂ ਨੇ। ਮੈਂ ਦੇਖਦਾ ਕਿ ਘਰ ਦੇ ਆਲੇ ਦੁਆਲੇ ਤੁਹਾਡੀਆਂ ਕਵਿਤਾਵਾਂ ਬਹੁਤ ਘੁੰਮਦੀਆਂ ਨੇ, ਪਤਨੀ ਹੈ, ਮਾਂ ਹੈ, ਬੇਟੀ ਹੈ, ਪਿਤਾ ਹੈ, ਘਰ ਦੇ ਹੋਰ ਨਿੱਕੇ ਨਿੱਕੇ ਚੀਜ਼ਾਂ ਨੇ, ਈਵਨ ਸਵੈਟਰ ਤੱਕ ਦੀਆਂ ਚੀਜ਼ਾਂ ਤੁਹਾਡੀ ਕਵਿਤਾ ਦੇ ਵਿੱਚ ਆ ਜਾਂਦੀਆਂ ਨੇ, ਹਨਾ। ਮੈਂ ਤੁਹਾਡੇ ਘਰ ਬਾਰੇ ਇੱਕ ਕਵਿਤਾ ਪੜ੍ਹ ਰਿਹਾ ਸੀ ਕਿ ਘਰ ਹਰ ਵੇਲੇ ਸਜਿਆ ਸੰਵਰਿਆ ਹੀ ਨਹੀਂ ਹੁੰਦਾ, ਖਿੰਡਿਆ ਪੁੰਡਿਆ ਵੀ ਹੁੰਦਾ ਹੈ। ਕਈ ਵਾਰ ਦੋ ਵੱਖ-ਵੱਖ ਰੰਗਾਂ ਦੇ ਜੁਰਾਬਾਂ ਦੇ ਜੋੜਿਆਂ ਵਿੱਚੋਂ ਇੱਕ ਇੱਕ ਜੁਰਾਬ ਹੀ ਲੱਭਦੀ, ਨਹੁੰ ਕੱਟਣ ਵੇਲੇ ਨਹੁੰ ਕੱਟ ਥਾਂ ਸਿਰ ਨਹੀਂ ਹੁੰਦੀ। ਕਈ ਵਾਰ ਨਹਾਉਂਦਿਆਂ ਪਾਣੀ ਦੀ ਟੈਂਕੀ ਖਾਲੀ ਹੋ ਜਾਂਦੀ ਜਾਂ ਫਿਰ ਸਾਬਣ ਦੀ ਟਿੱਕੀ ਘਸ ਗਈ ਹੁੰਦੀ। ਕਈ ਵਾਰ ਤਾਂ ਘਰ ਵੀ ਘਰੇ ਨਹੀਂ ਹੁੰਦਾ। ਇਹ ਕਮਾਲ ਦੀ ਗੱਲ ਹੈ ਕਿ ਕਈ ਵਾਰ ਤਾਂ ਘਰ ਵੀ ਘਰੇ ਨਹੀਂ ਹੁੰਦਾ। ਹੁਣ ਇਹ ਸਾਡੀ ਸਾਰਿਆਂ ਦੀ ਹੋਣੀ ਹੈ, ਪਰ ਇਸ ਨੂੰ ਇਹ ਮਹਿਸੂਸ ਨਹੀਂ ਅਸੀਂ ਕਰਦੇ ਹੈਗੇ, ਇਸ ਨੂੰ ਅਸੀਂ ਇਸ ਤਰ੍ਹਾਂ ਦਾਰਸ਼ਨਿਕ ਜਾਮਾ ਨਹੀਂ ਪਹਿਨਾ ਸਕਦੇ ਹੈਗੇ, ਸ਼ਾਇਰਾਨਾ ਰੰਗਤ ਨਹੀਂ ਦੇ ਸਕਦੇ ਹੈਗੇ ਕਿ ਘਰ ਦੇ ਵਿੱਚੋਂ ਘਰ ਦਾ ਨਾ ਹੋਣਾ ਜਾਂ ਘਰ ਦੇ ਵਿੱਚੋਂ ਘਰ ਦਾ ਗਵਾਚ ਜਾਣਾ, ਇਹ ਹੋਣੀ ਅਸੀਂ ਹੰਡਾਉਂਦੇ ਹਾਂ,
ਪਰ ਸ਼ਾਇਰ ਗੁਰਪ੍ਰੀਤ ਇਹਨੂੰ ਆਪਣੀ ਸ਼ਾਇਰੀ ਦੇ ਵਿੱਚ ਲੈ ਕੇ ਆਉਂਦਾ ਹੈ। ਤੁਸੀਂ ਹੋਰ ਕੋਈ ਇਹੋ ਜਿਹੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਨਿੱਕੇ ਵਰਤਾਰਿਆਂ ਚੋਂ ਪੈਦਾ ਹੋਈਆਂ ਨੇ, ਤੁਹਾਡੇ ਘਰ ਦੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਰਤਾਰਿਆਂ ਚੋਂ ਪੈਦਾ ਹੋਈਆਂ ਨੇ, ਇਹੋ ਜਿਹੀਆਂ ਸਾਨੂੰ ਕੋਈ ਨਿੱਕੀਆਂ 2-3 ਕਵਿਤਾਵਾਂ ਜ਼ਰੂਰ ਸੁਣਾਓ ਤਾਂ ਕਿ ਅਸੀਂ ਉਹਨਾਂ ਨਿੱਕੀਆਂ ਚੀਜ਼ਾਂ ਨੂੰ ਸਮਝਣ ਲੱਗੀਏ। ਡਾਕਟਰ ਸਾਹਿਬ, ਕਵਿਤਾ ਚਾਕੂ ਜੀ। ਰਸੋਈ 'ਚ ਹੁੰਦਾ ਚਾਕੂ, ਉਹ ਚਾਕੂ ਕਿੱਥੇ ਹੈ ਤੂੰ, ਲੱਭਦਾ ਕਿਉਂ ਨਹੀਂ? ਹੁਣੇ ਤਾਂ ਇੱਥੇ ਸੀ, ਸਬਜ਼ੀ ਕੱਟ ਕੇ ਹਟੀ ਸੀ, ਬਸ ਬਾਹਰ ਤੱਕ ਗਈ ਸੀ, ਗੁਆਂਢਣ ਜੋ ਆਈ ਸੀ। ਵਾਰ-ਵਾਰ ਭਾਲਦਿਆਂ ਇੱਧਰ ਉੱਧਰ ਮੈਨੂੰ ਸੁਣਾਉਂਦਿਆਂ ਬੀਵੀ ਚਾਕੂ ਨਾਲ ਗੱਲਾਂ ਕਰਦੀ ਖਿਜੀ ਨਹੀਂ ਸੀ ਅਜੇ। ਕੀ ਬਾਤ। ਵਾਰ-ਵਾਰ ਭਾਲਦਿਆਂ ਇੱਧਰ ਉੱਧਰ ਮੈਨੂੰ ਸੁਣਾਉਂਦਿਆਂ ਬੀਵੀ ਚਾਕੂ ਨਾਲ ਗੱਲਾਂ ਕਰਦੀ ਖਿਜੀ ਨਹੀਂ ਸੀ ਅਜੇ। ਚਾਕੂ ਨੂੰ ਆਖਣ ਲੱਗੀ, ਕਿੰਨਾ ਚੰਗਾ ਹੁੰਦਾ ਜੇ ਤੇਰੇ ਕੰਨ ਹੁੰਦੇ, ਤੈਨੂੰ ਹਾਕ ਮਾਰਦੀ। ਕੀ ਬਾਤ ਹੈ, ਕੀ ਬਾਤ ਹੈ। ਚਾਕੂ ਨੂੰ ਆਖਣ ਲੱਗੀ, ਕਿੰਨਾ ਚੰਗਾ ਹੁੰਦਾ ਜੇ ਤੇਰੇ ਕੰਨ ਹੁੰਦੇ, ਤੈਨੂੰ ਹਾਕ ਮਾਰਦੀ। ਤੇ ਉਦੋਂ ਹੀ ਚਮਕਿਆ ਚਾਕੂ ਟੋਕਰੀ 'ਚ। ਵਾਹ। ਤੇ ਉਦੋਂ ਹੀ ਚਮਕਿਆ ਚਾਕੂ ਟੋਕਰੀ 'ਚ। ਰੱਖਿਆ ਸੀ ਥੋੜਾ ਚਿਰ ਪਹਿਲਾਂ ਧੋ ਸੁਆਰ ਕੇ, ਸੋਚਾਂ ਹੱਥ ਵਿਚਲੀ ਕਿਤਾਬ ਪਾਸੇ ਧਰ। ਸੋਚਾਂ ਹੱਥ ਵਿਚਲੀ ਕਿਤਾਬ ਪਾਸੇ ਧਰ, ਇਉਂ ਹੀ ਲੁਕੀ ਹੁੰਦੀ ਹੋਵੇਗੀ ਖੁਸ਼ੀ ਉਮੀਦ ਕਿਧਰੇ, ਧੋ ਸੁਆਰ ਕੇ ਰੱਖੀ, ਲੱਭਦਿਆਂ ਕੁਝ ਵੀ ਲੱਭਿਆ ਜਾ ਸਕਦਾ ਹੈ। ਕੀ ਬਾਤ, ਕੀ ਬਾਤ ਹੈ। ਕਵਿਤਾ ਵੀ ਲੱਭੀ ਜਾ ਸਕਦੀ ਹੈ। ਜੀ। ਹੋਰ ਕੋਈ? ਮੁਸਕਰਾਓ ਤੁਸੀਂ ਸੁਣਾਈ ਦਿੱਤੀ ਹੈ ਨਾ, ਇਹਦੇ ਵਿੱਚ ਸੀ ਕੁੰਜੀ ਨਾਂ ਦੀ ਇੱਕ ਕਵਿਤਾ ਹੈ ਜੀ, ਛੋਟੀ ਜੀ। ਮੈਂ ਤੇ ਉਹ ਲੜ ਪਏ, ਮੈਂ ਤੇ ਉਹ ਲੜ ਪਏ, ਨਹੀਂ ਬੋਲੇ ਇੱਕ ਦੂਜੇ ਨਾਲ, ਬੀਤ ਗਿਆ ਹਫ਼ਤਾ ਮਹੀਨਾ 1.5 ਮਹੀਨਾ। ਖੈਰ ਉਹਦੀ ਅਲਮਾਰੀ ਦੀ ਇੱਕ ਕੁੰਜੀ ਅਜੇ ਵੀ ਮੇਰੇ ਕੋਲ ਹੈ। ਕੀ ਬਾਤ ਹੈ। ਖੈਰ ਉਹਦੀ ਅਲਮਾਰੀ ਦੀ ਇੱਕ ਕੁੰਜੀ ਅਜੇ ਵੀ ਮੇਰੇ ਕੋਲ ਹੈ। ਬਹੁਤ ਅੱਛੀ। ਤੋ ਇਸ ਤਰ੍ਹਾਂ ਦੀਆਂ ਕਵਿਤਾਵਾਂ ਜਿਹੜੀਆਂ ਛੋਟੀਆਂ ਛੋਟੀ ਗੱਲ ਠੀਕ ਹੈ ਕਿ ਮੈਥੋਂ ਇਹ ਕਵਿਤਾਵਾਂ ਹੀ ਲਿਖੀਆਂ ਜਾਂਦੀਆਂ ਤੇ ਮੈਨੂੰ ਇਹੀ ਲਿਖਣੀਆਂ ਆਉਂਦੀਆਂ। ਜਾਂ ਚਲੋ ਮੈਨੂੰ, ਮੈਂ ਇਹਨਾਂ ਗੱਲਾਂ ਨਹੀਂ ਸਮਝਦਾ ਜੀ। ਤੇ ਇੱਕ ਕਵਿਤਾ ਮੈਂ ਬਹੁਤ ਸੁਣਾਈ ਹੈ, ਧੀ ਕਵਿਤਾ। ਮੈਂ ਸੁਣਾਉਣਾ, ਫਿਰ ਤੁਸੀਂ ਅੱਗੇ ਜਿਹੜੀ ਅਗਲੀ ਗੱਲਬਾਤ ਕਰਨੀ ਜੀ। ਅਜੇ ਕੱਲ ਤਾਂ ਖੇਡਦੀ ਸੀ ਗੁੱਡੀਆਂ ਪਟੋਲੇ, ਅੱਜ ਹੋ ਗਈ ਮੁਟਿਆਰ। ਪਿਤਾ ਨੂੰ ਦਾੜੀ ਡਾਈ ਕਰਨ ਦੀ ਤਾਕੀਦ ਕਰਦੀ, ਨਾਭੀ ਕਮੀਜ਼ ਨਾਲ ਨਾਭੀ ਪੱਗ ਦੀ ਪੂਣੀ ਕਰਵਾਉਂਦੀ, ਆਪਣੀ ਮਾਂ ਬੰਨੀ ਝਾਕਦੀ। ਪਾਲਿਸ਼ ਕੀਤੇ ਚਮਕਦੇ ਬੂਟ ਪਾਉਣ ਨੂੰ ਆਖਦੀ, ਨਵੀਂ ਦੁਨੀਆਂ ਦੇ ਨਵੇਂ ਵਿਚਾਰਾਂ ਨਾਲ ਸਿਆਣ ਕਰਾਉਂਦੀ। ਮੈਂ ਪਿਤਾ ਧੀ ਕਰਕੇ ਬੁੱਢਾ ਹੋ ਰਿਹਾ ਸਾਂ, ਧੀ ਕਰਕੇ ਜਵਾਨ ਹੋ ਰਿਹਾ। ਕੀ ਬਾਤ, ਕੀ ਬਾਤ। ਸੋ ਇਸ ਤਰ੍ਹਾਂ ਦੀਆਂ ਬਹੁਤ ਅੱਛੀ, ਬਹੁਤ ਅੱਛੀ। ਗੁਰਪ੍ਰੀਤ, ਜਦੋਂ ਤੁਸੀਂ ਇਹੋ ਜਿਹੀਆਂ ਕਵਿਤਾਵਾਂ ਲਿਖਦੇ ਹੋ ਤਾਂ ਮੇਰੇ ਸਾਹਮਣੇ ਇੱਕ ਦ੍ਰਿਸ਼ ਤਾਂ ਤੁਹਾਡੀਆਂ ਕਵਿਤਾਵਾਂ ਦਾ ਉੱਭਰਦਾ ਹੈ, ਜਿਹਦੇ ਵਿੱਚ ਪਤਨੀ ਚਾਕੂ ਲੱਭਦੀ ਹੈ ਤੇ ਤੁਸੀਂ ਆਪਣੀ ਧੀ ਨਾਲ ਸੰਵਾਦ ਰਚਾਉਂਦੇ ਹੋ, ਤੇ ਇੱਕ ਦ੍ਰਿਸ਼ ਸੱਚਮੁੱਚ ਤੁਹਾਡੀ ਜ਼ਿੰਦਗੀ ਦਾ ਲੱਭਦਾ ਹੈ, ਜਿਹਦੇ ਵਿੱਚ ਮੈਂ ਜਦੋਂ ਵੀ ਤੁਹਾਡੇ ਘਰ ਜਾਣਾ, ਤੁਹਾਡੀ ਪਤਨੀ ਨੂੰ ਮਿਲਦਾ, ਖਾਸ ਤੌਰ ਤੇ ਤੁਹਾਡੀ ਬੇਟੀ ਨੂੰ ਮੈਂ ਅਕਸਰ ਤੁਹਾਡੇ ਨਾਲ ਵੀ ਮਿਲਦਾ ਤੇ ਤੁਹਾਡੇ ਤੋਂ ਬਿਨਾਂ ਵੀ ਮਿਲਦਾ, ਬਹੁਤ ਸਾਰੇ ਰੂਪਾਂ 'ਚ ਮਿਲਣਾ, ਸਨੋਸ ਸਾਦਗੀ ਨੂੰ। ਉਹ ਉਸ ਬੱਚੀ ਦੇ ਵਿੱਚ ਸੱਚਮੁੱਚ ਉਹਦੇ ਨਾਂ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਕਿੱਥੋਂ ਆਈਆਂ ਨੇ? ਇਹ ਕਿਤੇ ਤੁਹਾਡੀ ਕਵਿਤਾ ਦੇ ਵਿੱਚੋਂ ਆਈਆਂ ਨੇ, ਜਾਂ ਤੁਹਾਡੇ ਲਾਈਫ ਸਟਾਈਲ 'ਚੋਂ ਆਈਆਂ ਨੇ, ਜਾਂ ਕੋਈ ਹੋਰ ਸਰੋਤ ਸੀ ਕਿ ਬੱਚੀ ਵੀ ਇੰਨੀ ਸੈਂਸਿਟਿਵ ਤੁਹਾਡੀ ਬਣੀ, ਸਨੋਸ ਸਾਦਗੀ ਖਾਸ ਤੌਰ ਤੇ, ਜਾਂ ਤੁਹਾਡਾ ਘਰ ਸਾਰਾ ਪਰਿਵਾਰ? ਜੀ। ਮੇਰਾ ਖਿਆਲ ਹੈ ਵੀ ਡਾਕਟਰ ਸਾਹਿਬ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਰਲੀਆਂ ਮਿਲੀਆਂ ਹਨਾ। ਮੇਰਾ ਖਿਆਲ ਹੈ ਸਾਰੇ ਇੱਕ ਦੂਜੇ ਤੋਂ ਕੁਛ ਨਾ ਕੁਛ ਲੈਣੇ ਦਿੰਦੇ ਆ। ਤੇ ਮਤਲਬ ਚੰਗੀ ਗੱਲ ਇਹ ਹੈ ਕਿ ਮਾਤਾ ਪਿਤਾ, ਫਿਰ ਮੇਰੀ ਪਤਨੀ, ਫਿਰ ਬੱਚੇ, ਸਾਰੇ ਇੱਕ ਦੂਜੇ ਨੂੰ ਸਮਝਦੇ ਕਰਦੇ ਆ। ਔਰ ਇਹ ਗੱਲ ਹੋਰ ਵੀ ਵਧੀਆ ਲੱਗਦੀ ਹੈ ਕਿ ਵਾਈਫ ਮੇਰੀ, ਪਤਨੀ ਮੇਰੀ, ਉਹ ਪੇਂਟ ਕਰਦੀ ਹੈ। ਬੇਸ਼ੱਕ ਉਹ ਆਪਣੀ ਪੇਂਟਿੰਗ ਜਿਹੜੀ ਆ ਉਹ ਸੂਟਾਂ ਤੇ, ਚਾਦਰਾਂ, ਸਰਾਣਿਆਂ ਤੇ ਕਰਦੀ ਹੈ। ਸਗੋਂ ਫਾਈਨ ਆਰਟ ਚੋਂ ਮੇਰੇ ਨਾਲ ਚੰਗੀ ਹੈ, ਮੈਨੂੰ ਇਹ ਪਤਾ ਹੈ। ਇਹ ਵਧੀਆ ਲੱਗਦਾ ਮੈਨੂੰ। ਕਿਆ ਬਾਤ। ਬੇਟਾ ਜਿਵੇਂ ਉਹਨੇ ਸਿਨੇਮੈਟੋਗ੍ਰਾਫੀ ਨੂੰ ਚੁਣਿਆ, ਤੇ ਉਹ ਮੈਂ ਕਦੇ, ਕਿਉਂਕਿ ਇਹ ਆਪਣੇ ਸੁਭਾਅ 'ਚ ਹੈ ਕਿ
ਬੱਚਿਆਂ ਨੂੰ ਖੁਦ ਚੁਣਨ ਦਿਓ। ਹੂੰ ਪਹਿਲਾਂ ਬਹੁਤ ਅਸੀਂ ਜੇ ਮੈਂ ਸਕੂਲ 'ਚ ਚਾਹੁੰਦਾ ਤਾਂ ਆਪਣੇ ਬੱਚਿਆਂ ਨੂੰ ਵੀ ਇਹ ਆਜ਼ਾਦੀ ਦਿੱਤੀ ਹੈ, ਹੂੰ ਉਹਨਾਂ ਨੇ ਖੁਦ ਚੁਣਿਆ। ਤੇ ਮੈਨੂੰ ਇਹ ਵੀ ਲੱਗਾ ਵੀ ਜੇ ਕਿਤੇ ਉਹ ਚੁਣਨ 'ਚ ਗਲਤੀ ਵੀ ਹੋ ਗਈ ਉਹਨਾਂ ਤੋਂ, ਤਾਂ ਵੀ ਕੋਈ ਗੱਲ ਨਹੀਂ, ਫਿਰ ਬਦਲਿਆ ਜਾ ਸਕਦਾ ਹੈ ਕਿ ਐਡਾ ਵੀ ਕੋਈ ਇਹ ਵੱਡਾ ਮਸਲਾ ਨਹੀਂ ਹੈ। ਖੁਦ ਚੁਣਨ 'ਚ ਕਿਤੇ ਗਲਤੀ ਰਹਿ ਸਕਦੀ ਹੈ ਜਾਂ ਚੰਗਾ ਮੰਦਾ ਹੋ ਸਕਦਾ ਹੈ। ਤਾਂ ਮੈਂ ਆਜ਼ਾਦੀ ਦਿੱਤੀ ਕਿ ਮੈਨੂੰ ਲੱਗਦਾ ਇਹਦੇ ਵਿੱਚੋਂ ਉਹ ਬੱਚੇ ਮੇਰੇ ਦੋਨੋਂ ਹੀ ਉਸ ਤਰ੍ਹਾਂ ਦੇ ਹੀ ਹੈ ਕਿ ਉਹ ਮੇਰੇ ਨਾਲ ਹਰ ਛੋਟੀ ਗੱਲ ਸਾਂਝੀ ਵੀ ਕਰਦੇ ਆ। ਮੇਰੇ ਦੋਸਤ ਨੇ ਉਹ ਦੋਨੋਂ ਹੀ, ਹਨਾ, ਤੇ ਮੈਂ ਵੀ ਉਹਨਾਂ ਨਾਲ ਕੋਈ ਚੀਜ਼ ਉਹਨਾਂ ਤੋਂ ਲੁਕਾਉਂਦਾ ਨਹੀਂ। ਸ਼ਾਇਦ ਪਰਿਵਾਰ 'ਚ ਹੀ ਸ਼ਾਇਦ ਇਹ ਸਾਰੀਆਂ ਗੱਲਾਂ ਇਹਦੇ 'ਚ ਕਿਤਾਬਾਂ ਦਾ ਵੀ ਭੂਮਿਕਾ ਹੋ ਸਕਦੀ ਹੈ, ਇਹਦੇ ਵਿੱਚ ਸਾਡੇ ਰਹਿਣ ਕਰਨ ਦਾ, ਇੱਕ ਦੂਜੇ ਨਾਲ ਵਿਚਰਨ ਦਾ ਤਰੀਕਾ ਹੋ ਸਕਦਾ ਹੈ, ਹਨਾ। ਮੈਂ ਛੋਟੀ ਜਿਹੀ ਇੱਕ ਗੱਲ, ਤੁਹਾਡਾ ਸਵਾਲ ਅਗਲਾ ਮੈਨੂੰ ਯਾਦ ਆ ਗਿਆ। ਸੁਖਨ ਦੀ ਨਾ, ਮਤਲਬ ਬੇਟਾ ਮੇਰਾ ਛੋਟਾ ਜਿਹਾ ਹੁੰਦਾ, ਅਸੀਂ ਇੱਕ ਫਿਲਮ ਦੇਖਣ ਲਈ ਗਏ, ਆਰਟ ਮੂਵੀ ਸੀ, ਤੇ ਬਾਕਸ ਦੀ ਟਿਕਟ ਲਈ ਮੈਂ ਥੱਲੇ ਉਹਨੂੰ ਪੁੱਛਿਆ ਟਿਕਟ ਵਾਲੇ ਨੂੰ, ਮੈਂ ਕਿਹਾ ਇੱਕ ਬੱਚਾ ਮੇਰੇ ਨਾਲ ਹੈ, ਇਹਦੀ ਵੀ ਦੇ ਦਿਓ ਟਿਕਟ। ਉਹ ਕਹਿੰਦੇ ਜੀ ਇਹਦੀ ਲੋੜ ਨਹੀਂ। ਉਹਨੂੰ ਲੱਗਾ ਫਿਲਮ ਦੇਖਣ ਕੋਈ ਆਉਂਦਾ ਤਾਂ ਹੈ ਨਹੀਂ, ਇਹੀ 5-7 ਜਣੇ ਹੈਗੇ ਆ। ਉਹਨੇ ਟਿਕਟ ਨਹੀਂ ਮਤਲਬ ਦਿੱਤੀ, ਤਾਂ ਉਹ ਪਹਿਲਾਂ ਆਪਦੀ ਮਾਂ ਦੀ ਗੋਦੀ 'ਚ ਸੀ। ਮੈਨੂੰ ਲੱਗਿਆ ਉਹ ਥੱਕ ਜੇ ਗਈ ਹੋ। ਮੈਂ ਕਿਹਾ ਯਾਰ ਤੂੰ ਇੱਥੇ ਬਹਿ ਜਾ, ਸੀਟ ਖਾਲੀ ਹੈ। ਉਹ ਕਹਿੰਦਾ ਮੇਰੀ ਤੁਸੀਂ ਟਿਕਟ ਨਹੀਂ ਲਈ, ਮੈਂ ਇੱਥੇ ਨਹੀਂ ਬਹਿੰਦਾ। ਕਿਆ ਬਾਤ। ਤੇ ਮਤਲਬ ਉਹ ਗੱਲ ਨੇ ਮੈਨੂੰ ਸਿਖਾਇਆ ਬਹੁਤ। ਹੂੰ ਤੁਸੀਂ ਹੈਰਾਨ ਹੋ ਗਏ, ਮੈਂ ਥੱਲੇ ਗਿਆ, ਟਿਕਟ ਖਿੜਕੀ, ਉਹਨੂੰ ਖਲਵਾਈ, ਦੁਬਾਰਾ ਟਿਕਟ ਲਿਆਂਦੀ, ਉਹਨੂੰ ਦਿਖਾਈ ਹੈ ਤੇਰੀ ਟਿਕਟ, ਉਹ ਫਿਰ ਬੈਠਾ। ਤਾਂ ਇਹ ਸ਼ਾਇਦ ਉਹਦੇ ਚੋਂ ਆਇਆ, ਕਿਤੇ ਸਾਡੇ ਹੀ ਘਰ ਚੋਂ, ਆਲੇ ਦੁਆਲੇ ਚੋਂ। ਪਰ ਮੈਂ ਉਸ ਦੀ ਇਸ ਗੱਲ ਤੋਂ ਬਹੁਤ ਕੁਝ ਸਿੱਖਿਆ ਆਪਦੇ ਜੀਵਨ 'ਚ ਅੱਗੇ ਤੱਕ। ਜਿਹੜੀ ਗੱਲ ਮੈਂ ਅੱਜ ਤੁਹਾਨੂੰ ਸੁਣਾਈ, ਮੈਂ ਕਦੇ ਕੀਤੀ ਨਹੀਂ ਇਹ ਤੋਂ ਪਹਿਲਾਂ ਕਿਸੇ ਨੇ, ਪਰ ਮੈਨੂੰ ਲੱਗਾ ਕਿ ਮੈਂ ਇਹ ਤੋਂ ਸਿੱਖਿਆ ਬਹੁਤ ਕੁਛ ਹੈ। ਸੋ ਅਸੀਂ ਬੱਚਿਆਂ ਤੋਂ, ਬੱਚੇ ਜੇ ਸਾਥੋਂ ਸਿੱਖਦੇ ਆ ਤਾਂ ਅਸੀਂ ਬੱਚਿਆਂ ਤੋਂ ਉਦੋਂ ਵੱਧ ਸਿੱਖਦੇ ਹਾਂ। ਤਾਂ ਮੈਨੂੰ ਸਨੋ ਦੀ ਵੀ ਗੱਲ ਯਾਦ ਆਉਂਦੀ ਹੈ, ਮਤਲਬ ਮੇਰੇ ਨਾਲ ਜੁੜੀ ਗੱਲ ਕਿ ਮੈਂ ਬੱਚਿਆਂ ਨਾਲ ਕਿਹੋ ਜਿਹਾ ਵਰਤਾਓ ਕਰਦਾ। ਤਾਂ ਮੈਨੂੰ ਇੱਕ ਦਿਨ ਯਾਦ ਹੈ, ਮੈਂ ਬੱਸ ਸਟੈਂਡ ਤੇ, ਮੈਨੂੰ ਉਹ ਕਹਿੰਦੀ, ਛੋਟੀ ਸੀ, ਕਹਿੰਦੀ ਮੈਨੂੰ ਇੱਥੋਂ ਚਾਕਲੇਟ ਦਵਾ ਦਿਓ। ਮੈਂ ਇੱਕ ਵਾਰ ਉਹਨੂੰ ਇਹ ਕਹਿਤਾ, ਡਾਕਟਰ ਸਾਹਿਬ ਵੀ ਮੁੜਦਾ ਹੋਇਆ ਦਵਾਉਂ। ਪਰ ਫੱਟ ਮੈਨੂੰ ਲੱਗਿਆ, ਮੇਰਾ ਸ਼ਾਇਦ ਕਵੀ ਮਨ ਕਹਿ ਲਓ, ਯਾਰ ਵੀ ਮੁੜਦਾ ਹੋਇਆ ਕਿਉਂ ਦਵਾਉਂ, ਮੈਂ ਦਵਾਉਣਾ ਤਾਂ ਹੈ ਉਹਨੂੰ, ਹੁਣੇ ਕਿਉਂ ਨਾ ਦਵਾਵਾਂ, ਮੈਂ ਉਹਨੂੰ ਕੱਟਿਆ ਕਿਉਂ ਹੈ। ਮੈਂ ਉੱਥੇ ਹੀ ਰੁਕਿਆ ਤੇ ਉਹਨੂੰ ਚਾਕਲੇਟ ਦਵਾਇਆ। ਤਾਂ ਮੈਂ ਬੱਚਿਆਂ ਤੋਂ ਮੈਨੂੰ ਲੱਗਦਾ ਬਹੁਤ ਕੁਝ ਸਿੱਖਿਆ ਹੈ ਕਿ ਮੈਂ ਆਪਣਾ ਵਿਹਾਰ ਕਿਹੋ ਜਿਹਾ ਕਰਨਾ, ਕਿਵੇਂ ਕਰਨਾ। ਤੇ ਨਹੀਂ ਤਾਂ ਅਸੀਂ, ਕਿਉਂਕਿ ਅਸੀਂ ਕਰ ਸਕਦੇ ਹਾਂ ਵੱਡੇ ਵੀ, ਤੂੰ ਇਹ ਨਾ ਕਰ, ਇਉਂ ਕਰ, ਜਾਂ ਹੁਣ ਨਹੀਂ ਕਰਨਾ ਫੇਰ ਕਰ। ਪਰ ਮੈਨੂੰ ਲੱਗਦਾ ਵੀ ਸਾਨੂੰ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ। ਬਹੁਤ ਅੱਛਾ, ਬਹੁਤ ਅੱਛਾ। ਬਿਲਕੁਲ ਸੁਖਨ ਬਾਰੇ ਵੀ ਮੈਂ ਗੱਲ ਕਰਨੀ ਸੀ, ਚਲੋ ਸੁਖਨ ਵਾਲੀ ਗੱਲ ਵੀ ਇਹਦੇ ਵਿੱਚ ਆ ਗਈ। ਬਹੁਤ ਅੱਛੀ ਗੱਲ ਹੈ। ਪ੍ਰੋਡਿਊਸ ਤੋਂ ਰੀਪ੍ਰੋਡਿਊਸ, ਸਰਚ ਤੋਂ ਰੀਸਰਚ ਕਿਵੇਂ ਅਸੀਂ ਕਰਦੇ ਹਾਂ ਚੀਜ਼ਾਂ ਨੂੰ, ਇਹ ਅਸੀਂ ਕਈ ਵਾਰੀ ਆਪਣੇ ਬੱਚਿਆਂ ਤੋਂ ਸਿੱਖਦੇ ਹਾਂ ਸਾਰੀਆਂ ਗੱਲਾਂ ਇਹ। ਗੁਰਪ੍ਰੀਤ, ਅਗਲਾ ਸਵਾਲ ਮੈਂ ਤੁਹਾਨੂੰ ਇਹ ਕਰਨਾ ਹੈ ਕਿ ਕਦੇ ਬੰਦਾ ਐਮਫਿਲਾਂ ਦੇ, PhDਆਂ ਦੇ ਸੁਪਨੇ ਲੈਂਦਾ ਹੈ, ਪਰ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਫਿਰ ਕੋਈ ਬੰਦਾ ਪਾਠਕ੍ਰਮਾਂ 'ਚ ਲੱਗ ਜਾਂਦਾ ਹੈ, ਉੱਤੇ PhD ਐਮਫਿਲਾਂ ਹੋਣ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ ਦੋਨੇ ਗੱਲਾਂ ਤੁਹਾਡੇ ਹਿੱਸੇ ਆਈਆਂ ਨੇ। ਪਹਿਲੀ ਗੱਲ ਤਾਂ ਵਿਗੋਚਾ ਵੀ ਤੁਹਾਡੇ ਹਿੱਸੇ ਆਇਆ ਹੈ, ਦੂਜੀ ਗੱਲ ਦੀ ਖੁਸ਼ੀ ਵੀ ਤੁਹਾਡੇ ਹਿੱਸੇ ਆਈ ਹੈ। ਅੱਜ ਇਹਨਾਂ ਦੋਨਾਂ ਗੱਲਾਂ ਨੂੰ ਅੱਜ ਦੀ ਸਟੇਜ ਤੇ ਖੜ ਕੇ ਕਿਵੇਂ ਮਹਿਸੂਸ ਕਰਦੇ ਹੋ? ਵਿਗੋਚੇ ਨੂੰ ਵਿਗੋਚੇ ਵੇਲੇ ਤੁਸੀਂ ਉਵੇਂ ਮਹਿਸੂਸ ਕੀਤਾ ਹੋਣਾ ਵੀ ਮੈਂ ਨਹੀਂ ਕਰ ਸਕਿਆ ਹੈਗਾ, ਤੇ ਬਾਅਦ 'ਚ ਖੁਸ਼ੀ ਵੀ ਹੋਈ, ਪਰ ਹੁਣ ਦੋਨੇ ਗੱਲਾਂ ਤੁਹਾਡੇ ਸਾਹਮਣੇ ਨੇ, ਹੁਣ ਕਿਵੇਂ ਮਹਿਸੂਸ ਕਰਦੇ ਹੋ? ਵਧੀਆ ਸਵਾਲ ਹੈ ਡਾਕਟਰ ਸਾਹਿਬ। ਪਤਾ ਕੀ ਹੈ ਵੀ ਮੈਨੂੰ, ਮੈਂ ਨਾ ਆਪਦੇ ਨਾਮ, ਕਿਉਂਕਿ ਮੇਰਾ ਛੋਟਾ ਜਿਹਾ ਨਾਮ ਹੈ ਗੁਰਪ੍ਰੀਤ ਜੀ, ਤੇ ਇਹ ਤੁਸੀਂ ਦੇਖਿਆ, ਤੁਸੀਂ ਵੀ ਟੀਚਰ ਹੋ, ਆਪਣੀ ਹਰ ਜਮਾਤ ਦੇ ਵਿੱਚ 5-7 ਬੱਚਿਆਂ ਦਾ ਨਾਮ ਗੁਰਪ੍ਰੀਤ ਹੁੰਦਾ। ਤੇ ਮੈਂ ਇਹ ਡਾਕਟਰ ਜਗਤਾਰ ਦੇ ਨਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਨਾਂ ਇਕੱਲਾ ਗੁਰਪ੍ਰੀਤ ਰੱਖਿਆ ਸੀ। ਤੇ ਮੈਂ ਸੋਚਿਆ ਸੀ ਮੈਂ PhD ਕਰਕੇ ਡਾਕਟਰ ਗੁਰਪ੍ਰੀਤ ਲਿਖਣ ਲੱਗੂ, ਹੋ ਜੂਗਾ। ਤੇ ਪਰ ਹੋਇਆ ਕੀ ਕਿ ਜਦੋਂ ਸ਼ਬਦਾਂ ਦੀ ਮਰਜ਼ੀ ਕਿਤਾਬ ਆਈ, ਉਹਨਾਂ ਦਿਨਾਂ ਵਿੱਚ ਹੀ ਮੈਂ ਇਸ PhD ਦੇ ਚੱਕਰ 'ਚ ਸੀਗਾ। ਪਰ ਉਹ ਸ਼ਬਦਾਂ ਦੀ ਮਰਜ਼ੀ ਨੂੰ ਮਤਲਬ ਬਹੁਤ ਚੰਗਾ ਹੁੰਗਾਰਾ ਮਿਲਿਆ ਮੈਨੂੰ। ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਵਿਤਾ ਪੁਰਸਕਾਰ ਵੀ ਦਿੱਤਾ। ਸੱਚੀ ਗੱਲ ਇਹ ਹੈ ਕਿ ਉਹਨਾਂ ਵੇਲਿਆਂ ਵਿੱਚ ਸੁਣਦਾ ਮੈਨੂੰ ਕਵਿਤਾ ਮਤਲਬ ਚੜ ਗਈ ਕਵਿਤਾ, ਹਨਾ। ਮੈਨੂੰ ਲੱਗਿਆ ਯਾਰ PhDਆਂ ਕੀ ਹੁੰਦੀਆਂ, ਮਤਲਬ ਮੈਂ ਜਦੋਂ ਉਹਨਾਂ ਵੇਲਿਆਂ 'ਚ ਕਰਨੀ ਸੀ। ਇਹ ਮੌਕਾ ਮਤਲਬ ਜਾਂਦਾ ਵੀ ਰਿਹਾ, ਪਰ ਇਹਦੇ ਨਾਲ ਹੀ ਡਾਕਟਰ ਜਸਵਿੰਦਰ ਸਿੰਘ ਹੋਰਾਂ ਨੇ ਮੈਨੂੰ ਹਾਂ ਵੀ ਕਰਤੀ ਕਿ ਗੁਰਪ੍ਰੀਤ ਤੈਨੂੰ PhD ਕਰਾਉਣੀ ਆ। ਉਹ ਟੈਸਟ ਮੇਰਾ ਕਲੀਅਰ ਸੀ, ਮਤਲਬ UGC ਨੈਟ ਵੀ ਕਲੀਅਰ ਸੀ, ਉਹ ਜਿਹੜਾ ਯੂਨੀਵਰਸਿਟੀ ਲੈਂਦੀ ਉਹ ਵੀ ਕਲੀਅਰ ਸੀ। ਹਾਂ, ਐਂਟਰੈਂਸ ਟੈਸਟ। ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਤੂੰ ਐਂ ਕਰ, ਜਸਵੰਤ ਸਿੰਘ ਨੇਕੀ ਦੀਆਂ ਕਿਤਾਬਾਂ ਪੜ੍ਹ ਲੈ, ਤੈਨੂੰ ਨੇਕੀ ਤੇ PhD ਕਰਾਉਣੀ। ਮੈਨੂੰ ਯਾਦ ਹੈ ਹੁਣ ਤੱਕ।
ਔਰ ਪਰ ਸੱਚ ਪੁੱਛੋ ਵੀ ਮੈਨੂੰ ਲੱਗਦਾ ਵੀ ਜੇ ਮੈਂ ਉਦੋਂ ਕਵਿਤਾ ਆਪਦੀ ਜਿਹੜੀ ਚੜੀ ਹੋਈ ਉਹਨੂੰ ਉਤਾਰ ਕੇ PhD ਕਰ ਲੈਂਦਾ ਡਾਕਟਰ ਸਾਹਿਬ ਨਾਲ ਜੁੜ ਕੇ, ਡਾਕਟਰ ਜਸਵਿੰਦਰ ਹੋਰਾਂ ਨਾਲ, ਔਰ ਨੇਕੀ ਤੇ ਕਰ ਲੈਂਦਾ, ਤਾਂ ਹੋ ਸਕਦਾ ਵੀ ਮੈਂ ਹੁਣ ਸਕੂਲ ਜਾਂ ਪਰੀ ਥਾਂ ਤੇ ਹੋ ਸਕਦਾ ਕਿਤੇ ਹਨਾ ਕਾਲਜ ਯੂਨੀਵਰਸਿਟੀ ਚ ਹੁੰਦਾ, ਉਹ ਦੋ ਚੀਜ਼ਾਂ ਐਸੀਆਂ ਰਲ ਜਾਂਦੀਆਂ। ਤਾਂ ਇਹ ਗੱਲ ਤਾਂ ਮੈਨੂੰ ਹੁਣ ਵੀ ਲੱਗਦੀ ਹੈ ਵੀ ਯਾਰ ਤੂੰ ਸਕੂਲ ਤੋਂ ਕਾਲਜ ਯੂਨੀਵਰਸਿਟੀ ਜਾ ਸਕਦਾ ਸੀ ਜੇ ਇਹ ਕਰ ਲੈਂਦਾ ਹਨਾ, ਪਰ ਉਹ ਛਡਾਈ ਮੇਰੀ ਕਵਿਤਾ ਨੇ, ਮੈਨੂੰ ਲੱਗਾ ਵੀ ਕਿਆ ਹੈ PhD, ਠੀਕ ਹੈ। ਪਰ ਉਹ ਹੁਣ ਚੰਗਾ ਲੱਗਦਾ ਕਿ ਬਾਅਦ ਚ ਮਤਲਬ ਸਿਲੇਬਸ ਚ ਵੀ ਪੜ੍ਹਾਇਆ ਜਾਣ ਲੱਗ ਗਿਆ, ਮਤਲਬ ਐਮਫਿਲਾਂ PhDਆਂ ਵੀ ਹੋ ਗਈਆਂ ਹਨਾ। ਹੁਣ ਤਾਂ ਮੈਂ ਇਹੀ ਕਹਿਣਾ ਵੀ ਯਾਰ ਮੈਂ ਕੀਤੀ ਨਹੀਂ ਇਸ ਲਈ ਮੇਰੇ ਤੇ ਹੋਣ ਲੱਗ ਗਏ। ਪਰ ਇਹ ਗੱਲ ਤੁਹਾਡੀ ਸਹੀ ਹੈ ਕਿ ਜੇ ਇਹ ਮੈਂ ਕਰ ਲੈਂਦਾ ਤਾਂ ਮਤਲਬ ਮੈਨੂੰ ਇਹਦਾ ਕੋਈ ਸ਼ਾਇਦ ਇਹ ਫਾਇਦਾ ਵੀ ਹੁੰਦਾ ਮੇਰੇ ਅਹੁਦੇ ਦਾ, ਇਕਨੋਮਿਕਲੀ ਹਨਾ। ਪਰ ਇਹ ਗੱਲਾਂ ਮੈਨੂੰ ਲੱਗਦਾ ਉਸ ਤਰ੍ਹਾਂ ਵੀ ਹੈ ਜਿਵੇਂ ਮੈਂ ਹੁਣ ਤੁਹਾਡੇ ਸੰਬੰਧ ਚ ਵੀ ਜੇ ਕਹਿਣਾ ਹੋਵੇ, ਡਾਕਟਰ ਸਾਹਿਬ ਤੁਸੀਂ ਬਹੁਤ ਅੱਛੀ ਮਤਲਬ ਤੁਹਾਡੀ ਅਕੈਡਮਿਕ ਸਾਰੀ ਉਹ ਹੈ, ਪਰ ਤੁਸੀਂ ਵੀ ਮੇਰੇ ਵਾਂਗ ਹੀ ਸਕੂਲ ਟੀਚਰ ਹੋ। ਤਾਂ ਬਸ ਇਹ ਦੋਨੇ ਗੱਲਾਂ ਹੀ ਹੈ। ਹੁਣ ਮੈਨੂੰ ਇਸ ਮੌਕੇ ਤੇ ਆ ਕੇ ਲੱਗਦਾ ਵੀ ਕਰ ਲੈਂਦਾ ਤਾਂ ਇਹ ਹੋਣਾ ਸੀ। ਹੁਣ ਮੈਨੂੰ ਬਗੋਚਾ ਨਹੀਂ ਲੱਗਦਾ, ਪਰ ਮੈਨੂੰ ਆਪਣੇ ਨਾਂ ਬਾਰੇ ਐਂ ਜ਼ਰੂਰ ਲੱਗ ਜਾਂਦਾ ਕਿ ਇਕੱਲਾ ਹੀ ਰਹਿ ਗਿਆ ਯਾਰ। ਕਿਆ ਬਾਤ ਹੈ। ਗੁਰਪ੍ਰੀਤ ਰਹਿ ਗਿਆ, ਪਰ ਹੁਣ ਕਵੀ ਫਿਰ ਇਸ ਲਈ ਤੁਹਾਨੂੰ ਕਈ ਵਾਰ ਸ਼ਾਇਰ ਗੁਰਪ੍ਰੀਤ ਕਹਿਣਾ ਪੈਂਦਾ ਹਨਾ ਬੰਦੇ ਨੂੰ, ਕਈ ਫਿਰ ਮਾਨਸਾ ਵੀ ਪਿੱਛੇ ਲਾਉਂਦੇ ਆ ਹਨਾ। ਤੇ ਇੱਕ ਗੱਲ ਮੈਂ ਇਹ ਜ਼ਰੂਰ ਕਹਿਣਾ, ਹੁਣ ਡਾਕਟਰ ਸਾਹਿਬ ਮੇਰੇ ਉੱਤਰ ਵੀ ਲੰਬੇ ਹੁੰਦੇ ਆ, ਹੋ ਗਏ ਤੁਹਾਡੇ ਸਵਾਲ ਹੋਰ ਪਏ ਹੋਣਗੇ ਜੀ, ਕਿ ਬੰਦੇ ਨੂੰ ਨਾਲ ਦੇ ਨਾਲ ਕੁਛ ਨਾ ਕੁਛ ਤਾਂ ਲਾ ਹੀ ਲੈਣਾ ਚਾਹੀਦਾ ਹੈ, ਨਹੀਂ ਤਾਂ ਫਿਰ ਉਹ ਆਪਦੇ ਪਿੰਡ ਦਾ ਨਾਂ ਲੋਕ ਮੱਲੋ ਮੱਲੀ ਜੋੜ ਦਿੰਦੇ ਆ, ਉਹਨਾਂ ਨੂੰ ਜੋੜਨਾ ਪੈਂਦਾ ਕਿਉਂਕਿ ਹੁਣ ਗੁਰਪ੍ਰੀਤ ਸਾਡੇ ਕਵੀ ਗੁਰਪ੍ਰੀਤ ਕੌਰ, ਇੱਕ ਗੁਰਪ੍ਰੀਤ ਅੰਬਾਲੇ ਤੋਂ ਹੈ, ਇੱਕ ਫਗਵਾੜੇ ਤੋਂ ਹੈ ਗੁਰਪ੍ਰੀਤ, ਦੋ ਤਾਂ ਕੁੜੀਆਂ ਨੇ, ਇੱਕ ਸਾਡੀ ਕੁੜੀ ਉਹਨੇ ਗੀਤ ਲਾ ਲਿਆ ਸੀ ਪਿੱਛੋਂ ਚੜੀ ਗਈ। ਇਹ ਸੰਸਾਰ ਪਰ ਇੱਕ ਗੱਲ ਹੈ ਕਿ ਜਿਹੜੇ ਬਾਅਦ ਵਾਲੇ ਗੁਰਪ੍ਰੀਤ ਹੋਏ ਨੇ ਉਹਨਾਂ ਨੇ ਆਪਣੇ ਨਾਂ ਨਾਲ ਕੁਝ ਨਾ ਕੁਝ ਲਾ ਲਿਆ, ਇਸ ਕਰਕੇ ਤੁਸੀਂ ਗੁਰਪ੍ਰੀਤ ਵੱਖਰੇ ਹੋ। ਆਹੋ ਚਲੋ ਚੰਗੀ ਗੱਲ ਹੈ। ਮੈਂ ਨਾ ਡਾਕਟਰ ਸਾਹਿਬ ਇਹ ਵੀ ਗੱਲ ਹੈ, ਮੈਂ ਨਾ ਗਰਾਸ ਆਪਦੇ ਪਿੱਛੇ ਲਾ ਲਿਆ ਸੀ। ਅੱਛਾ, ਗੁਰਪ੍ਰੀਤ ਗਰਾਸ ਮੇਰੇ ਕੋਲ ਸਕੈਚ ਛਪੇ ਮਤਲਬ ਉਹਨਾਂ ਦਿਨਾਂ ਚ ਸੰਡੇ ਅਬਜ਼ਰਵਰ ਤੇ ਹੋਰ ਬਾਗਾਰਥ ਵਗੈਰਾ। ਜਦੋਂ ਮੈਂ ਪਹਿਲੀ ਕਿਤਾਬ ਮੇਰੀ ਛਪ ਰਹੀ ਸੀ ਨਾ ਸ਼ਬਦਾਂ ਦੀ ਮਰਜ਼ੀ, ਡਾਕਟਰ ਨੂਰ ਹੋਰਾਣੀ ਦੀ ਭੂਮਿਕਾ ਲਿਖੀ, ਮੈਂ ਡਾਕਟਰ ਨੂਰ ਹੋਰਾਂ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਮੈਂ ਆਪਦੇ ਨਾਂ ਪਿੱਛੇ ਗਰਾਸ ਨਾ ਲਾ ਲਾ। ਉਹ ਮੈਨੂੰ ਕਹਿੰਦੇ ਛੱਡ ਯਾਰ ਤੈਨੂੰ ਸਾਰੇ ਗੁਰਪ੍ਰੀਤ ਕਰਕੇ ਜਾਣਦੇ। ਸਹੀ ਗੱਲ, ਮਤਲਬ ਉਹ ਉਦੋਂ ਵੇਲਿਆਂ ਚ ਉਹਨਾਂ ਵੇਲਿਆਂ ਚ ਉਹਨਾਂ ਦਾ ਇੱਕ ਵੱਡਾ ਮੈਨੂੰ ਮੈਂ ਕਹਿ ਸਕਦਾ ਮੇਰੇ ਲਈ ਕੰਪਲੀਮੈਂਟ ਸੀ, ਤੇ ਪਰ ਉਹਨਾਂ ਕਰਕੇ ਫਿਰ ਮੈਂ ਇਕੱਲਾ ਗੁਰਪ੍ਰੀਤ ਹੀ ਹਾਂ ਜੀ। ਬਹੁਤ ਵਧੀਆ। ਮੈਂ ਦੋ ਸਵਾਲ ਹੋਰ ਪੁੱਛਣੇ ਨੇ, ਫਿਰ ਆਪਾਂ ਇੱਕ ਦੋ ਸਵਾਲ ਦੋਸਤਾਂ ਨੂੰ ਵੀ ਕਹਾਂਗੇ ਉਹ ਪੁੱਛਣਗੇ। ਇੱਕ ਸਵਾਲ ਥੋੜਾ ਜਿਹਾ ਔਖਾ ਪੁੱਛ ਰਿਹਾ ਮੈਂ, ਔਖਾ ਇਨ ਦਾ ਸੈਂਸ ਤੁਹਾਡੇ ਲਈ ਕੋਈ ਔਖਾ ਨਹੀਂ ਵੈਸੇ, ਪਰ ਫਿਰ ਵੀ ਕਈ ਬੰਦੇ ਉਸ ਸਵਾਲ ਨੂੰ ਔਖਾ ਮੰਨਦੇ ਨੇ। ਉਹ ਇਹ ਕਿ ਸਾਨੂੰ ਚੀਜ਼ਾਂ ਨੂੰ ਬਲੈਕ ਐਂਡ ਵਾਈਟ ਦੇਖਣ ਦੀ ਆਦਤ ਹੈ। ਸਾਡੇ ਲਈ ਬਹੁਤ ਸਾਰੇ ਲੋਕ ਬਲੈਕ ਹੋ ਜਾਂਦੇ ਨੇ, ਬਹੁਤ ਸਾਰੇ ਲੋਕ ਵਾਈਟ ਹੋ ਜਾਂਦੇ ਨੇ, ਕੁਝ ਨਾਇਕ ਹੋ ਜਾਂਦੇ ਨੇ, ਕੁਝ ਖਲਨਾਇਕ ਹੋ ਜਾਂਦੇ ਨੇ। ਅਸੀਂ ਅਕਸਰ ਇਤਿਹਾਸ ਨੂੰ, ਕਲਚਰ ਨੂੰ ਇਸ ਤਰ੍ਹਾਂ ਦੇਖਦੇ ਹਾਂ। ਉਹ ਸਾਡੇ ਸਿਲੇਬਸ ਦੇ ਵਿੱਚ ਵੀ ਆ ਜਾਂਦੀਆਂ ਨੇ ਚੀਜ਼ਾਂ, ਜਦੋਂ ਪੰਜਾਬੀ 'ਚ ਖਾਸ ਤੌਰ ਤੇ ਤੁਸੀਂ ਪੰਜਾਬੀ ਨਾਲ ਜੁੜੇ ਹੋਏ ਹੋ, ਜਦੋਂ ਹੀਰ ਰਾਂਝੇ ਆ ਜਾਂਦੇ ਨੇ, ਸੱਸੀ ਪੁੰਨੂ ਆ ਜਾਂਦੇ ਨੇ, ਤੇ ਉਹ ਮਤਲਬ ਅਕਸਰ ਲੋਕ ਪੁੱਛਦੇ ਨੇ ਕਿ ਸਿਲੇਬਸਾਂ 'ਚ ਕਾਹਤੋਂ ਲਾਏ ਜਾਂਦੇ ਨੇ ਜੀ, ਇਹਨਾਂ ਨੂੰ ਕਿਉਂ ਪੜ੍ਹਾਈਏ ਅਸੀਂ, ਇਹਨਾਂ ਦਾ ਕੀ ਫਾਇਦਾ ਪੜ੍ਹਾਉਣ ਦਾ, ਕੀ ਅਸੀਂ ਆਪਣੇ ਬੱਚਿਆਂ ਨੂੰ ਹੁਣ ਇਹ ਬਣਾਵਾਂਗੇ। ਤੁਸੀਂ ਬਤੌਰ ਸ਼ਾਇਰ, ਬਤੌਰ ਪੰਜਾਬੀ ਅਧਿਆਪਕ ਕੀ ਮਹਿਸੂਸ ਕਰਦੇ ਹੋ ਜਦੋਂ ਅਸੀਂ ਉਹਨਾਂ ਨੂੰ ਐ ਵੰਡ ਕੇ ਦੇਖਣ ਲੱਗ ਜਾਂਦੇ ਆ ਕਿ ਆ ਨਾਇਕ ਹੈ, ਆ ਖਲਨਾਇਕ ਹੈ? ਦੇਖੋ ਨਾਇਕ ਖਲਨਾਇਕ ਜਾਂ ਸਿੱਧੇ ਤੌਰ ਤੇ ਜਦੋਂ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹੀਰ ਰਾਂਝਾ ਹਨਾ, ਜਾਂ ਇਹ ਬਹੁਤ ਸਾਰੇ ਸਵਾਲ ਅਧਿਆਪਕ ਵੀ ਸੈਮੀਨਾਰਾਂ 'ਚ ਵੀ ਕਰਦੇ ਆ ਇਸ ਤਰ੍ਹਾਂ ਦੇ। ਪਰ ਮੈਨੂੰ ਲੱਗਦਾ ਵੀ ਸਾਹਿਤ ਦੇ ਰੂਪ ਵਿੱਚ ਸ਼ਾਇਦ ਤੁਸੀਂ ਤਾਂ ਇਕੱਲੀ ਨਾਇਕ ਤੇ ਖਲਨਾਇਕ ਦੀ ਗੱਲ ਕੀਤੀ ਹੈ, ਸਾਨੂੰ 10ਵੀਂ ਮੇਰੇ ਖਿਆਲ ਵੀ ਇਸ ਤਰ੍ਹਾਂ ਦੀ ਪੰਜਾਬੀ ਉਹਨਾਂ ਨੇ ਬਣਾਈ ਜਿਹਦੇ ਵਿੱਚ ਉਹਨਾਂ ਨੂੰ ਲੱਗਾ ਕਿ ਸਾਹਿਤ ਦੀ ਹਰ ਸਿਨਫ ਨੂੰ, ਹਰ ਵਿਧਾ ਨੂੰ ਪੜ੍ਹਾਇਆ ਜਾਵੇ, ਜਿਹਦੇ ਵਿੱਚ ਵਿਦਿਆਰਥੀ ਨੂੰ ਸਮਝ ਆ ਜਾਏ ਕਿ ਆਹ ਕਿੱਸੇ ਹੁੰਦੇ ਸੀ, ਆਹ ਸੂਫੀ ਕਾਵ ਹੈ, ਆਹ ਗੁਰਮਤਿ ਕਾਵ ਹੈ ਹਨਾ। ਇਹਦੇ ਵਜੋਂ ਇਹ ਮੈਨੂੰ ਲੱਗਦਾ ਪੜ੍ਹਾਉਣਾ ਜ਼ਰੂਰੀ ਹੈ, ਤੇ ਮੈਂ 10ਵੀਂ ਨੂੰ ਬਹੁਤ ਮਹੱਤਵਪੂਰਨ ਸਮਝਦਾ। ਔਰ ਜਿੱਥੋਂ ਤੱਕ ਰਹੀ ਨਾਇਕ ਖਲਨਾਇਕ ਦੀ, ਮੈਨੂੰ ਲੱਗਦਾ ਵੀ ਕੁਛ ਨਾਇਕ ਖਲਨਾਇਕ ਐਸੇ ਨੇ ਜਿਹੜਾ ਨੂੰ ਪੂਰੀ ਸਮੁੱਚ ਬਣਾਉਂਦਾ ਹੈ ਕਿ ਨਾਇਕ ਹੈ। ਉਹ ਅਸੀਂ ਇੱਕ ਬੰਦੇ ਦੇ ਬੱਸ 'ਚ ਨਹੀਂ ਕਿ ਇਹ ਨਾਇਕ ਹੈ, ਇਹ ਖਲਨਾਇਕ ਹੈ। ਤਾਂ ਮੇਰੇ ਖਿਆਲ ਵੀ ਜਦੋਂ ਉਹਨੂੰ ਪੂਰਾ ਸਮੂਹ ਬਣਾਉਂਦਾ ਹੈ
ਤਾਂ ਫਿਰ ਉਹਨੂੰ ਤੋੜਨਾ, ਉਹਦੇ ਨਾਇਕਤਵ ਨੂੰ, ਇਹ ਔਖਾ ਕੰਮ ਵੀ ਹੁੰਦਾ। ਤੇ ਉਸ ਨਾਇਕ ਨੂੰ ਫਿਰ ਅਸੀਂ ਸਵੀਕਾਰਦੇ ਹਾਂ, ਉਹਦੀਆਂ ਬਹੁਤ ਸਾਰੀਆਂ ਨਾਇਕ ਦੀਆਂ ਸਾਡੇ ਕੋਲ ਖੂਬੀਆਂ ਫਿਰ ਵੱਧ ਜਾਂਦੀਆਂ, ਹਨਾ। ਤੇ ਖਲਨਾਇਕ ਦੀਆਂ ਜਿਵੇਂ ਮੈਨੂੰ ਲੱਗਦਾ ਹੈ ਕਿ ਖਾਮੀਆਂ ਸਾਡੇ ਸਾਹਮਣੇ ਵੱਧ ਆਉਂਦੀਆਂ। ਤਾਂ ਸ਼ਾਇਦ ਇਹ ਤਰੀਕਾ ਕਿ ਜਿਹੜੇ ਨਾਇਕ ਨੇ ਉਂਝ ਜੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਮੈਂ ਬਹੁਤ ਸਮਾਂ ਤੇ ਕਰਦਾ ਵੀ ਰਹਿੰਦਾ ਕਿ ਜਦੋਂ ਅਸੀਂ ਇੱਕ ਨੂੰ ਸ਼ਾਬਾਸ਼ ਦਿੰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਲਾਸ ਦੇ ਵਿੱਚ ਕਿ ਜਿਹੜੇ 41 ਆ ਉਹਨਾਂ ਨੂੰ ਅਸੀਂ ਮਾੜੇ ਵੀ ਘੋਸ਼ਿਤ ਕਰਦੇ ਹਾਂ, ਹਨਾ। ਮੈਂ ਕਈ ਵਾਰੀ ਇਹ ਵੀ ਕਰਦਾ ਹੁੰਦਾ ਕਿ ਆਪਾਂ, ਤੁਸੀਂ ਵੀ, ਮੈਂ ਵੀ, ਕਿ ਜੱਜਮੈਂਟ ਤੇ ਜਦੋਂ ਬੈਠਦੇ ਹਾਂ ਆਪਾਂ, ਹਨਾ, ਇਹ ਕਵਿਤਾ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ, ਇਹ ਸਾਰੀਆਂ ਗੱਲਾਂ ਉਹੀ ਨਾਇਕ ਖਲਨਾਇਕ ਵਾਲੀ ਗੱਲ ਹੀ ਹੈ ਕਿ ਅਸੀਂ ਨੂੰ ਇੱਕ ਨੂੰ ਪਹਿਲਾਂ ਬਣਾਉਣਾ ਤਾਂ ਦੂਜੇ ਨੂੰ ਦੂਜੇ ਨੰਬਰ ਤੇ ਲੈ ਆਉਣਾ ਹੈ, ਹਨਾ। ਤਾਂ ਇਸ ਤੋਂ ਬਚਣ ਦੀ ਤਾਂ ਲੋੜ ਹੈ, ਪਰ ਜਿਹੜੇ ਨਾਇਕ ਸਮਾਜ ਨੇ ਸਿਰਜਤੇ ਸਾਡੇ ਸਾਹਮਣੇ, ਹਨਾ, ਉਹਨਾਂ ਦੀਆਂ ਖੂਬੀਆਂ ਸਾਡੇ ਕੋਲ ਵੱਧ ਹੈ ਔਰ ਉਹਨਾਂ ਨੂੰ ਸ਼ਾਇਦ ਅਸੀਂ ਮੰਨ ਕੇ, ਉਹਨਾਂ ਨੂੰ ਚੱਲ ਕੇ ਅਸੀਂ ਤੁਰਦੇ ਹਾਂ, ਕਰਦੇ ਹਾਂ। ਤਾਂ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਉਹਨਾਂ ਨਾਇਕਾਂ ਦੇ ਨਾਲ, ਜਿਵੇਂ ਬਹੁਤ ਸਾਰੇ ਐਸੇ ਵੀ ਗੀਤ ਹੈ ਕਿ ਯਾਰ ਉਹ ਭਗਤ ਸਿੰਘ ਨੂੰ ਨਹੀਂ ਜਾਣਦੇ, ਉਹ ਸਨੀ ਦਿਓਲ ਨੂੰ ਜਾਣਦੇ ਆ, ਹਨਾ। ਉਹਨਾਂ ਨੂੰ ਸਾਡੇ ਇਹਨਾਂ ਯੋਧਿਆਂ ਦਾ ਨਹੀਂ ਪਤਾ, ਉਹਨਾਂ ਨੂੰ ਜਿਹੜਾ ਹੈਗਾ ਸਿੱਧੂ ਮੂਸੇਵਾਲੇ ਦਾ ਪਤਾ ਹੈ। ਮੈਨੂੰ ਲੱਗਦਾ ਜੇ ਦੋਨੋਂ ਦਾ ਹੀ ਪਤਾ ਹੋਵੇ, ਹਨਾ, ਹਰ ਇੱਕ ਦੀ ਆਪਣੀ ਖੂਬੀ ਹੈ, ਮੈਨੂੰ ਲੱਗਦਾ ਵੀ ਉਹਦੇ ਨਾਲ ਇੱਕ ਦੂਜੇ ਨੂੰ ਨਿਵਾਉਣਾ ਜਾਂ ਘਟਾਉਣ ਦੀ ਲੋੜ ਨਹੀਂ ਹੈ, ਸਗੋਂ ਦੋਨਾਂ ਨੂੰ ਜਾਣਨ ਸਮਝਣ ਦੀ ਲੋੜ ਹੈ। ਜੀ ਬਿਲਕੁਲ, ਇਹ ਬੜਾ ਕੰਪਲੀਕੇਟਡ ਵਰਤਾਰਾ ਹੈ ਜਿਹਦੇ ਬਹੁਤ ਵੱਖਰੇ ਪੱਧਰ ਤੇ ਡਿਬੇਟ ਸੰਵਾਦ ਰਚਾਇਆ ਜਾ ਸਕਦਾ ਹੈ ਕਿ ਇਹ ਚੀਜ਼ਾਂ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ, ਕਿਵੇਂ ਪੜ੍ਹਾਇਆ ਜਾਣਾ ਚਾਹੀਦਾ ਹੈ, ਕਿਵੇਂ ਇੰਟਰਪ੍ਰੀਟ ਕਰਨਾ ਚਾਹੀਦਾ ਹੈ। ਚਲੋ, ਤੁਸੀਂ ਇੱਕ ਅਧਿਆਪਕ ਵੀ ਸੀ ਤੇ ਇੱਕ ਸੰਵੇਦਨਸ਼ੀਲ ਬੰਦੇ ਸੀ, ਇਸ ਕਰਕੇ ਮੈਂ ਤੁਹਾਨੂੰ ਸਵਾਲ ਕੀਤਾ ਤੇ ਪੰਜਾਬੀ ਨਾਲ ਜੁੜੇ ਹੋਏ ਵੀ ਸੀ। ਅਗਲਾ ਸਵਾਲ ਤੇ ਲਾਸਟ ਸਵਾਲ ਮੇਰਾ ਇਹ ਹੈ ਕਿ ਸਮਾਜ ਦੇ ਵਿੱਚ ਬੜਾ ਕੁਝ ਵਾਪਰਦਾ ਨਾਲੋਂ ਨਾਲ। ਅੱਜ ਦਾ ਦੌਰ ਬੜੇ ਸੰਕਟਾਂ ਦਾ ਦੌਰ ਹੈ। ਉਹਦੇ ਵਿੱਚ ਇੱਕ ਪਾਸੇ ਮਹਾਮਾਰੀ ਵਰਗੇ ਸੰਕਟ ਨੇ, ਦੂਜੇ ਪਾਸੇ ਕਿਸਾਨੀ ਵਰਗੇ ਸੰਕਟ ਚੱਲ ਰਹੇ ਨੇ। ਤੁਸੀਂ ਬਤੌਰ ਸ਼ਾਇਰ ਤੇ ਬਤੌਰ ਅਧਿਆਪਕ ਇਹਨਾਂ ਸੰਕਟਾਂ ਨੂੰ ਕਿਵੇਂ ਐਡਰੈਸ ਹੁੰਦੇ ਹੋ ਜਾਂ ਨਹੀਂ ਹੁੰਦੇ? ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਵਿਤਾ ਰਾਹੀਂ ਹੁੰਦੇ ਹੋ ਜਾਂ ਇਨਸਾਨ ਦੇ ਤੌਰ ਤੇ ਹੁੰਦੇ ਹੋ? ਦੋਨੇ ਗੱਲਾਂ ਹੀ ਹੈ। ਜਿਵੇਂ ਤੁਸੀਂ ਦੇਖਿਆ ਕਿ ਕਿਸਾਨੀ ਸਾਡਾ ਸੰਘਰਸ਼ ਜਿਹੜਾ ਹੈਗਾ ਚੱਲਿਆ, ਔਰ ਮੈਂ ਮਤਲਬ ਇਹ ਕਹਿ ਸਕਦਾ ਕਿ ਉਸ ਕਵਿਤਾ, ਜਿਹੜੀ ਮੈਂ ਕਵਿਤਾ ਵੀ ਲਿਖੀ, ਉਹਦੇ ਤੇ ਇੱਕ ਲਿਖੀ ਗਈ ਮੇਥੋਂ, ਮੀਲਾਂ ਲੰਮੀ ਸਤਰ, ਉਹ ਆਪਾਂ ਤੁਹਾਡੇ ਪ੍ਰੋਗਰਾਮ ਸੁਣਾਈ ਵੀ ਹੈ। ਬਿਲਕੁਲ। ਤਾਂ ਪਰ ਮੈਨੂੰ ਇਹ ਯਾਦ ਹੈ ਉਦੋਂ ਤੋਂ ਲੈ ਕੇ ਜਦੋਂ ਉਹ ਕਿਸਾਨ ਸਾਰੇ ਜਾ ਰਹੇ ਸੀ, ਮਤਲਬ ਉਹਨਾਂ ਤੇ ਉਹ ਕਵਿਤਾ 'ਚ ਵੀ ਮੈਂ ਲਿਖਿਆ, ਤਾਂ ਮੈਂ ਇੱਕ ਤਰੀਕੇ ਦਾ ਉਹਨਾਂ ਦੇ ਨਾਲ ਹੀ ਸੀ। ਮਤਲਬ ਭਾਵੇਂ ਮੈਂ ਘਰੇ ਬੈਠਾ ਸੀ, ਬਹੁਤ ਸਾਰੇ ਕਹਿੰਦੇ ਕਿ ਰਜਾਈ ਵਿਦਵਾਨ ਹੁੰਦੇ ਆ ਇਹ, ਘਰੇ ਬੈਠੇ ਏਸੀ ਦੇ ਵਿਦਵਾਨ ਨੇ ਜਾਂ ਏਸੀ ਦੇ ਸ਼ਾਇਰ ਨੇ, ਪਰ ਮੈਨੂੰ ਲੱਗਦਾ ਹੁੰਦਾ ਕਿ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਇੱਕ ਉਹ ਹੁੰਦੇ ਜਿਹੜੇ ਐਕਟਿਵਿਸਟ ਹੁੰਦੇ ਆ, ਉੱਥੇ ਜਾਂਦੇ ਆ, ਮੂਹਰੇ ਲੜਦੇ ਆ, ਪਰ ਕੁਝ ਬੰਦੇ ਐਸੇ ਵੀ ਹੁੰਦੇ ਜਿਹੜੇ ਘਰੇ ਬੈਠੇ ਹੀ ਲੜ ਰਹੇ ਹੁੰਦੇ ਆ। ਘਰੇ ਮਤਲਬ ਮੈਨੂੰ ਬਹੁਤ ਵਾਰ ਹੁੰਦਾ ਹੈ, ਇਹ ਮੇਰੇ ਬੱਚਿਆਂ 'ਚ ਵੀ ਹੋ ਗਿਆ ਕਿਤੇ, ਉਹ ਕਹਿੰਦੇ ਕਿ ਮੈਂ ਜਦੋਂ ਕਿਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਦੇਖਦਾ ਨਾ, ਜਾ ਰਹੇ ਲੋਕ, ਆਪਣੇ ਹੱਕਾਂ ਲਈ ਲੜਦੇ ਲੋਕ, ਤਾਂ ਮੈਂ ਬਹੁਤ ਹੁੱਕੀ ਰੋਣਾ। ਮਤਲਬ ਇਹ ਸ਼ਾਇਦ ਮੇਰੇ ਪਤਾ ਨਹੀਂ ਕਵੀ ਹੋਣ ਦੀ ਇਹ ਗੱਲ ਹੈ ਜਾਂ ਮੇਰੀ ਖੂਬੀ ਖਾਮੀ ਹੈ। ਤਾਂ ਮੈਨੂੰ ਲੱਗਦਾ ਵੀ ਮੇਰੇ ਇਸ ਸਾਰੀਆਂ ਸਮੱਸਿਆ ਨੂੰ ਜਾਂ ਪੂਰੇ ਸਮਾਜ ਨੂੰ ਜਿਹੜਾ ਹੈਗਾ, ਮੇਰਾ ਤਰੀਕਾ ਉਹੀ ਹੈ, ਸ਼ਬਦ ਹੈ ਜਾਂ ਫੋਟੋਗ੍ਰਾਫੀ ਹੈ, ਆਰਟ ਹੈ। ਮਤਲਬ ਉਹ ਬਹੁਤਾ ਮੈਨੂੰ ਹੀ ਪਤਾ ਹੁੰਦਾ ਤੇ ਉਹ ਸ਼ਬਦਾਂ ਰਾਹੀਂ ਕਿਤੇ ਕਲਾ ਦੇ ਰੂਪ ਵਿੱਚ ਹੀ ਜਾਂਦਾ। ਤਾਂ ਮੈਂ ਕਹਿ ਸਕਦਾ ਕਿ ਵੀ ਮੈਂ ਨਾ ਇੱਕ ਮਨੁੱਖ ਵਜੋਂ ਉਨਾ ਕੁ ਹੀ ਐਕਟਿਵ ਹਾਂ ਜਿੰਨਾ ਕਿ ਮੇਰੇ ਸੁਭਾਅ ਦਾ ਹਿੱਸਾ ਹੈ। ਪਰ ਕਲਾ ਦੇ ਪੱਖ ਤੋਂ ਮੈਂ ਇਹਨਾਂ ਸਾਰੀਆਂ ਮਤਲਬ ਜਿਹੜੇ ਸਾਡੀਆਂ ਸਮੱਸਿਆਵਾਂ ਨੇ ਜਾਂ ਸਮਾਜ ਨੇ, ਸਾਡੀਆਂ ਕੁਰੀਤੀਆਂ, ਰੀਤਾਂ, ਰਿਵਾਜ, ਉਹਨਾਂ ਸਾਰਿਆਂ ਨੂੰ ਮੁਕਾ ਦੋ ਹੈਗਾ ਹੀ ਹੈਗਾ ਤੇ ਹੁੰਦਾ ਹੀ। ਜੀ, ਤੇ ਇਹ ਕਵਿਤਾ ਜੇ ਤੁਸੀਂ ਸੁਣਾ ਸਕਦੇ ਹੋ, ਕਿਸਾਨੀ ਵਾਲੀ ਕਵਿਤਾ ਮੀਲਾਂ ਲੰਮੀ ਸਤਰ? ਮੈਂ ਦੇਖਦਾ, ਲੱਭਦਾ। ਮੈਂ ਇਹਦੇ ਵਿੱਚ ਨਵੀਂ ਮੇਰੀ ਕਿਤਾਬ ਜਿਹੜੀ ਹੈ ਨਾ, ਉਹਦਾ ਮੈਂ ਨਾਂ ਰਾਹਕ ਰੱਖਿਆ। ਡਾਕਟਰ ਸਾਹਿਬ, ਕੀ ਰੱਖਿਆ? ਰਾਹਕ। ਓਕੇ। ਤੇ ਰਾਹਕ ਵੀ ਜਿਹੜਾ ਹੈਗਾ ਉਹ ਕਿਸਾਨੀ ਉਸ ਨਾਲ ਹੀ ਜੁੜਿਆ। ਮਤਲਬ ਧਰਤੀ 'ਚ ਖਿੱਚੀ ਹੋਈ ਲੀਕ ਨੂੰ ਕਹਿੰਦੇ ਰਾਹਕ ਕਹਿੰਦੇ। ਮਤਲਬ ਹਲ ਨਾਲ ਜਿਹੜੀ ਆਪਾਂ ਗੱਲ ਕੀਤੀ ਸੀ, ਆਪਾਂ ਹਲਾਂ ਕਹਿੰਦੇ ਆ ਰਾਹਕ। ਫਿਰ ਉਹ ਚੱਕੀ ਨੂੰ ਰਾਹੁਣ ਵਾਲਾ ਵੀ ਰਾਹਕ ਹੁੰਦਾ, ਹਨਾ, ਰਾਹ ਨਾਲ ਤੁਰਿਆ ਬੰਦਾ ਵੀ। ਤੇ ਕਵਿਤਾ ਮੈਨੂੰ ਲੱਭ ਗਈ ਹੈ, ਮੈਂ ਤੁਹਾਨੂੰ ਸੁਣਾ ਦਿੰਦਾ, ਮੀਲਾਂ ਲੰਮੀ ਸਤਰ। ਜੀ।
मीलां लम्मी सातर सिदक सबर ते मीलां लम्मा सफर है। हम्म, पहले दिन तुरे जदों ये भोले भंडारी बना ते उदों ही बगाने वो भी अपने। क्या बात। राज पत्थर भारे देखो मुस्काए सिरों जो पंड लाउंदे चरी दी कर दिता सड़क दा सिर खाली। हम्म, राज पत्थर भारे देखो मुस्काए सिरों जो पंड लाउंदे चरी दी कर दिता सड़क दा सिर खाली। अथरू गैस दे गोले भरे तां भी हसे कौड़ा पानी निकल गया अखां चों क्या जो बात। पाई होवे अंबर धारा अखां दी दारू हुण साफ दिसन लग पिया सगों कई इकट्ठे ही बोले। क्या बात, बहुत अच्छी। हम्म, की करनगियां पानी दियां बछाड़ां हम्म, सिद्धा खेतों आए सी मिट्टी लै गई चंगा होया दिल्ली नूं मिलन लई नहाउणा जरूरी सी एक बजुर्ग ने मशक की। क्या बात। हम्म, मिट्टी लै गई चंगा होया दिल्ली नूं मिलन लई नहाउणा जरूरी सी एक बजुर्ग ने मशकरी कीती। मैं घरे बैठा लाइव देख रहा सब हुक्की हुक्की रोया मैथों इन्ना ही होया। क्या बात, बहुत बढ़िया, बहुत बढ़िया। ਹੁੱਕੀ ਹੁੱਕੀ ਰੋਣਾ ਤੇ ਇੰਨਾ ਹੀ ਹੋਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਜਿਹੜਾ ਬੰਦਾ ਕਿਸੇ ਵੀ ਥਾਂ ਤੇ ਬੈਠਾ ਕਿਸੇ ਦੀ ਗੱਲ ਕਰਦਾ ਹੈ, ਚਾਹੇ ਉਹ ਹੋਰ ਕੁਝ ਕਰਦਾ ਜਾਂ ਨਹੀਂ ਕਰਦਾ, ਉਹ ਆਪਣੇ ਆਪ 'ਚ ਹੀ ਵੱਡੀ ਗੱਲ ਹੈ ਕਿ ਉਹਦੀ ਗੱਲ ਕਰਦਾ ਹੈ। ਉਹਦੀ ਗੱਲ ਕਰਨਾ ਹੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਤੇ ਸ਼ਾਇਰ ਜਦੋਂ ਆਪਣੀ ਕਵਿਤਾ ਰਾਹੀਂ ਗੱਲ ਕਰਦਾ ਹੁੱਕੀ ਹੁੱਕੀ ਰੋਂਦਾ ਹੈ ਤਾਂ ਉਹਦੇ ਅੰਦਰਲੀ ਸੰਵੇਦਨਾ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਹੈ। ਸੋ ਇਹੋ ਜਿਹੇ ਅਹਿਸਾਸ ਗੁਰਪ੍ਰੀਤ ਦੀਆਂ ਕਵਿਤਾਵਾਂ ਦੇ ਵਿੱਚ, ਹੋਰ ਬਹੁਤ ਸਾਰੀਆਂ ਕਵਿਤਾਵਾਂ ਦੇ ਵਿੱਚ ਵਾਰ-ਵਾਰ ਆਉਂਦੇ ਨੇ। ਗੱਲਾਂ ਬਹੁਤ ਸਾਰੀਆਂ ਹੋਰ ਹੋ ਸਕਦੀਆਂ ਨੇ, ਮੁੱਕਦੀਆਂ ਨਹੀਂ ਹੈਗੀਆਂ, ਪਰ ਮੈਂ ਚਾਹੁੰਦਾ ਕਿ ਮੇਰੇ ਦੋਸਤ, ਬਾਕੀ ਦੋਸਤ ਜੇ ਕੋਈ ਸਵਾਲ ਕਰਨਾ ਚਾਹੁੰਦੇ ਨੇ ਉਹ ਜ਼ਰੂਰ ਸਵਾਲ ਕਰਨ, ਗੁਰਪ੍ਰੀਤ ਤੋਂ ਕੁਝ ਪੁੱਛਣਾ ਚਾਹੁੰਦੇ ਨੇ ਜ਼ਰੂਰ ਪੁੱਛਣ। ਤੇ ਸੁਖਜੀਵਨ ਨੂੰ ਮੈਂ ਇਹ ਵੀ ਕਹੂੰਗਾ ਕਿ ਜੇ ਫੇਸਬੁੱਕ ਵਾਲੇ ਪਾਸੇ ਕੋਈ ਸਵਾਲ ਇਹੋ ਜਿਹਾ ਹੈਗਾ ਤਾਂ ਉਹ ਵੀ ਗੁਰਪ੍ਰੀਤ ਨੂੰ ਕੀਤਾ ਜਾ ਸਕਦਾ ਹੈ। ਕੋਈ ਵੀ ਦੋਸਤ ਜੇ ਕੋਈ ਸਵਾਲ ਕਰਨਾ ਚਾਹੁੰਦਾ ਹੈ, ਰੁਪਿੰਦਰ, ਇੰਦਰਪ੍ਰੀਤ ਧਾਮੀ, ਸੁਖਜੀਵਨ, ਗੁਰਨੈਬ, ਹੋਰ ਜਿਹੜੇ ਸਾਥੀ ਨਾਲ ਜੁੜੇ ਹੋਏ ਨੇ। जी, तामी साहब। हेलो जी, हाँ जी सर। हाँ जी। बहुत बहुत सोहना लगा जी, बड़ा चंगा लगा गुरप्रीत होरां नूं सुन के। मैं जदों इन्हां दा पोस्टर बन के आया ते मैं महसूस कर रहा सीगा कि बहुत घट गल करने वाले होरां नूं मैं लगभग पौना घंटा सुनांगा, बड़ा अमीर जापांगा, अपने आप नूं महसूस करांगा। पर वाकई अज बहुत सोहना लगा, बड़ा चंगा लगा जी। सवाल एक यह हैगा कि इन्हां दे ना उस जिस दिन मैनूं पहले दिन मिले ते पुस्तक सीगी इन्हां दे हत्थ च, हरे हरे तारे इन्हां दी अनुवादित सीगे, नाल होर साथी दी सीगी ते ਉਹਦੇ ਚ ਇਹਨਾਂ ਦਾ ਇੱਕ ਬਹੁਤ ਛੋਟੀ ਕਲਾਸ ਦਾ ਬੱਚਾ ਸੀਗਾ, ਸ਼ਾਇਦ ਤੀਜੀ ਕਲਾਸ ਦਾ ਬੱਚਾ ਸੀਗਾ, ਚੌਥੀ ਦਾ। ਉਹਨੇ ਇੱਕ ਹਾਈਕੂ ਲਿਖਿਆ ਸੀਗਾ, ਮੇਰੀ ਮਾਂ ਮਟਰ ਕੱਟੇ ਹਰੇ ਹਰੇ ਤਾਰੇ, ਹਨਾ, ਮੋਤੀ, ਨਿੱਕੇ ਨਿੱਕੇ ਮੋਤੀ। ਸੋ ਮੈਂ ਇਹਨਾਂ ਨੂੰ ਮਤਲਬ ਪੁੱਛਣਾ ਚਾਹੁੰਦਾ ਕਿ ਜਦੋਂ ਉਹਨਾਂ ਦੇ ਬੱਚੇ ਨੇ, ਇਹਨਾਂ ਦੇ ਵਿਦਿਆਰਥੀ ਨੇ ਏਦਾਂ ਸਿਰਜਣਾ ਕੀਤੀ ਤੇ ਕਿਵੇਂ ਦਾ ਮਹਿਸੂਸ ਹੋਇਆ ਉਸ ਪਲ ਕਿ ਹਾਂ ਮੇਰੇ ਬੱਚੇ ਅੰਦਰ, ਵਿਦਿਆਰਥੀਆਂ ਅੰਦਰ ਇਹ ਜਿਹੜਾ ਗੁਣ ਆ ਇਹ ਆ ਰਿਹਾ ਹੈ ਔਰ ਇਹ ਇੱਕ ਸ਼ਾਇਰ ਜਾਂ ਕਵੀ ਬਣ ਰਹੇ ਨੇ। ਡਾਕਟਰ ਸਾਹਿਬ ਤੁਹਾਡਾ ਸਵਾਲ ਵਧੀਆ, ਇਹਦਾ ਜ਼ਿਕਰ ਵੀ ਕਰਨਾ ਬਣਦਾ ਸੀ ਇਸ ਕਿਤਾਬ ਦਾ। ਬਿਲਕੁਲ। ਹਰੇ ਹਰੇ ਤਾਰੇ ਅਮਰਜੀਤ ਸਾਥੀ ਹੋਰਾਂ ਨਾਲ ਰਲ ਕੇ ਇਹ ਸੰਪਾਦਿਤ ਕੀਤੀ ਸੀ ਕਿਤਾਬ, ਜਿਹਦੇ ਵਿੱਚ ਵਿਸ਼ਵ ਦੇ ਬੱਚਿਆਂ ਦੇ ਹਾਈਕੂ ਹੈ। ਤੇ ਮੈਂ ਦੱਸ ਦਿਆਂ ਕਿ ਮੈਂ ਉਦੋਂ ਦਾ ਨੰਗਲ ਖੁਰਦ ਪੜਾਉਂਦਾ ਸੀਗਾ, ਉਦੋਂ ਮੇਰੇ ਕੋਲੇ ਹਾਈਕੂ ਦੀ ਕਿਤਾਬ ਜਿਹੜੀ ਸੀ ਉਹ ਹਿੰਦੀ ਦੇ ਇੱਕ ਕਵੀ ਦੀ ਕਿਤਾਬ ਸੀ। ਮੈਂ ਉਹਦੇ ਵਿੱਚੋਂ ਕੁਝ ਹਾਈਕੂ ਬੱਚਿਆਂ ਨੂੰ ਸੁਣਾਏ ਤੇ ਉਹਨਾਂ ਨੂੰ ਬਾਹਰ ਬੈਠੇ ਸੀ ਉਹਨਾਂ ਦਿਨਾਂ ਦੇ ਵਿੱਚ ਦਰਖਤ ਦੇ ਹੇਠਾਂ, ਸ਼ਾਇਦ ਉਦੋਂ ਇਸ ਤਰ੍ਹਾਂ ਦਾ ਚੱਲ ਜਾਂਦਾ ਸੀ ਕਿ ਬਾਹਰ ਵੀ ਜਮਾਤ ਲੱਗ ਜਾਂਦੀ ਸੀ। ਤਾਂ ਮੈਂ ਵਿਦਿਆਰਥੀਆਂ ਨੂੰ ਉਹ ਹਾਈਕੂ ਕੁਝ ਪੜਾਉਂਦੇ ਹੋਏ ਕਿਹਾ ਕਿ ਤੁਸੀਂ ਵੀ ਲਿਖ ਸਕਦੇ ਹੋ ਆਪਣੇ ਆਲੇ ਦੁਆਲੇ ਨੂੰ ਦੇਖ ਕੇ। ਤਾਂ ਉਹਦੇ ਵਿੱਚ ਕਿਉਂਕਿ ਉਹ ਹਰੇ ਹਰੇ ਤਾਰੇ ਕਿਤਾਬ ਦਾ ਨਾਂ ਹੈ, ਜਾਪਾਨ ਦਾ ਇੱਕ ਬੱਚਾ ਉਹਦਾ ਹਾਈਕੂ ਸੀਗਾ ਕਿ ਮੇਰੀ ਮਾਂ ਭਿੰਡੀ ਕੱਟੇ ਹਰੇ ਹਰੇ ਤਾਰੇ। ਤਾਂ ਉਹ ਹਾਈਕੂ ਜਿਹੜਾ ਨਾ ਮੈਂ ਵੀ ਸੁਣ ਕੇ ਤੇ ਅਸੀਂ ਸਾਰੇ ਹੈਰਾਨ ਸੀ, ਯਾਰ ਭਿੰਡੀ ਨੂੰ ਅਸੀਂ ਸਾਰੇ ਦੇਖਦੇ ਹਾਂ ਔਰ ਸਟਾਰ ਬੱਚੇ ਬਣਾਉਂਦੇ ਵੀ ਰਹੇ ਆ, ਪਰ ਇੱਕ ਬੱਚਾ ਜਦੋਂ ਇਹ ਕਹਿੰਦਾ ਕਿ ਹਰੇ ਹਰੇ ਤਾਰੇ ਉਹਨੂੰ ਲੱਗਦੇ ਆ ਤਾਂ ਬੱਚੇ ਹੀ ਜਾਣ ਸਕਦੇ ਆ ਹਾਈਕੂ ਜਿਹੜੀ ਹੈ ਨਾ ਉਹ ਵਿਦਾ ਬੱਚੇ ਵਰਗੀ, ਮਤਲਬ ਬੱਚੇ ਹੋ ਕੇ ਹੀ ਲਿਖਿਆ ਜਾ ਸਕਦਾ। ਤਾਂ ਉਸ ਇੱਕ ਬੱਚੇ ਨੇ ਫਿਰ ਉਸ ਨੂੰ ਲੈ ਕੇ ਇਹ ਲਿਖਿਆ ਕਿ ਮੇਰੀ ਮਾਂ
ਮਟਰ ਕੱਢੇ ਹਰੇ ਹਰੇ ਮੋਤੀ। ਹੂੰ ਮੈਨੂੰ ਉਸ ਵੇਲੇ ਐਵੇਂ ਲੱਗਿਆ ਵੀ ਸ਼ਾਇਦ ਇਹਨੇ ਯਾਰ ਬੱਚੇ ਨੇ ਇਹਦੀ ਨਕਲ ਕਰ ਲਈ ਇਸ ਹਾਈਕੂ ਦੀ। ਮੇਰੇ ਮਨ 'ਚ ਮੈਂ ਛੋਟਾ ਸੋਚਦਾ ਸੀ, ਪਰ ਮੈਂ ਜਦੋਂ ਸਾਥੀ ਹੋਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਯਾਰ ਤੂੰ ਇਹ ਹਾਈਕੂ ਪੜ੍ਹ ਕੇ ਤੇਰੇ ਮਨ 'ਚ ਆਈ ਗੱਲ? ਮੈਂ ਕਿਹਾ ਨਹੀਂ ਆਈ। ਕਹਿੰਦੇ ਫਿਰ ਉਹ ਹਾਈਕੂਕਾਰ ਹੈ ਬੱਚੇ ਨੇ ਬਹੁਤ ਵਧੀਆ ਸੋਚਿਆ, ਇਹ ਕਾਪੀ ਨਹੀਂ ਹੈ, ਸਗੋਂ ਉਸ ਬੱਚੇ ਨੂੰ ਪ੍ਰੇਰਨਾ ਮਿਲੀ ਤੇ ਉਹਨੇ ਆਪਣੀ ਮਾਂ ਨੂੰ ਦੇਖਿਆ ਮਟਰ ਕਰਦੀ। ਹੂੰ ਤਾਂ ਮੈਨੂੰ ਇਹ ਚੰਗਾ ਲੱਗਿਆ ਕਿ ਜਿਹੜੇ ਕਵੀ ਹੈ, ਚਿੱਤਰਕਾਰ ਹੈ, ਅਸੀਂ ਜਦੋਂ ਪ੍ਰੇਰਿਤ ਹੁੰਦੇ ਹਾਂ, ਹਰ ਬੰਦਾ ਪ੍ਰੇਰਿਤ ਹੁੰਦਾ, ਤਾਂ ਉਹ ਪ੍ਰੇਰਨਾ ਜਿਹੜੀ ਹੈ ਮੈਨੂੰ ਲੱਗਦਾ ਨਕਲ ਨਹੀਂ ਹੁੰਦੀ। ਤਾਂ ਮੈਨੂੰ ਬੜਾ ਚੰਗਾ ਲੱਗਿਆ ਸੀ। ਤਾਂ ਉਦੋਂ ਇੱਕ ਬੱਚੇ ਨੇ ਹਾਈਕੂ ਲਿਖਿਆ ਸੀ ਕਿ ਦਰਖਤ ਤੋਂ ਟੁੱਟਿਆ ਪੱਤਾ ਮੇਰੇ ਪੈਰ ਤੇ ਡਿੱਗਿਆ, ਸੱਟ ਨਾ ਲੱਗੀ। ਔਰ ਮੈਂ ਹੈਰਾਨ ਰਹਿ ਗਿਆ ਕਿ ਮਤਲਬ ਉਹ ਉਦੋਂ ਹੀ ਬੱਚੇ ਨੇ ਲਿਖਿਆ, ਕਿਉਂਕਿ ਉੱਥੋਂ ਪੱਤੇ ਦਰਖਤ ਤੋਂ ਝੜ ਰਹੇ ਸੀ। ਔਰ ਹੁਣ ਇਹ ਬੱਚਾ ਹੀ ਸੋਚ ਸਕਦਾ ਹੈ ਕਿ ਪੱਤਾ ਡਿੱਗ ਰਿਹਾ ਔਰ ਉਹਦੀ ਪੈਰ ਤੇ ਵੱਜਦਾ, ਸੱਟ ਨਹੀਂ ਲੱਗੀ। ਔਰ ਇਹਦਾ ਮਤਲਬ ਅਸੀਂ ਕਿੰਨੇ ਹੀ ਅਰਥ ਬਣਾਉਣੇ ਆ ਕਿ ਕੁਦਰਤ ਜਿਹੜੀ ਆ ਉਹ ਕਿੰਨਾ ਸਾਡੇ ਅਨੁਕੂਲ ਹੈ, ਸਾਡੇ ਲਈ ਹੈ, ਜਿਹੜੀ ਸਾਡੇ ਸੱਟ ਨਹੀਂ ਮਾਰਦੀ। ਪਰ ਜਦੋਂ ਅਸੀਂ ਉਹਦੇ ਨਾਲ ਮਤਲਬ ਪੰਗਾ ਲੈਂਦੇ ਹਾਂ, ਫਿਰ ਹੋ ਸਕਦਾ ਸਾਡੇ ਨਾਲ ਭੈੜੀ ਨਹੀਂ ਕਰਦੀ ਹੈ। ਤਾਂ ਡਾਕਟਰ ਧਾਮੀ, ਮੈਨੂੰ ਮਤਲਬ ਬੜਾ ਚੰਗਾ ਲੱਗਦਾ ਇਸ ਤਰ੍ਹਾਂ ਜਦੋਂ ਬੱਚੇ ਸਿਰਜਦੇ ਆ। ਮੈਨੂੰ ਆਪਣਾ ਹੀ ਰੂਪ ਲੱਗਦਾ, ਜਾਂ ਮੈਨੂੰ ਲੱਗਦਾ ਵੀ ਮੈਂ ਇੱਕ ਨਵੇਂ ਤਰੀਕੇ ਤੋਂ ਉਸ ਬੱਚੇ ਰਾਹੀਂ ਪੈਦਾ ਹੋ ਰਿਹਾ, ਬਣ ਰਿਹਾ। ਇਸ ਤਰ੍ਹਾਂ ਕਿਆ ਬਾਤ ਹੈ। ਸੱਚਮੁੱਚ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦੇ ਹਾਈਕੂਆਂ ਤੋਂ ਪ੍ਰੇਰਿਤ ਹੋ ਕੇ ਮੇਰੀ ਬੇਟੀ ਨੇ ਵੀ ਇੱਕ ਹਾਈਕੂ ਲਿਖਿਆ ਸੀ, ਉਹ ਆਪਦੇ ਚਸ਼ਮਿਆਂ ਨੂੰ ਦੇਖ ਕੇ ਕਿ 4 ਅੱਖਾਂ ਦੇਖਦੀਆਂ, 2 ਮੇਰੀਆਂ, 2 ਕੱਚ ਦੀਆਂ। ਬਿਲਕੁਲ, ਬੱਚੇ ਸੋਚਦੇ ਨੇ, ਇਮੇਜਿਨ ਕਰਦੇ ਨੇ, ਬੜਾ ਕੁਛ ਆਉਂਦਾ ਬੱਚਿਆਂ ਦੇ ਮਨਾਂ ਦੇ ਵਿੱਚ ਜਦੋਂ ਅਸੀਂ ਬੱਚਿਆਂ ਨੂੰ ਕੋਈ ਅਸਾਈਨਮੈਂਟ ਦਿੰਦੇ ਹਾਂ। ਗੁਰਨੈਬ ਸਾਡੇ ਨਾਲ ਹੈ, ਮੈਂ ਚਾਹੁੰਦਾ ਕਿ ਗੁਰਨੈਬ ਵੀ ਜ਼ਰੂਰ ਕੋਈ ਗੱਲ ਕਰੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਹਰ ਵਾਰ ਦੀ ਤਰ੍ਹਾਂ ਗੁਰਪ੍ਰੀਤ ਸਰ ਨੂੰ ਜਿੰਨੇ ਵਾਰੀ ਸੁਣਦੇ ਆ ਤਾਂ ਹਰ ਵਾਰੀ ਬੜਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਤੇ ਅੱਜ ਦੀ ਪੂਰੀ ਗੱਲਬਾਤ ਵੀ ਬੜੀ ਰੌਚਕ ਤੇ ਬੜੀ ਗਿਆਨਵਰਧਕ ਸਾਡੇ ਵਾਸਤੇ, ਸਾਰਿਆਂ ਵਾਸਤੇ ਰਹੀ ਹੈ। ਸੋਹਣੀਆਂ ਗੱਲਾਂ ਅੱਜ ਦੀ ਮੁਲਾਕਾਤ ਦੇ ਵਿੱਚ ਹੋਈਆਂ। ਮੇਰਾ ਇੱਕ ਸਵਾਲ ਹੈ ਛੋਟਾ ਜਿਹਾ ਸਰ ਨੂੰ, ਕਿ ਅਸੀਂ ਆਲੇ ਦੁਆਲੇ ਦੇ ਵਿੱਚ ਅਕਸਰ ਬਹੁਤ ਸਾਰੀਆਂ ਚੀਜ਼ਾਂ ਏਦਾਂ ਦੀਆਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਲਿਟਰੇਚਰ ਹੈ ਜਿਹੜਾ ਮਤਲਬ ਉਹ ਲਗਾਤਾਰ ਉਹਦੇ 'ਚ ਲੋਕਾਂ ਦੀ ਰੁਚੀ ਹੈ ਜਿਹੜੀ ਘਟਦੀ ਜਾ ਰਹੀ ਹੈ। ਪੰਜਾਬੀ ਸਾਹਿਤ ਹੈ ਜਿਹੜਾ ਉਹ ਮਤਲਬ ਉਸ ਤਰੀਕੇ ਨਾਲ ਪ੍ਰਫੁੱਲਤ ਨਹੀਂ ਹੋ ਰਿਹਾ। ਸਰ, ਤੁਸੀਂ ਬਤੌਰ ਅਧਿਆਪਕ, ਜਿਹੜਾ ਅੱਜ ਦਾ ਦੌਰ ਹੈ, ਜਿਵੇਂ ਆਪਾਂ ਸਕੂਲਾਂ ਦੇ ਵਿੱਚ ਦੇਖਦੇ ਹਾਂ, ਇੰਟਰਨੈਟ ਦਾ ਯੁੱਗ ਹੈ, ਮੋਬਾਈਲ ਦਾ ਯੁੱਗ ਹੈ, ਜਾਂ ਇੰਨੀਆਂ ਸਾਰੀਆਂ ਚੀਜ਼ਾਂ ਹੋਰ ਸਾਧਨ ਉਪਲਬਧ ਹੈ ਬੱਚਿਆਂ ਕੋਲੇ, ਤਾਂ ਬਤੌਰ ਅਧਿਆਪਕ ਜਾਂ ਬਤੌਰ ਇੱਕ ਸਾਹਿਤਕਾਰ ਤੁਹਾਡੀ ਕੀ ਚਿੰਤਾ ਹੈ ਕਿ ਅੱਜ ਦੇ ਬੱਚੇ ਸਾਹਿਤ ਨਾਲ ਕਿੰਨਾ ਕੁ ਜੁੜ ਰਹੇ ਆ, ਜਾਂ ਆਉਣ ਵਾਲੀ ਪੀੜ੍ਹੀ ਵਾਸਤੇ ਸਾਹਿਤ ਕਿੰਨਾ ਕੁ ਮਹੱਤਵਪੂਰਨ ਹੈ? ਕੀ ਭਵਿੱਖ ਦਿਸ ਰਿਹਾ ਤੁਹਾਨੂੰ ਸਾਰੇ ਇਸ ਵਿੱਚੋਂ? ਹਾਂ ਗੁਰਨੈਬ, ਗੱਲ ਇਹ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਸਾਹਿਤ ਜਿਹੜਾ ਹੈ ਜਾਂ ਕਲਾ ਜਿਹੜੀ ਹੈ, ਇਸ ਨਵੀਂ ਤਕਨੀਕ ਦੇ ਆਉਣ ਨਾਲ, ਸੋਸ਼ਲ ਸਾਈਟਸ ਤੇ ਆਉਣ ਨਾਲ, ਜਿਹੜਾ ਮੀਡੀਆ ਦੇ ਆਉਣ ਨਾਲ ਇਹਦੇ ਰੂਪ ਬਦਲੇ ਨੇ। ਪਰ ਮੈਨੂੰ ਇਹ ਲੱਗਦਾ ਕਿ ਸਾਹਿਤ ਜਿਹੜਾ ਹੈ ਜਾਂ ਕਲਾ ਜਿਹੜੀ ਹੈ, ਉਹਦੀ ਲੋੜ ਹਮੇਸ਼ਾ ਰਹਿਣੀ ਹੈ। ਜਦੋਂ ਤੱਕ ਮਤਲਬ ਬੰਦੇ ਦਾ ਸਾਹ ਆਉਣਾ ਜਿਹੜਾ ਹੈਗਾ, ਸਾਹ ਆਉਣੇ ਨੂੰ ਅਸੀਂ 2 ਥਾਵਾਂ ਤੇ ਲੈਂਦੇ ਹਾਂ। ਜਿਵੇਂ ਉਹਦੀ ਕਵਿਤਾ ਦੀ ਮੈਨੂੰ ਯਾਦ ਆਇਆ ਕਿ ਵਿਛੋੜਾ ਉਹਦਾ ਨਾਂ ਸੀ, ਤੇ ਉਹ ਕਹਿੰਦਾ ਸਾਹ ਹੈ, ਮਤਲਬ ਸਾਹ ਆਉਣਾ, ਸਾਨੂੰ ਸੁੱਖ ਆਉਣਾ ਵੀ ਹੈ। ਤਾਂ ਜਿੰਨਾ ਚਿਰ ਅਸੀਂ ਸੰਵੇਦਨਸ਼ੀਲ ਹਾਂ, ਜਿੰਨਾ ਚਿਰ ਅਸੀਂ ਸਾਡਾ ਰਿਸ਼ਤਾ ਦੂਜਿਆਂ ਨਾਲ ਅਸੀਂ ਬਣਾ ਕੇ ਰੱਖਣਾ, ਉਹਨਾਂ ਚਿਰ ਕਲਾ ਦੀ ਤੇ ਸਾਹਿਤ ਦੀ ਲੋੜ ਰਹਿਣੀ ਹੈ, ਤੇ ਇਹ ਹਮੇਸ਼ਾ ਰਹਿਣੀ ਹੈ। ਪਰ ਮੈਨੂੰ ਇਹ ਲੱਗਦਾ ਕਿ ਇਹਦਾ ਰੂਪ ਜਿਹੜਾ ਉਹ ਬਦਲ ਰਿਹਾ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਤੇ, ਟਵਿੱਟਰ ਤੇ ਬੜੀ ਜਲਦੀ ਲਿਖੀਆਂ ਜਾਂਦੀਆਂ ਔਰ ਜਲਦੀ ਪੜ੍ਹੀਆਂ ਜਾਂਦੀਆਂ। ਔਰ ਉਹਦਾ ਇੱਕ ਤਰੀਕੇ ਦਾ ਮੈਂ ਕਹਿ ਸਕਦਾ ਕਿ ਪਾਠਕ ਕੋਲੇ ਉਸ ਕਿਤਾਬ ਦਾ ਇੱਕ ਰੂਪ ਬਦਲ ਗਿਆ। ਇਹਦੇ ਫਾਇਦੇ ਨੁਕਸਾਨ ਆਪਣੇ ਆਪਣੇ ਆ। ਮਤਲਬ ਨੁਕਸਾਨ ਇਹਦੇ ਹੋ ਗਏ ਕਿ ਭਾਸ਼ਾ ਬਦਲ ਗਈ, ਅਸੀਂ ਸੰਖੇਪ ਹੋ ਗਏ, ਸਾਨੂੰ ਉਹ ਚੀਜ਼ਾਂ ਵੱਧ ਪੜ੍ਹੀਆਂ ਜਾਂਦੀਆਂ। ਭਾਵੇਂ ਡਾਕਟਰ ਕੁਲਦੀਪ ਤਾਂ ਬਹੁਤ ਲੰਬੀਆਂ ਪੋਸਟਾਂ ਪਾਉਂਦੇ ਆ, ਤੇ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਉਹਦੀ ਕਿਤਾਬ ਵੀ, ਇਹਨਾਂ ਦੀਆਂ 2 ਕਿਤਾਬਾਂ ਆ ਗਈਆਂ, ਲਾਕਡਾਊਨ ਡਾਇਰੀ ਜਿਹੜੀਆਂ, ਉਹ ਸਾਰੀਆਂ ਪੋਸਟਾਂ ਵੱਡੀਆਂ ਪਾਈਆਂ ਤੇ ਪੜ੍ਹੀਆਂ ਜਾਂਦੀਆਂ। ਤੁਸੀਂ ਦੇਖੋਗੇ ਵੱਡੇ ਕਮੈਂਟ ਹੁੰਦੇ ਆ। ਮੈਨੂੰ ਲੱਗਦਾ ਵੀ ਉਹ ਇੱਕ ਤਰੀਕੇ ਦੀ ਕਿਤਾਬ ਦਾ ਪੜ੍ਹਨਾ ਹੀ ਹੈ। ਸੋ ਸਾਡਾ ਹਿੱਸਾ ਹੀ ਬਣ ਗਿਆ। ਹੁਣ ਮੈਨੂੰ ਲੱਗਦਾ ਵੀ ਇਹ ਸੋਸ਼ਲ ਜਿਹੜਾ ਮੀਡੀਆ ਸਾਡਾ, ਜਾਂ ਸਾਡਾ ਫੋਨ ਹੈ, ਸਾਡੇ ਲੈਪਟਾਪ, ਹੋਰ ਇਹ ਤਕਨੀਕ ਸਾਡਾ ਹਿੱਸਾ ਬਣ ਗਈ।
ਇਹਦੇ ਵਿੱਚ ਕਲਾ ਦਾ ਮੈਂ ਸੋਚਦਾ ਕਿ ਵਾਧਾ ਹੀ ਹੋਇਆ ਸਗੋਂ। ਪਰ ਚਿੰਤਾ ਨਾਲ ਇਹ ਵੀ ਬਣਦੀ ਹੈ ਕਿ ਜਿਹੜਾ ਕਿਤਾਬ ਦਾ ਉਹ ਰੂਪ ਸੀ, ਜਿਵੇਂ ਮੈਂ ਕਹਿਣਾ ਕਿ ਸਭ ਤੋਂ ਖੂਬਸੂਰਤ ਜਿਹੜੀ ਆਵਾਜ਼ ਇਹ ਆਵਾਜ਼ਾਂ ਵੀ ਸ਼ਾਮਲ ਹੋ ਗਈਆਂ ਜਿਹੜੀਆਂ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੀ ਹੁੰਦੀਆਂ। ਤਾਂ ਭਵਿੱਖ ਹਮੇਸ਼ਾ ਰਹਿਣਾ ਸਾਹਿਤ ਦਾ। ਕਲਾ ਨਾਲ ਹੀ ਅਸੀਂ ਸੰਵੇਦਨਸ਼ੀਲ ਰਹਿਣੀ ਹੈ, ਕਲਾ ਨਾਲ ਹੀ ਸਾਡੀ ਦੂਜੇ ਨਾਲ ਸਾਂਝ ਬਣੀ ਰਹਿਣੀ ਹੈ, ਤੇ ਕਲਾ ਨਾਲ ਹੀ ਇਹ ਦੁਨੀਆ ਸੋਹਣੀ ਰਹਿਣੀ ਹੈ। ਬਿਲਕੁਲ ਮੈਂ ਇਹ ਬਹੁਤ ਖੂਬਸੂਰਤ ਗੱਲ ਕੀਤੀ ਹੈ। ਸੱਚਮੁੱਚ ਚੀਜ਼ਾਂ ਦੇ ਰੂਪ ਬਦਲਦੇ ਨੇ, ਉਹਦੇ ਨਫੇ ਨੁਕਸਾਨ ਵੀ ਆਪਣੇ ਹੁੰਦੇ ਨੇ, ਤੇ ਕਦੇ ਵੀ ਕੋਈ ਚੀਜ਼ ਸਥਿਰ ਨਹੀਂ ਰਹਿੰਦੀ ਹੈਗੀ। ਲਿਟਰੇਚਰ ਵੀ ਬਹੁਤ ਸਾਰੇ ਰੂਪ ਬਦਲ ਕੇ ਸਾਡੇ ਕੋਲੇ ਆ ਰਿਹਾ ਹੈ। ਇਤੇ ਵੀ ਸੰਵਾਦ ਚੱਲਦੇ ਰਹਿਣਾ ਚਾਹੀਦਾ। ਹੋਰ ਕੋਈ ਦੋਸਤ ਸੁਖਜੀਵਨ ਜਾਂ ਰੁਪਿੰਦਰ ਮੈਡਮ ਜਾਂ ਕੋਈ ਹੋਰ ਦੋਸਤ ਗੱਲ ਕਰਨਾ ਚਾਹੁੰਦਾ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗੁਰਪ੍ਰੀਤ ਸਰ ਹੋਰਾਂ ਬਾਰੇ ਬਹੁਤ ਸਾਰੀਆਂ ਗੱਲਾਂ ਨੇ, ਪਰ ਕੁਝ ਕੁ ਛੋਟੀਆਂ ਗੱਲਾਂ ਮੈਨੂੰ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਇਹਨਾਂ ਦੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਇਹ ਹੈ ਕਿ ਆਪਾਂ ਸਾਰੇ ਜਦੋਂ ਕਿਤੇ ਖੂਬਸੂਰਤੀ ਲੱਭਣੀ ਹੁੰਦੀ ਹੈ ਤਾਂ ਆਪਾਂ ਚੀਜ਼ਾਂ ਨੂੰ ਤਰਤੀਬ ਦੇਣ ਲੱਗ ਜਾਂਦੇ ਹਾਂ, ਰੰਗਾਂ ਨੂੰ ਤਰਤੀਬ ਦੇਣ ਲੱਗ ਜਾਂਦੇ ਹਾਂ ਕਿ ਆਹ ਪਹਿਲਾਂ ਆਹ ਬਾਅਦ 'ਚ ਉਹ। ਪਰ ਗੁਰਪ੍ਰੀਤ ਸਰ ਅਕਸਰ ਬੇਤਰਤੀਬੀ ਦੇ ਵਿੱਚੋਂ ਖੂਬਸੂਰਤੀ ਲੱਭਦੇ ਨੇ, ਕਵਿਤਾ ਲੱਭਦੇ ਨੇ, ਫੋਟੋ ਲੱਭਦੇ ਨੇ, ਪੇਂਟਿੰਗ ਲੱਭਦੇ ਨੇ। ਇਹ ਗੱਲ ਮੈਨੂੰ ਇਹਨਾਂ ਦੀ ਬੜੀ ਅੱਛੀ ਲੱਗਦੀ ਹੈ। ਤੇ ਇੱਕ ਗੱਲ ਜੋ ਮੈਂ ਸਾਂਝੀ ਕਰਨੀ ਉਹ ਇਹ ਹੈ ਕਿ ਇੱਕ ਵਾਰ ਕਿਤੇ ਤੁਸੀਂ ਮੇਰੀ ਕਵਿਤਾ ਬਾਰੇ ਗੱਲ ਕਰ ਰਹੇ ਸੀ, ਤਾਂ ਜਦੋਂ ਤੁਸੀਂ ਨਵੇਂ ਦੌਰ ਦੀ ਕਵਿਤਾ ਬਾਰੇ ਮੈਨੂੰ ਦੱਸਣ ਲੱਗੇ ਤਾਂ ਤੁਸੀਂ ਇੱਕ ਕਾਪੀ ਦੇ ਉੱਪਰ ਚੱਕਰ ਜਿਹਾ ਵਾਇਆ, ਉਹਦੇ 'ਚ 5-6 ਅੱਖਰ ਲਿਖੇ, ਪੌਣ, ਪਾਣੀ, ਆਕਾਸ਼ ਤੇ ਇਸ ਤਰ੍ਹਾਂ ਧਰਤੀ, ਤੇ ਤੁਸੀਂ ਕਿਹਾ ਕਿ ਇਹ ਵੀ ਇੱਕ ਕਵਿਤਾ ਹੈਗੀ, ਵੀ ਅੱਜ ਕੱਲ੍ਹ ਇਸ ਤਰ੍ਹਾਂ ਦੀ ਕਵਿਤਾ ਵੀ ਲਿਖੀ ਜਾਂਦੀ ਹੈ। ਤੇ ਮੈਂ ਉਸ ਤਰ੍ਹਾਂ ਦੀ ਕਵਿਤਾ ਪਹਿਲੀ ਵਾਰੀ ਉਦੋਂ ਤੁਹਾਡੇ ਤੋਂ ਮਤਲਬ ਮੈਨੂੰ ਮਿਲੀ ਸੀ, ਪਤਾ ਲੱਗਿਆ ਸੀ ਕਿ ਇਸ ਤਰ੍ਹਾਂ ਵੀ ਕਵਿਤਾ ਹੁੰਦੀ ਹੈ। ਤੇ ਬਾਅਦ ਦੇ ਵਿੱਚ ਜਦੋਂ ਮੈਂ ਗੁਰਪ੍ਰੀਤ ਸਰ ਹੋਰਾਂ ਦੀ ਉਹ ਕਿਤਾਬ ਜਿਸ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸੀ ਉਹ ਪੜ੍ਹੀ ਤਾਂ ਬੜਾ ਕੁਛ ਸਿੱਖਿਆ। ਤੇ ਇੱਕ ਗੱਲ ਜਿਵੇਂ ਤੁਸੀਂ ਕਰ ਰਹੇ ਸੀ ਕਿ ਸਰ ਦੀਆਂ ਕਵਿਤਾਵਾਂ ਦੇ ਵਿੱਚ ਘਰ ਸਭ ਤੋਂ ਵੱਧ ਹੁੰਦਾ ਹੈ, ਮੈਨੂੰ ਲੱਗਦਾ ਹੁੰਦਾ ਕਿ ਘਰ ਦੇ ਵਿੱਚੋਂ ਵੀ ਰਸੋਈ ਸਭ ਤੋਂ ਵੱਧ ਹੁੰਦੀ ਹੈ। ਤੇ ਜਦੋਂ ਮੈਂ ਉਹ ਰਸੋਈ ਵਾਲੀਆਂ ਕਵਿਤਾਵਾਂ ਪੜ੍ਹਦਾ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਡਮ ਸਾਰਾ ਦਿਨ ਸਰ ਤੋਂ ਕੰਮ ਹੀ ਕਰਵਾਉਂਦੇ ਰਹਿੰਦੇ ਨੇ, ਉਹ ਵੀ ਰਸੋਈ ਦੇ ਵਿੱਚ। ਇਹ ਗੱਲ ਕਿੰਨੀ ਕੁ ਸੱਚੀ ਹੈ ਜੀ? ਇਹ ਗੱਲ ਮਤਲਬ ਭੋਰਾ ਵੀ ਸੱਚੀ ਨਹੀਂ ਹੈ। ਔਰ ਪੰਗਾ ਇਹ ਹੈ, ਮੈਂ ਚਾਹਣਾ ਮਨ 'ਚ ਇਹ ਚਾਹਣਾ ਕਿ ਮੈਂ ਉਹਦੀ ਹੈਲਪ ਕਰ ਸਕਾਂ, ਹਨਾ। ਮਨ 'ਚ ਇਹ ਚਾਹਣਾ ਕਿ ਯਾਰ, ਕਿਉਂਕਿ ਮੈਂ ਪਿਛਲੇ ਦਿਨਾਂ 'ਚ ਇੱਕ ਫਿਲਮ ਦੇਖੀ ਦ ਗ੍ਰੇਟ ਇੰਡੀਅਨ ਕਿਚਨ, ਉਹ ਉਹਦੇ ਬਾਰੇ ਚਰਚਾ ਵੀ ਬਹੁਤ ਹੋਈ। ਉਹ ਮੈਂ ਕਰੋਨਾ ਹੋ ਗਿਆ ਸੀ ਉਹਦੇ ਪਿੱਛੇ ਜੋ ਉਸ ਦੌਰਾਨ ਦੇਖੀ, ਬੇਟੇ ਨੇ ਸੁਜੈਸਟ ਕੀਤੀ, ਤਾਂ ਉਦੋਂ ਮੈਂ ਸੋਚਿਆ ਵੀ ਯਾਰ ਘੱਟੋ ਘੱਟ ਇਹਨਾਂ ਦਾ ਕਰਿਆ ਕਰਾਂ ਕਿ ਆਪਦਾ ਜਿਹੜਾ ਚਾਹ ਦਾ ਕੱਪ ਹੈ ਉਹ ਰਸੋਈ 'ਚ ਰੱਖਿਆ ਕਰਾਂ, ਤੇ ਇੱਕ ਵਾਰੀ ਪਾਣੀ 'ਚੋਂ ਉਹਨੂੰ ਕੱਢ ਕੇ ਰੱਖ ਦਿਆ ਕਰਾਂ, ਹਨਾ। ਉਹ ਫਿਲਮ ਦੇਖਦੇ ਹਾਂ, ਪਰ ਸੱਚ ਇਹ ਹੈ ਵੀ ਮੈਂ ਕਰ ਨਹੀਂ ਸਕਿਆ। ਉਹਦਾ ਕਾਰਨ ਇਹ ਹੈ ਕਿ ਸੱਚਮੁੱਚ ਮੈਨੂੰ ਰਸੋਈ ਦਾ ਮੈਨੂੰ ਕੋਈ ਸੁਭਾਅ ਨਹੀਂ ਹੈ। ਮੈਨੂੰ ਕੋਈ ਵੀ ਮਤਲਬ ਮੈਨੂੰ ਚੀਜ਼ ਨਾ ਬਣਾਉਣੀ ਆਉਂਦੀ ਹੈ। ਉਹ ਸਰਮੇਲ ਮੇਰੀ ਵਾਈਫ ਕਹਿੰਦੇ ਤੇ ਮੈਨੂੰ ਇਹਨੇ ਇੱਕੋ ਵਾਰੀ ਚਾਹ ਪਿਆਈ, ਉਹ ਬਹੁਤ ਵਧੀਆ ਸੀ ਚਾਹ, ਕਹਿੰਦੀ ਮੈਨੂੰ ਕਿਹਾ ਬਹੁਤ ਵਧੀਆ, ਪਰ ਮੁੜ ਕੇ ਨਾ ਕਦੇ ਪਿਆਈ ਹੈ ਨਾ ਬਣਾਈ ਹੈ, ਮੈਨੂੰ ਆਉਂਦੀ ਨਹੀਂ, ਹਨਾ। ਪਰ ਮੈਂ ਇਹ ਆਪਣੀ ਖਾਮੀ ਸਮਝਦਾ ਇਸ ਗੱਲ ਨੂੰ ਸੁਖਜੀਵਨ ਦੋਸਤੋ। ਮੈਨੂੰ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਖੂਬੀ ਹੈ, ਇਹ ਮੇਰੀ ਖਾਮੀ ਹੈ ਕਿ ਮੈਨੂੰ ਕੁਕਿੰਗ ਨਹੀਂ ਆਉਂਦੀ। ਮੈਂ ਘਰ ਦਾ ਕੋਈ ਕੰਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਨਹੀਂ ਕਰਦਾ, ਸਗੋਂ ਕਿਤਾਬਾਂ ਵੀ ਜਦੋਂ ਮੈਂ ਆਪਦੀਆਂ ਅਲਮਾਰੀ ਸਾਫ਼ ਕਰਨੀ ਹੋਵੇ ਨਾ, ਮੈਂ ਸ਼ੁਰੂ ਕਰਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਂਭਦੀ ਸ਼ਰਮੀਲ ਹੈ, ਕਿਉਂਕਿ ਮੈਂ ਕਰਦਾ ਬਸ ਥੱਕ ਥਕਾ ਜੇ ਜਾਂਦਾ, ਤੇ ਇਹ ਮੇਰਾ ਕੋਈ ਸਰੀਰਕ ਬਣਤਰ ਦੀ ਵੀ ਗੱਲ ਹੋ ਸਕਦੀ ਹੈ। ਪਰ ਮੈਂ ਉਹ ਚਾਹਣਾ ਵੀ ਇਹ ਸਾਰਿਆਂ ਨੂੰ ਸਾਨੂੰ ਕਰਨਾ ਚਾਹੀਦਾ, ਮਦਦ ਸਾਨੂੰ ਕਰਨੀ ਚਾਹੀਦੀ। ਇਹ ਕੰਮ ਕੋਈ ਇਸ ਤਰ੍ਹਾਂ ਦੇ ਵੰਡੇ ਨਹੀਂ ਹੋਏ ਕਿ ਉਹੀ ਕਰਨ। ਤੇ ਮੈਨੂੰ ਖੁਸ਼ੀ ਹੁੰਦੀ ਹੈ ਮੇਰਾ ਬੇਟਾ ਬਹੁਤ ਸਾਰੇ ਕੰਮ ਕਰ ਲੈਂਦਾ, ਮੈਨੂੰ ਚੰਗਾ ਲੱਗਦਾ। ਬੇਟੀ ਤਾਂ ਕਰਦੀ ਹੈ, ਬੇਟਾ ਬਹੁਤ ਵਾਰੀ ਕਹਿੰਦਾ ਕਿ ਅੱਜ ਮੈਂ ਬਣਾਉਣਾ ਸਬਜ਼ੀ, ਅੱਜ ਮੈਂ ਆਹ ਕਰਦਾ, ਤਾਂ ਮੈਨੂੰ ਚੰਗਾ ਲੱਗਦਾ ਕਿ ਯਾਰ ਉਹ ਮੇਰੇ ਵਰਗੀ ਖਾਮੀ ਉਹਦੇ ਵਿੱਚ ਕਿ ਨਹੀਂ ਹੈ। ਮੈਂ ਸੱਚੀਓ ਕੁਛ ਨਹੀਂ ਕਰਦਾ, ਇਹ ਮੇਰੀ ਖਾਮੀ ਹੈ, ਮਤਲਬ ਮੈਂ ਸਾਰਿਆਂ 'ਚ ਕਹਿਣਾ। ਬਹੁਤ ਅੱਛੀ ਗੱਲ ਹੈ। ਗੁਰਪ੍ਰੀਤ ਜੀ, ਟਾਈਮ ਵੀ ਬਹੁਤ ਹੋ ਗਿਆ। ਮੈਂ ਇੱਕ ਸਵਾਲ ਜਾਂਦੇ ਜਾਂਦੇ ਤੁਹਾਡੇ ਤੋਂ ਲਾਸਟ ਹੀ ਪੁੱਛਣਾ ਹੁਣ ਕਿ ਕਿਤੇ ਕਿਤੇ ਤੁਹਾਨੂੰ ਇਹ ਲੱਗਦਾ ਨਹੀਂ ਹੈਗਾ ਕਿ ਇਹ ਦੁਨੀਆਦਾਰੀ, ਇਹ ਡਿਊਟੀਆਂ, ਇਹ ਕਿੱਤੇ,
ਇਹ ਸਾਰਾ ਕੁਝ ਇੱਕ ਸਿਰਜਕ ਬੰਦੇ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਨੇ ਤੇ ਕਿਤੇ ਕਿਤੇ ਬੰਦੇ ਨੂੰ ਇਹ ਲਿਛ ਜੀ ਉੱਠਦੀ ਹੈ ਵੀ ਯਾਰ ਛੱਡ ਛਡਾ ਕੇ ਰਿਟਾਇਰ ਟੂਰ ਹੋ ਕੇ ਕਿਤੇ ਹੋਰ ਬਹਿ ਜਾਈਏ ਤੇ ਸਿਰਜਣਾ ਦੀ ਦੁਨੀਆ ਦੇ ਵਿੱਚ ਗਵਾਚ ਜਾਈਏ। ਇਹ ਭਾਵਨਾ ਆਉਂਦੀ ਹੈ ਕਿਤੇ ਮਨ ਦੇ ਵਿੱਚ? ਇਹ ਬਹੁਤ ਆਉਂਦੀ ਹੈ ਹਨਾ। ਬਹੁਤ ਵਾਰੀ ਜੀ ਕਰਦਾ ਹੈ ਵੀ ਯਾਰ ਮਤਲਬ ਆਪਣੇ ਤਰੀਕੇ ਦਾ ਘਰ ਹੋਵੇ, ਕਿਤੇ ਖੁੱਲਾ ਜਾਂ ਹਨਾ ਦ੍ਰਿਸ਼ ਹੋਣ। ਜਿਵੇਂ ਮੈਂ ਜਦੋਂ ਆਪਾਂ ਦੇਖਦੇ ਹਾਂ ਦੂਜਿਆਂ ਨੂੰ ਬਾਹਰਲਿਆਂ ਨੂੰ ਦੇਖਦੇ ਹਾਂ, ਸ਼ਾਇਦ ਉੱਥੇ ਥਾਵਾਂ ਵੀ ਸੋਹਣੀਆਂ ਨੇ ਹਨਾ, ਕਿ ਉਹ ਆਪਦੀ ਵਿੰਡੋ ਚੋਂ ਉਹਨਾਂ ਨੂੰ ਐ ਨਦੀ ਵਗਦੀ ਦਿਖਦੀ ਹੈ ਤੇ ਉਹ ਲੱਗਦਾ ਯਾਰ ਵੀ ਆਹ ਥਾਂ ਤਾਂ ਮੇਰੀ ਹੋਣੀ ਚਾਹੀਦੀ ਸੀ, ਆਹ ਘਰ ਤਾਂ ਮੇਰਾ ਹੋਣਾ ਚਾਹੀਦਾ ਸੀ। ਜਾਂ ਉਹੀ ਗੱਲ ਤੁਹਾਡੇ ਵਾਲੀ ਗੱਲ ਕਿ ਤੁਸੀਂ ਰੂਟੀਨ 'ਚ ਹਨਾ ਜਾਂਦੇ ਹੋ ਆਉਣੇ ਹੋ, ਤੁਸੀਂ ਉੱਥੇ ਆਹੀ ਕਰਨਾ। ਔਰ ਹੁਣ ਤਾਂ ਬਹੁਤ ਸਾਰੇ ਬੰਧਨ ਹੈ ਸਗੋਂ ਸਾਡੇ, ਅਸੀਂ ਡਿਊਟੀਆਂ ਕਰਦੇ ਟੀਚਰ ਵਜੋਂ ਵੀ। ਮਤਲਬ ਮੈਂ ਅਕਸਰ ਕਹਿਣਾ ਹੁੰਦਾ ਕਿ ਰਵਿੰਦਰਨਾਥ ਟੈਗੋਰ ਪੜ੍ਹਾਉਂਦੇ ਆ, ਮੈਂ ਇਹ ਪੜ੍ਹਾਉਣਾ ਕਿ ਬੱਚਿਆਂ ਦੀ ਜਮਾਤ ਬਾਹਰ ਲਾਉਣੀ ਚਾਹੀਦੀ ਹੈ ਦਰਖਤ ਹੇਠ। ਪਰ ਜੇ ਮੈਨੂੰ ਜਵਾਕ ਕੋਈ ਕਹਿ ਦੇ ਵੀ ਲਾਓ ਸਰ ਉੱਥੇ, ਰਵਿੰਦਰਨਾਥ ਟੈਗੋਰ ਤਾਂ ਆਹ ਕਹਿੰਦਾ ਸੀ ਸ਼ਾਂਤੀ ਨਿਕੇਤਨ 'ਚ ਵੀ ਕਿਵੇਂ ਪੜ੍ਹਾਉਣਾ ਚਾਹੀਦਾ, ਤਾਂ ਮੈਂ ਪਰ ਉਹ ਨਹੀਂ ਕਰ ਸਕਦਾ ਕਿਉਂਕਿ ਉੱਥੇ ਮੈਨੂੰ ਬੰਧਨ ਹੈ। ਸਾ ਇਸ ਤਰ੍ਹਾਂ ਦੇ ਬੰਧਨ ਉਹੀ ਛੋਟੇ ਵਾਲੀ ਗੱਲ ਵਿਗੜੀਆਂ ਇਹ ਵੀ ਕਈ ਵਾਰ ਲੱਗਦੀਆਂ। ਔਰ ਲਿਛ ਜ਼ਰੂਰ ਉੱਠਦੀ ਹੈ। ਮੈਂ ਤਾਂ ਕਹਿਣਾ ਹੁੰਦਾ ਵੀ ਪਹਾੜ ਮੈਨੂੰ ਚੜ੍ਹਦੇ ਹੈ ਹਨਾ, ਸਫ਼ਰ ਮੈਨੂੰ ਚੜ੍ਹਦਾ ਹੈ। ਭਾਵੇਂ ਮੈਨੂੰ ਅੱਜ ਕੱਲ੍ਹ ਤਾਂ ਔਖ ਹੈ ਤੁਰਨ ਦੀ ਥੋੜ੍ਹੀ ਬਹੁਤ ਗੋਡੇ ਦੀ ਵੀ ਤੇ ਹੋਰ, ਪਰ ਇਹਦੇ ਬਾਵਜੂਦ ਵੀ ਮੈਂ ਦੋਸਤਾਂ ਨੂੰ ਕਹਿੰਦਾ ਮੈਨੂੰ ਲੈ ਜਾਓ ਤੇ ਮੈਂ ਪਹਾੜਾਂ 'ਚ ਤੁਰਿਆ ਫਿਰਦਾ ਰਹਿੰਦਾ। ਮੈਨੂੰ ਇੱਥੇ ਮੈਦਾਨਾਂ 'ਚ ਘਰੇ ਕਈ ਵਾਰ ਤੁਰਨ ਦੀ ਔਖ ਆ ਜਾਂਦੀ ਹੈ। ਸਾ ਇਹ ਲਿਛ ਚੜ੍ਹਦੀ ਹੈ, ਤਾਂ ਮੈਨੂੰ ਲੱਗਦਾ ਇਹ ਚੰਗੀ ਗੱਲ ਹੀ ਹੈ ਜਿੰਨਾ ਚਿਰ ਇਹ ਚੜ੍ਹਦੀ ਰਹੇ ਸ਼ਾਇਦ। ਕਿਆ ਬਾਤ, ਕਿਆ ਬਾਤ। ਤੇ ਸਾਨੂੰ ਸਾਰਿਆਂ ਨੂੰ ਚੜ੍ਹਨੀ ਚਾਹੀਦੀ ਹੈ ਸਭ ਕਿ ਅਸੀਂ ਆਪਣੀਆਂ ਖੁੱਲੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਮਨ ਦੀਆਂ ਗੱਲਾਂ ਕਰ ਸਕੀਏ। ਕੋਈ ਅਖੀਰ ਦੇ ਵਿੱਚ ਕੋਈ ਗੱਲ, ਕੋਈ ਕਵਿਤਾ ਕਹਿਣੀ ਚਾਹੁੰਦੇ ਹੋ, ਕੋਈ ਗੱਲ ਕਹਿਣੀ ਚਾਹੁੰਦੇ ਹੋ, ਕੋਈ ਵੀ ਜੋ ਤੁਹਾਡੇ ਮਨ ਦੇ ਵਿੱਚ ਹੈ? ਗੱਲ ਤਾਂ ਪਤਾ ਨਹੀਂ, ਹੁਣ ਮੈਨੂੰ ਪਤਾ ਨਹੀਂ, ਮੈਂ ਪੁੱਛੇ ਤੋਂ ਮੈਨੂੰ ਆਉਂਦੀ ਹੈ। ਇਹ ਸਵਾਲ ਵੈਸੇ ਔਖਾ ਹੁੰਦਾ ਨਾ, ਕਹਿੰਦੇ ਅੱਜ ਕੱਲ੍ਹ ਇਹ ਪੇਪਰਾਂ 'ਚ ਵੀ ਆਉਂਦਾ ਹੈ ਕਿ ਤੁਸੀਂ ਆਪੇ ਹੀ ਸਵਾਲ ਬਣਾ ਕੇ ਉਹਦਾ ਉੱਤਰ ਦਿਓ। ਇਹੀ ਉੱਤਰ ਕਹਿੰਦੇ ਸਭ ਤੋਂ ਵੱਧ ਔਖਾ ਹੁੰਦਾ ਹੈ। ਕੋਈ ਕਵਿਤਾ ਤੁਹਾਨੂੰ ਲੱਗਦਾ ਹੋਵੇ? ਮੈਂ ਇੱਕ ਕਵਿਤਾ ਸੁਣਾ ਦਿੰਦਾ ਤੁਹਾਨੂੰ ਹੁਣ ਲਾਸਟ ਤੇ। ਇਹਦਾ ਨਾਂ ਹੈਗਾ ਵਾਸਤਾ ਕਵਿਤਾ ਦਾ। ਇਹ ਮੇਰੇ ਆਪਣੇ ਨੇ ਜੋ ਗੱਲ ਗੱਲ ਤੇ ਆਖਦੇ, ਅਣਤੋਲੀ ਧਰਤੀ ਤੇ ਖੜਾ ਹਾਂ ਝੂਠ ਨਹੀਂ ਬੋਲਦਾ। ਦੀਵਾ ਮੱਥੇ ਲੱਗਦਾ ਹੈ ਝੂਠ ਨਹੀਂ ਬੋਲਦਾ। ਸੁੱਕੀ ਚਗਾਠ ਤੇ ਬੈਠਾ ਹਾਂ ਝੂਠ ਨਹੀਂ ਬੋਲਦਾ। ਨੀਲੀ ਛਤਰੀ ਵਾਲਾ ਸਭ ਦੇਖਦਾ ਹੈ ਝੂਠ ਨਹੀਂ ਬੋਲਦਾ। ਮੈਨੂੰ ਇਹਨਾਂ ਦੀ ਸਿਰਫ ਪਹਿਲੀ ਸਤਰ ਸੁਣਦੀ ਹੈ। ਮੇਰਾ ਵਾਸਤਾ ਇਸੇ ਪੰਕਤੀ ਨਾਲ। ਕਿਆ ਬਾਤ, ਕਿਆ ਬਾਤ। ਸੋ ਸਾਡੇ ਸਾਰੇ ਬੰਦੇ ਕਿੰਨੀਆਂ ਕਵਿਤਾਵਾਂ ਲਿਖਦੇ ਆ ਰੋਜ਼ ਹਨਾ, ਪਲ ਪਲ ਕਵਿਤਾ ਰਚਦੇ ਆ। ਮੈਂ ਇਹਨਾਂ ਸਾਰਿਆਂ ਨੂੰ ਸਲਾਮ ਕਰਦਾ ਤੇ ਜਿਹੜੀ ਸਾਰਿਆਂ ਨੇ ਮੈਨੂੰ ਸੁਣਿਆ, ਮੇਰੀਆਂ ਗੱਲਾਂ ਚੰਗੀਆਂ ਮਾਰੀਆਂ ਹਨਾ ਜੀ। ਤੁਹਾਡਾ ਸ਼ੁਕਰੀਆ। ਬਹੁਤ ਅੱਛੇ ਗੁਰਪ੍ਰੀਤ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਖੂਬਸੂਰਤ ਗੱਲਾਂ ਕੀਤੀਆਂ। ਗੈਰ ਰਸਮੀ ਤੌਰ ਤੇ ਆਪਾਂ ਗੱਲਾਂ ਕੀਤੀਆਂ। ਗੱਲਾਂ ਬਾਤਾਂ ਦਾ ਸਿਲਸਿਲਾ ਕਿਸੇ ਹੋਰ ਪਲੇਟਫਾਰਮ ਤੇ ਕਿਸੇ ਹੋਰ ਰੂਪ ਦੇ ਵਿੱਚ ਜ਼ਰੂਰ ਚੱਲਦਾ ਰਹੂਗਾ। ਤੇ ਮੈਂ ਅਖੀਰ ਤੇ ਇੱਕ ਵਾਰੀ ਫੇਰ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ, ਸਾਡੀ ਐਡਮਿਨ ਟੀਮ ਵੱਲੋਂ, ਅਧਿਆਪਕਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੀ ਸਿਰਜਣਾ ਦਾ ਸਫ਼ਰ, ਤੁਹਾਡੇ ਅਧਿਆਪਨ ਦੀਆਂ ਖੂਬਸੂਰਤੀਆਂ, ਤੁਹਾਡੀ ਫੋਟੋਗ੍ਰਾਫੀ, ਤੁਹਾਡੀ ਚਿੱਤਰਕਾਰੀ, ਤੁਹਾਡੀ ਸਿਰਜਣਾ ਦੇ ਬਹੁਤ ਸਾਰੇ ਪਾਸਾਰ ਇਸੇ ਤਰ੍ਹਾਂ ਚੱਲਦੇ ਰਹਿਣ। ਇਹ ਦਰਿਆ ਇਸੇ ਤਰ੍ਹਾਂ ਵਗਦੇ ਰਹਿਣ। ਤੁਹਾਡੇ ਲਈ ਬਹੁਤ ਬਹੁਤ ਦੁਆਵਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।